खेत ਦੇ ਵਿੱਚ ਵੀ ਕੰਮ ਕੀਤਾ, ਰੇਹਾਂ ਸਪਰੇਹਾਂ ਤੱਕ ਵੀ ਖੁਦ ਕੀਤੀਆਂ ਕਿਉਂਕਿ ਫਾਦਰ ਸਾਹਿਬ ਸ਼ਰਾਬੀ ਸੀ। ਅਸੀਂ ਲੋਕਾਂ ਦੇ ਘਰੇ ਜਾਣਾ, ਲੋਕਾਂ ਦੇ ਪੈਰਾਂ 'ਚ ਚੁੰਨੀਆਂ ਤੱਕ ਵੀ ਰੱਖ ਦੇਣੀਆਂ ਕਿ ਮਿੰਨਤ ਹੈ ਸਾਡੀ ਕਿ ਸਾਡੀ ਜ਼ਮੀਨ ਨਾ ਖਰੀਦੋ। ਪਰ ਲੋਕ ਅੱਗੇ ਇਹ ਕਹਿੰਦੇ ਸੀ ਕਿ ਜਦੋਂ ਤੁਹਾਡੇ ਘਰ ਦਾ ਮੁਖੀ ਜ਼ਮੀਨ ਵੇਚ ਰਿਹਾ ਤਾਂ ਅਸੀਂ ਕਿਉਂ ਨਾ ਲਈਏ। ਤੇ ਮਤਲਬ ਜਦੋਂ ਮੇਰੇ ਭਰਾ ਹੋ ਗਿਆ ਉਸ ਤੋਂ ਬਾਅਦ ਮੇਰੇ ਡੈਡੀ ਨੇ ਸਾਡਾ ਖੜਾ ਛੱਡਤਾ। ਉਹਨੂੰ ਇਹ ਲੱਗਿਆ ਵੀ ਹਾਂ ਵੀ ਮੇਰਾ ਮੁੰਡਾ ਹੋ ਗਿਆ ਤੇ ਹੁਣ ਮੈਂ ਕੁੜੀਆਂ ਤੋਂ ਕੀ ਕਰਾਉਣਾ। ਮਤਲਬ ਉਹਨੇ ਆਪਣੀ ਧੀ ਸਮਝਣੋਂ ਹਟ ਗਿਆ ਸਾਨੂੰ। ਜਦੋਂ ਇਹਦਾ ਬਰਥ ਹੋਇਆ ਉਹਦੀ ਉਹਨੇ ਮੇਰੀ ਮੰਮੀ ਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਵੀ ਤੂੰ ਪੱਥਰ ਜੰਮਦਾ। ਮਤਲਬ ਉਹਦੀ ਗੁੱਤ ਤੱਕ ਪੱਟ ਦੇਣੀ, ਉਹਨੂੰ ਕਮਰੇ 'ਚ ਬੰਦ ਕਰ ਦੇਣਾ। ਕਿਉਂ ਵੀ ਮੁੰਡਾ ਦੇ? ਹਾਂ ਵੀ ਮੁੰਡਾ ਕਿਉਂ ਨਹੀਂ ਹੋਇਆ ਹੈਗਾ। ਜਿੱਦਾਂ ਬੱਚੇ ਉਡੀਕਦੇ ਹੁੰਦੇ ਨੇ ਵੀ ਸਾਡੇ ਡੈਡੀ ਆਉਣਗੇ, ਸਾਡੇ ਲਈ ਕੋਈ ਚੀਜ਼ ਲੈ ਕੇ ਆਉਣਗੇ, ਪਰ ਇਦਾਂ ਦਾ ਤਾਂ ਸਾਡੇ ਘਰ ਮਾਹੌਲ ਹੀ ਨਹੀਂ ਸੀ। ਜਿੱਦਾਂ ਮੇਰੇ ਡੈਡੀ ਨੇ ਆਉਣਾ, ਸ਼ਰਾਬ ਨਾਲ ਡੱਕ ਕੇ 11 ਵਜੇ ਆਉਣਾ, 12 ਵਜੇ ਆਉਣਾ, 1 ਵਜੇ ਆਉਣਾ, ਤਾਂ ਅਸੀਂ ਸਾਰੇ ਬੱਚਿਆਂ ਨੇ ਜਾਗਦੇ ਰਹਿਣਾ ਮੇਰੀ ਮਾਂ ਦੇ ਨਾਲ। ਸਭ ਤੋਂ ਪਹਿਲਾਂ ਤਾਂ ਟੈਨਸ਼ਨ ਹੁੰਦੀ ਸੀ ਕਿ ਡੈਡੀ ਲਈ ਗੇਟ ਖੁੱਲ੍ਹਾ ਹੋਵੇ, ਕਿਉਂਕਿ ਜੇ ਗੇਟ ਬੰਦ ਹੋ ਗਿਆ ਪਤਾ ਨਹੀਂ ਡੈਡੀ ਨੇ ਕੀ ਕਰਨਾ। ਜਦੋਂ ਮਤਲਬ ਮੇਰੇ ਡੈਡੀ ਰਾਤ ਨੂੰ ਆਉਂਦੇ, ਮੇਰੀ ਮੰਮੀ ਨੂੰ ਕਹਿੰਦੇ ਵੀ ਸ਼ਰਾਬ ਲੈ ਕੇ ਆ, ਬੋਤਲ ਚੱਕ ਕੇ ਲੈ ਕੇ ਆ ਤੇ ਠੰਡਾ ਪਾਣੀ ਲੈ ਕੇ ਆ। ਤੇ ਜਦੋਂ ਮੇਰੀ ਮੰਮੀ ਪਾਣੀ ਲੈ ਕੇ ਆਉਂਦੀ, ਉਹ ਇਹ ਕਹਿੰਦੇ ਸੀ ਬਰਫ਼ ਸਿੱਟੀ ਹੋਣੀ ਚਾਹੀਦੀ ਉਹਦੇ ਵਿੱਚ। ਤੇ ਮੇਰੀ ਮੰਮੀ ਪਾਣੀ ਲੈ ਕੇ ਆਉਂਦੀ, ਉਹਦੇ ਉੱਤੇ ਸਣੇ ਵਿੱਚ ਗਲਾਸ ਦੇ ਦਾਰੂ ਪਾ ਕੇ ਮੇਰੀ ਮੰਮੀ ਦੇ ਉੱਤੇ ਡੋਲ ਦੇਣਾ ਵੀ ਹਾਂ ਵੀ ਤੂੰ ਠੰਡਾ ਪਾਣੀ ਕਿਉਂ ਲੈ ਕੇ ਆਈ ਆ। ਮੇਰੀ ਮੰਮੀ ਨੂੰ ਕੁੱਟਣ ਲੱਗ ਜਾਂਦੇ ਬਹਾਨਾ ਲੈ ਕੇ। ਅਸੀਂ ਜਵਾਕ ਡਰ ਕੇ ਭੱਜ ਲੈਂਦੇ ਮੰਮੀ ਵੱਲ, ਉਹਦੇ ਉੱਤੇ ਜਾ ਕੇ ਡਿੱਗ ਜਾਂਦੇ ਵੀ ਸਾਨੂੰ ਐਂ ਹੁੰਦਾ ਸੀ ਸ਼ਾਇਦ ਉਹ ਸਾਡੇ ਤੇ ਤਰਸ ਖਾ ਕੇ ਸਾਡੀ ਮੰਮੀ ਨੂੰ ਛੱਡ ਦੂਗਾ। ਪਰ ਨਹੀਂ, ਉਹ ਇਦਾਂ ਨਹੀਂ ਕਰਦਾ ਸੀ, ਉਹ ਸਾਨੂੰ ਵੀ ਕੁੱਟਦਾ ਸੀ ਨਾਲ। ਜਿੱਦਾਂ ਮੇਰੇ ਡੈਡੀ ਨੇ ਜ਼ਮੀਨ ਵੇਚ ਦੇਣੀ, ਕਦੇ 10 ਲੱਖ ਦੀ, ਕਦੇ 20 ਲੱਖ ਦੀ, ਸ਼ਰਾਬਾਂ ਪੀਣੀਆਂ, ਖਰਾਬ ਕਰਨੇ ਪੈਸੇ। ਇੱਕ ਵਾਰ ਵੀਰੇ ਜਦੋਂ ਸਾਨੂੰ ਕਿਸੇ ਨੇ ਆ ਕੇ ਦੱਸਿਆ ਵੀ ਤੁਹਾਡਾ ਪਿਓ ਜ਼ਮੀਨ ਵੇਚੀ ਜਾਂਦਾ, ਅਸੀਂ ਉਹ ਤੋਂ ਪੁੱਛਿਆ ਵੀ ਕਿਹਨੂੰ ਵੇਚਦਾ। ਤੇ ਅਸੀਂ ਉਹਨਾਂ ਦੇ ਜਾ ਕੇ ਮਿੰਨਤਾਂ ਕੀਤੀਆਂ, ਚੁੰਨੀਆਂ ਸਿੱਟੀਆਂ ਉਹਨਾਂ ਦੇ ਪੈਰਾਂ 'ਚ ਵੀ ਹਾਂ ਮੇਰੇ ਭਰਾ ਦੀ ਜ਼ਮੀਨ ਲਓ, ਕੱਲ੍ਹ ਨੂੰ ਮੇਰਾ ਭਰਾ ਟਿਫਨ ਚੱਕੀ ਫਿਰੂਗਾ। ਮਤਲਬ ਸਾਡੀ ਗੱਲ ਨਹੀਂ ਸੁਣੀ ਹੈਗੀ ਤੇ ਉਹਨੇ ਮੈਨੂੰ ਧੱਕੇ ਨਾਲ ਬਿਆਨਾ ਕੀਤਾ ਬਾਹਣ ਦਾ। ਉਹਨਾਂ ਨੇ ਐਂ ਨਹੀਂ ਸੋਚਿਆ ਵੀ ਜਵਾਕ ਨੇ ਸਾਡੇ ਘਰੇ ਮਿਹਨਤ ਕਰਨ ਆਈਆਂ ਨੇਗੀਆਂ ਵੀ ਹਾਂ ਕੁੜੀਆਂ ਨੇਗੀਆਂ। ਉਹ ਕਹਿੰਦੇ ਜਦੋਂ ਅਸੀਂ ਤਾਂ ਤੁਹਾਨੂੰ ਪੈਸੇ ਦੇਣੇ ਆ। ਅਸੀਂ ਕਿਹਾ ਵੀ ਅਸੀਂ ਪੈਸੇ ਨਹੀਂ, ਸਾਨੂੰ ਲੋੜ ਨਹੀਂ ਹੈਗੀ ਪੈਸਿਆਂ ਦੀ, ਸਾਡੀ ਜ਼ਮੀਨ ਆ ਹੈਗੀ, ਅਸੀਂ ਆਪਦੇ ਗੁਜ਼ਾਰਾ ਵਧੀਆ ਕਰਦੇ ਹਾਂ, ਸਾਨੂੰ ਲੋੜ ਨਹੀਂ ਤੁਹਾਡੇ ਮਤਲਬ ਪੈਸਿਆਂ ਦੀ, ਨਾ ਅਸੀਂ ਵੇਚਣੀ ਆ। ਪਰ ਫਿਰ ਵੀ ਸਾਡੀ ਜ਼ਮੀਨ ਵਿਕ ਗਈ। ਅਸੀਂ ਰਾਤ ਤੱਕ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਵੀ ਰੱਬਾ ਸਾਡੀ ਜ਼ਮੀਨ ਨਾ ਵਿਕੇ, ਮਤਲਬ ਕਿ ਸਾਡੀ ਜ਼ਮੀਨ ਵਿਕਣ ਤੋਂ ਬਚਾ ਲਾ। ਮਤਲਬ ਅਸੀਂ ਇੰਨੇ ਦੇ ਪਤਾਸੇ ਸੁੱਖਿਆ ਅਸੀਂ ਗੁਰਦੁਆਰੇ ਜਾਂ ਕਿਤੇ ਵੀ ਚੜਾ ਕੇ ਆਵਾਂਗੇ। ਤੇ ਪਰ ਫਿਰ ਵੀ ਜਦੋਂ ਸਾਡੀ ਜ਼ਮੀਨ ਵਿਕ ਜਾਣੀ ਫਿਰ ਸਾਡਾ ਦਿਲ ਟੁੱਟ ਜਾਂਦਾ ਵੀ ਹਾਂ ਵੀ ਰੱਬ ਹੈ ਨਹੀਂ ਗਾ, ਜਿਹੜੀ ਸਾਡੀ ਗੱਲ ਨਹੀਂ ਸੁਣੀ ਹੈਗੀ ਰੱਬ ਨੇ। ਡੈਡੀ ਨੇ ਆਉਣਾ, ਪੈਸਿਆਂ ਦਾ ਝੋਲਾ ਲਿਆ ਕੇ ਮੁੱਦਾ ਮਾਰ ਦੇਣਾ। ਸਾਨੂੰ ਪਤਾ ਲੱਗਣਾ ਵੀ ਇਹਦੇ ਵਿੱਚ 30 ਲੱਖ ਹੈ, ਇਹਦੇ ਵਿੱਚ 20 ਲੱਖ ਆ, ਤੇ ਸਾਨੂੰ ਉਹ ਪੈਸੇ ਚੰਗੇ ਨਹੀਂ ਸੀ ਲੱਗਦੇ। ਖੇਤ ਨੂੰ ਪਾਣੀ ਲਾਉਣਾ, ਮੈਂ ਆਪਣੇ ਭਰਾ ਨੂੰ ਲੈ ਜਾਣਾ ਛੋਟੇ ਨੂੰ ਨਾਲ। ਮੈਨੂੰ ਕਹਿੰਦੀ ਵੀਰੇ ਤੂੰ ਇੱਥੇ ਬਸ ਮੇਰੇ ਕੋਲ ਖੜੇ ਹੀ ਰਹਿ, ਮੈਂ ਆਪੇ ਨੱਕੇ ਲਾ ਲੂੰ, ਉੱਥੇ ਮੈਂ ਨੱਕੇ ਵੱਢਣੇ, ਮੈਨੂੰ ਡਰ ਵੀ ਨਾ ਲੱਗਣਾ। ਮੈਂ ਸਿਵਿਆਂ ਦੇ ਵਿੱਚੋਂ ਲੰਘ ਕੇ ਖੇਤ 'ਚ ਜਾਂਦੀ ਸੀ ਰਾਤ ਨੂੰ 11 ਵਜੇ 12 ਵਜੇ ਪਾਣੀ ਵੱਢਣਾ। ਘਰੇ ਕਲੇਸ਼ ਹੋਈ ਜਾਣਾ, ਮੈਂ ਆਪਦੇ ਭਰਾ ਦੀ ਉਂਗਲ ਫੜ ਕੇ ਲੈ ਜਾਣਾ। ਪਰ ਮੈਨੂੰ ਐਂ ਲੱਗਣਾ ਵੀ ਜਿਵੇਂ ਮੇਰੇ ਨਾਲ ਵੀ ਕੋਈ ਮੇਰਾ ਸਿਕਿਉਰਿਟੀ ਗਾਰਡ ਜਾ ਰਿਹਾ ਹੁੰਦਾ। ਜਦੋਂ ਅਸੀਂ ਸਿਵਿਆਂ ਵਿੱਚੋਂ ਦੀ ਲੰਘਣਾ ਤਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਜਾਂਦੇ। ਬੱਟਾਂ ਮੇਰੀ ਮਾਂ ਨੇ ਪੋਚਣੀਆਂ, ਨੱਕੇ ਮੇਰੀ ਮਾਂ ਨੇ ਲਾਉਣੇ। ਇੱਕ ਵਾਰ ਝੋਨਾ ਬੀਜਤਾ ਤੇ ਮੁੜ ਕੇ ਮੇਰੇ ਡੈਡੀ ਨੂੰ ਫਿਕਰ ਨਹੀਂ ਸੀ ਹੁੰਦੀ ਵੀ ਫਸਲ ਹੈਗੀ ਵੀ ਆ ਕਿ ਨਹੀਂ ਹੈਗੀ। ਮੇਰੇ ਡੈਡੀ ਤੋਂ ਹੱਥ ਵੱਜਿਆ ਜੱਗ ਦੇ ਵਿੱਚ, ਲੱਸੀ ਵਾਲੇ ਦੇ ਵਿੱਚ ਉਹ ਥਾਲ ਦੇ ਵਿੱਚ ਸਾਰੀ ਲੱਸੀ ਡੁੱਲ ਗਈ। ਤੇ ਮੈਨੂੰ ਡੈਡੀ ਕਹਿੰਦਾ ਵੀ ਤੈਨੂੰ ਮੈਂ ਦਿਨਾ ਪਤਾ, ਕਹਿੰਦਾ ਤੂੰ ਖੜ ਜਾ। ਪ੍ਰਭੂ ਬੋਲਦੀ ਵੀ ਕਹਿੰਦੀ ਤੂੰ ਲੁਕ ਜਾ ਵੀ ਮੈਂ ਬਾਥਰੂਮ ਦੇ ਵਿੱਚ ਲੁਕ ਗਈ। ਮੈਂ ਕਦੇ ਕਿਤੇ ਲੁਕਾਂ, ਕਦੇ ਗਹਾਰਿਆਂ ਵਾਲੇ ਲੁਕਾਂ। ਮੈਂ ਜਾ ਕੇ ਸਾਡਾ ਖੇਤ 'ਚ ਘਰ ਆ, ਮੈਂ ਬਰਸੀਨ 'ਚ ਲੁਕ ਗਈ। ਤੇ ਜਦੋਂ ਬਰਸੀਨ ਉਹ ਮਿੱਧੀ ਗਈ, ਜਦੋਂ ਮੈਂ ਮਗਰ ਦੀ ਨੰਗੀ ਪਈ, ਮੈਂ ਲਿਟ ਗਈ ਉਹਦੇ ਵਿੱਚ ਜਾ ਕੇ ਵੀ ਮੈਨੂੰ ਦਿਖੂਗੀ ਨਹੀਂ ਤੇ ਡੈਡੀ ਆਇਆ ਮੇਰੀ ਗੁੱਤ ਫੜ ਲਈ ਮੰਗਵਾ ਕੇ। ਉਹ ਮੈਨੂੰ ਗੁੱਤ ਤੋਂ ਘੜੀਸਦਾ ਹੋਇਆ ਘਰੇ ਲੈ ਕੇ ਗਿਆ ਤੇ ਉਹਨੇ ਕਿ ਬਾਲਾ ਚੱਕ ਕੇ ਜਦੋਂ ਮੇਰੇ ਮਾਰਨ ਲੱਗਿਆ, ਆ ਮੇਰੀ ਭੈਣ ਮੇਰੇ ਉੱਤੇ ਡਿੱਗ ਗਈ। ਤੇ ਫਿਰ ਉਸ ਤੋਂ ਬਾਅਦ ਉਹਨੇ ਸਾਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਤੇ ਫਿਰ ਉਸ ਤੋਂ ਬਾਅਦ ਚਲਾ ਗਿਆ ਘਰੋਂ। ਬਸ ਸਿਰਫ ਕਿ ਸਾਥੋਂ ਲੱਸੀ ਡੁੱਲ ਗਈ। ਕਹਿੰਦਾ ਤੁਸੀਂ ਨੱਕਾ ਕਿਵੇਂ ਲਾਉਣੀ ਹੋ। ਅਸੀਂ ਕਿਹਾ ਵੀ ਅਸੀਂ ਆਪਦੇ ਸਾਡਾ ਹਿੱਸਾ ਮੋਟਰ 'ਚ, ਅਸੀਂ ਆਪਦੇ ਬਾਹਰ ਨੂੰ ਪਾਣੀ ਦੇਣਾ, ਪਾਣੀ ਨਹੀਂ ਲਾਉਣਾ। ਕਹਿੰਦਾ ਤੁਹਾਡੇ ਡੈਡੀ ਨੇ ਕਿਹਾ ਹੋਇਆਗਾ ਵੀ ਇਹਨਾਂ ਨੂੰ ਖੇਤ 'ਚ ਨਹੀਂ ਵੜਨ ਦੇਣਾ ਹੈਗਾ। ਤੇ ਅਸੀਂ ਉਸ ਤੋਂ ਬਾਅਦ ਅਸੀਂ ਮੁੜੇ ਆਈਆਂ ਕਿਉਂਕਿ ਸਾਡੇ ਕੋਲ ਕੁਝ ਨਹੀਂ ਸੀਗਾ। ਫਿਰ ਅਸੀਂ ਘਰੋਂ ਆ ਕੇ ਹਾਕੀਆਂ ਲੈ ਕੇ ਗਈਆਂ। ਫਿਰ ਉਦੋਂ ਬਾਅਦ 'ਚ ਜਦੋਂ ਹਾਕੀਆਂ ਲੈ ਕੇ ਵਗ ਗਈਆਂ, ਅਸੀਂ ਕਿਹਾ ਵੀ ਹੁਣ ਤੂੰ ਸਾਨੂੰ ਨੱਕਾ ਲਾਉਣ ਤੋਂ ਰੋਕੇਗਾ। ਉਹ ਪਿੱਛੇ ਹਟ ਗਿਆ। ਫਿਰ ਉਸ ਤੋਂ ਬਾਅਦ ਅਸੀਂ ਆਪਦਾ ਪਾਣੀ ਲਾਇਆ ਤੇ ਅਸੀਂ ਆਪਦਾ ਕੱਦੂ ਕਰਕੇ ਝੋਨਾ ਲਾ ਕੇ, ਸਭ ਤੋਂ ਪਹਿਲਾਂ ਝੋਨਾ ਲਾਤਾ।
ਸਾਨੂੰ ਫੋਨ ਕਰਤਾ, ਕਹਿੰਦਾ ਵੀ ਭੈਣੇ ਐਂ ਕਰਕੇ ਵੀ 7-8 ਮੁੰਡੇ ਨੇ, ਜੇ ਮੈਂ ਨਿਕਲੂੰਗਾ ਮੈਨੂੰ ਕੁੱਟਣਗੇ। ਛੋਟਾ ਜਿਹਾ ਸੀ ਅਸੀਂ ਕੁਝ ਨਹੀਂ ਕੀਤਾ, ਅਸੀਂ ਘਰੋਂ ਹਾਕੀਆਂ ਚੱਕੀਆਂ, ਮੇਰੇ ਕੋਲ ਸਕੂਟਰੀ ਸੀ। ਅਸੀਂ ਕਿਹਾ ਵੀ ਸਾਡਾ ਭਰਾ ਕਿੱਥੇ ਆ, ਉਹ ਸ਼ੇਰ ਜੇ ਬਣ ਲੱਗੇ ਵੀਰੇ ਸਾਡੇ ਮੂਹਰੋਂ। ਫਿਰ ਅਸੀਂ ਰੂੜੀਆਂ ਵਿੱਚ ਦੀ ਕੁੱਟੇ, ਵੱਜ ਪੈਂਦੀ ਤੇ ਹਾਕੀ ਪੈਂਦੀ, ਭੱਜ ਗਏ। ਫਿਰ ਜਦੋਂ ਫਿਰ ਅਸੀਂ ਕਿਹਾ ਮੇਰਾ ਭਰਾ ਉੱਥੇ ਆਉਂਦੇ ਤੋਂ ਫਿਰ ਅਸੀਂ ਉਦੋਂ 10 ਮਿੰਟਾਂ ਬਾਅਦ ਅਸੀਂ ਭਰਾ ਨੂੰ ਘਰੇ ਛੱਡ ਕੇ ਫਿਰ ਅਸੀਂ ਉੱਥੇ ਦੁਬਾਰੇ ਜਾ ਕੇ ਆਈਆਂ। ਮੈਂ ਕਿਹਾ ਅਗਲਾ ਕਹਿਣਾ ਦੇ ਵੀ ਕਿਤੇ ਭੱਜ ਗਏ। ਫਿਰ ਅਸੀਂ ਉਹਨਾਂ ਨੂੰ ਕਿਹਾ, ਕਹਿੰਦਾ ਭੈਣੇ ਵੀ ਗਲਤੀ ਹੋ ਗਈ, ਵੀ ਸਾਨੂੰ ਪਤਾ ਨਹੀਂ ਸੀ ਵੀ ਤੁਹਾਡਾ ਭਰਾ। ਮਹਿਸੂਸ ਹੀ ਨਹੀਂ ਸੀ ਹੋ ਰਿਹਾ ਵੀ ਇਹ ਸਾਡਾ ਵਿਆਹ ਹੈਗਾ। ਸਾਨੂੰ ਤਾਂ ਐਵੇਂ ਲੱਗਦਾ ਸੀ ਵੀ ਸਾਡੇ ਪੋਤੇ ਪੋਤੀਆਂ ਦਾ ਵਿਆਹ ਹੋ ਰਿਹਾ, ਜਿਸ ਹਿਸਾਬ ਨਾਲ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਸੀ। ਕੁੜੀਆਂ ਨੂੰ ਹੁੰਦਾ ਵੀ ਟਿੱਕਾ ਲਾ ਲਈਏ, ਟੌਪਸ ਪਾ ਲਈਏ, ਹਨਾ, ਮਹਿੰਦੀਆਂ ਲਾ ਲਈਏ। ਸਾਨੂੰ ਇਹ ਫਿਕਰ ਸੀ ਵੀ ਗੁਲਾਬ ਜਾਮੁਨ ਹੀ ਨਾ ਘਟ ਜਾਣ। ਜਦੋਂ ਮੇਰਾ ਵਿਆਹ ਸੀ, ਵਿਆਹ ਤੋਂ ਬਾਅਦ ਡੋਲੀ ਵੇਲੇ ਮੈਂ ਨਹੀਂ ਰੋਈ, ਇਹ ਤਾਂ ਬਹੁਤ ਰੋਈ। ਛੋਟੀ ਸੀ ਤਾਂ ਪਹਿਲਾਂ ਵੀ, ਬਸ ਮੈਨੂੰ ਤਾਂ ਇਹ ਸੀ ਵੀ ਚਲੋ ਮੇਰਾ ਖੜਾ ਸੁੱਟ ਗਿਆ, ਸ਼ਾਇਦ ਵੀ ਮੇਰੀ ਜ਼ਿੰਦਗੀ ਬਦਲ ਜੂਗੀ, ਤੇ ਬਦਲੀ ਵੀ ਮੇਰੀ ਜ਼ਿੰਦਗੀ। ਮੈਂ ਇੰਨੀ ਜ਼ਿਆਦਾ ਖੁਸ਼ ਹਾਂ ਵੀ ਪਰਿਵਾਰ ਦੇ ਵਿੱਚ ਮੈਂ ਕਹਿੰਦੀ ਹੁੰਦੀ ਰੱਬ ਨੂੰ ਵੀ ਰੱਬਾ ਮੇਰੀ ਉਮਰ ਲੰਬੀ ਕਰ ਦੇ। ਪਹਿਲਾਂ ਮੈਂ ਕਹਿੰਦੀ ਸੀ ਨਾ ਵੀ ਰੱਬਾ ਬਸ ਮੈਨੂੰ ਚੱਕ ਲਾ, ਵੀ ਮੈਂ ਬਹੁਤ ਦੁੱਖ ਦੇਖਦੀ ਹਾਂ। ਹੁਣ ਮੈਂ ਕਹਿ ਰਹੀ ਹਾਂ ਵੀ ਹਨਾ ਮੇਰੀ ਉਮਰ ਲੰਬੀ ਕਰ ਦੇ, ਵੀ ਹਨਾ ਵੀ ਮੈਨੂੰ ਆਹ ਪਰਿਵਾਰ ਦੁਬਾਰਾ ਨਹੀਂ ਮਿਲਣਾ। ਮੈਂ ਅਗਲੇ ਜਨਮ ਦੇ ਵਿੱਚ ਮੈਂ ਨਹੀਂ ਚਾਹੁੰਦੀ ਵੀ ਮੈਂ ਜੇ ਛੇਤੀ ਜਾਊਂਗੀ ਤਾਂ ਅਗਲਾ ਜਨਮ ਲਊਂਗੀ, ਫਿਰ ਮੈਂ ਹੋਰ ਕਿਤੇ ਵਿਆਹ ਮੈਂ ਕਰਵਾਉਣਾ ਹੀ ਨਹੀਂ ਚਾਹੁੰਦੀ। ਮੈਨੂੰ ਆਪਣੇ ਸਹੁਰੇ ਪਰਿਵਾਰ ਨਾਲ ਇੰਨਾ ਪਿਆਰ ਆ। ਕੁਛ ਵੀ ਨਹੀਂ ਲੱਤਾ ਵੀਰੇ, ਇਹਨਾਂ ਨੂੰ ਐ ਵੀ ਕਿਹਾ ਸੀਗਾ ਵੀ ਇੱਕ ਲੱਡੂ ਤੱਕ ਵੀ ਤੁਸੀਂ ਘਰੇ ਨਹੀਂ ਪਕਾਉਣਾ, ਸਭ ਖਰਚਾ ਅਸੀਂ ਕਰਾਂਗੇ। ਇਹਨਾਂ ਵਿੱਚ ਬੰਦੇ ਕਹਿੰਦੇ ਵੀ ਉਹਨਾਂ ਦਾ ਕੁੜੀਆਂ ਦਾ ਪਿਓ ਐ ਆ, ਜੇ ਆ ਬੋ ਆ। ਅਸੀਂ ਆਖਿਆ ਵੀ ਨਹੀਂ, ਅਸੀਂ ਕੁੜੀਆਂ ਜਦੋਂ ਹੁਣ ਦੇਖਣ ਬਾਗੀ ਗਏ ਤਾਂ ਅਸੀਂ ਸ਼ਗਨ ਪਾ ਕੇ ਆਵਾਂਗੇ। ਉਹਨਾਂ ਦਾ ਪਿਓ ਜਿਹੋ ਜਿਹਾ ਮਰਜ਼ੀ। ਸਾਨੂੰ ਵੀਰੇ ਪਿਓ ਦਾ ਅੰਗੇਜਮੈਂਟ ਤੋਂ ਬਾਅਦ ਪਤਾ ਲੱਗਿਆ, ਉਹ ਵੀ ਸਾਡੇ ਰਿਸ਼ਤੇਦਾਰਾਂ ਨੇ ਜਦੋਂ ਫੋਟੋਆਂ ਦੇਖੀਆਂ ਉਹ ਕਹਿੰਦੇ ਕੁੜੀ ਦਾ ਪਿਓ। ਸਾਨੂੰ ਵੀਰੇ ਇੱਥੇ ਤੱਕ ਵੀ ਨਹੀਂ ਸੀ ਪਤਾ ਅੰਗੇਜਮੈਂਟ ਕਰਾਉਣ ਕੁੜੀ ਦਾ ਪਿਓ ਹੈਗਾ ਜਾਂ ਨਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਅੱਜ ਬਹੁਤ ਵੱਖਰੀ ਕਹਾਣੀ ਦਿਖਾਉਣ ਲੱਗੇ ਹਾਂ। 3 ਭੈਣਾਂ ਹੁੰਦੀਆਂ ਤੇ ਇੱਕ ਸਭ ਤੋਂ ਛੋਟਾ ਭਰਾ ਹੁੰਦਾ ਹੈ, ਤੇ ਫਾਦਰ ਸਾਹਿਬ ਉਹ ਧੀਆਂ ਦੇ ਬਹੁਤ ਜ਼ਿਆਦਾ ਸ਼ਰਾਬ ਦੇ ਆਦੀ ਹੁੰਦੇ ਆ। ਤੇ ਅੱਜ ਇਹ ਭੈਣਾਂ ਇੱਕ ਘਰ ਦੇ ਵਿੱਚ ਹੀ ਦੋਨੇ ਭੈਣਾਂ ਵਿਆਹੀਆਂ ਨੇ। ਇਹਨਾਂ ਦੀ ਜ਼ਿੰਦਗੀ ਦੀ ਕਹਾਣੀ ਤੇ ਗੱਲਬਾਤ ਕਰਾਂਗੇ, ਕਿਵੇਂ ਉਹ ਆਪਣੇ ਮਾਤਾ ਦੇ ਕੁੱਟ ਪੈਂਦੀ ਦੇਖੀ। ਤੇ ਭੈਣ ਹੋਰੀਆਂ ਬਹੁਤ ਬਹਾਦਰ ਨੇ। ਭੈਣ ਹੋਰਾਂ ਨੇ ਆਪਣੇ ਪੇਕੇ ਪਰਿਵਾਰ ਦੇ ਵਿੱਚ ਬਚਪਨ ਤੋਂ ਲੈ ਕੇ ਹੁਣ ਤੱਕ, ਜਦੋਂ ਤੱਕ ਜਵਾਨੀ ਹੈ ਉਦੋਂ ਤੱਕ ਖੇਤ ਦੇ ਵਿੱਚ ਵੀ ਕੰਮ ਕੀਤਾ, ਰੇਹਾਂ ਸਪਰੇਹਾਂ ਤੱਕ ਵੀ ਖੁਦ ਕੀਤੀਆਂ, ਕਿਉਂਕਿ ਫਾਦਰ ਸਾਹਿਬ ਸ਼ਰਾਬੀ ਸੀ, ਸ਼ਰਾਬ ਦੇ ਆਦੀ ਸੀ। ਤੇ ਭੈਣ ਹੋਰਾਂ ਨੇ ਇਹ ਗੱਲ ਤੱਕ ਵੀ ਆਖੀ ਕਿ ਮੇਰੇ ਫਾਦਰ ਸਾਹਿਬ ਇਹ ਨਸ਼ੇ ਦੇ ਵਿੱਚ ਆ ਕੇ ਜ਼ਮੀਨ ਵੀ ਕਈ ਵਾਰ ਵੇਚੀ ਉਹਨਾਂ ਨੇ। ਅਸੀਂ ਲੋਕਾਂ ਦੇ ਘਰੇ ਜਾਣਾ, ਲੋਕਾਂ ਦੇ ਪੈਰਾਂ 'ਚ ਚੁੰਨੀਆਂ ਤੱਕ ਵੀ ਰੱਖ ਦੇਣੀਆਂ ਕਿ ਮਿੰਨਤ ਹੈ ਸਾਡੀ ਕਿ ਸਾਡੀ ਜ਼ਮੀਨ ਨਾ ਖਰੀਦੋ। ਪਰ ਲੋਕ ਅੱਗੇ ਇਹ ਕਹਿੰਦੇ ਸੀ ਕਿ ਜਦੋਂ ਤੁਹਾਡੇ ਘਰ ਦਾ ਮੁਖੀ ਜ਼ਮੀਨ ਵੇਚ ਰਿਹਾ ਤਾਂ ਅਸੀਂ ਕਿਉਂ ਨਾ ਲਈਏ। ਬਹੁਤ ਸਾਰੇ ਨੇੜੇ ਦੇ ਲੋਕਾਂ ਨੇ ਇਹ ਪਰਿਵਾਰ ਦਾ ਫਾਇਦਾ ਚੱਕਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਦੀਆਂ ਜ਼ਮੀਨਾਂ ਤੇ ਵੀ ਅੱਖਾਂ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਭੈਣ ਹੋਰਾਂ ਦੀ ਬਹਾਦਰੀ ਇਹ ਰਹੀ ਕਿ ਉਹਨਾਂ ਨੇ ਹਮੇਸ਼ਾ ਹਿੰਮਤ ਤੋਂ ਕੰਮ ਲਿਆ। ਆਪਣੇ ਮਾਤਾ ਦੇ 3 ਪੁੱਤ ਬਣ ਕੇ, ਜਿਹੜੀਆਂ 3 ਭੈਣਾਂ ਸੀ ਉਹਨਾਂ ਨੇ ਪੁੱਤ ਬਣ ਕੇ ਦਿਖਾਇਆ। ਤੇ ਭੈਣ ਹੋਰੀ ਅੱਜ ਬਹੁਤ ਚੰਗੇ ਪਰਿਵਾਰ ਦੇ ਵਿੱਚ ਨੇ ਤੇ ਅੱਜ ਦੋਨੇ ਭੈਣਾਂ ਉਹ ਵਿਆਹੀਆਂ ਹੋਈਆਂ ਨੇ। ਵੈਸੇ ਇਹ 4 ਭੈਣ ਭਰਾ ਨੇ, 3 ਭੈਣਾਂ ਤੇ 1 ਭਰਾ। ਮੇਰੇ ਨਾਲ ਭੈਣ ਪ੍ਰਭਦੀਪ ਕੌਰ ਤੇ ਭੈਣ ਸਰਬਜੀਤ ਕੌਰ ਹੋਰੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰ ਲੈਣੇ। ਭੈਣੇ ਬਹੁਤ ਬਹੁਤ ਸਵਾਗਤ ਹੈ ਘੈਂਟ ਪੰਜਾਬੀ ਤੇ ਦੋਨਾਂ ਦਾ। ਥੈਂਕ ਯੂ ਵੀਰੇ। ਥੈਂਕ ਯੂ ਵੀਰ ਜੀ। ਹੋਰ ਠੀਕ ਹੋ ਤੁਸੀਂ? ਹਾਂਜੀ ਵੀਰ ਜੀ ਵਧੀਆ, ਤੁਸੀਂ ਦੱਸੋ? ਬਹੁਤ ਵਧੀਆ ਭੈਣੇ। ਤੁਹਾਡੀ ਕਹਾਣੀ ਸੁਣ ਕੇ ਹਨਾ ਮੇਰੇ ਖੁਦ ਦੇ ਲੂੰ ਕੰਡੇ ਖੜੇ ਹੋਏ, ਤੇ ਜਿਹੜੇ ਲੋਕ ਸਾਡੇ ਇਸ ਵਕਤ ਸਾਡੇ ਨਾਲ ਜੁੜੇ ਹਨਾ ਉਹ ਵੀ ਸ਼ਾਇਦ ਇਹ ਤੁਹਾਡੀ ਇੰਟਰਵਿਊ ਸੁਣ ਕੇ ਉਹਨਾਂ 'ਚ ਵੀ ਹੌਸਲਾ ਅਫਜ਼ਾਈ ਆਊਗੀ। ਅੱਛਾ, ਸਭ ਤੋਂ ਪਹਿਲਾਂ ਭੈਣੇ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ। ਤੁਸੀਂ ਕਿੰਨੇ ਭੈਣ ਭਰਾ ਹੁੰਦੇ ਹੋ ਤੇ ਜ਼ਿੰਦਗੀ ਦੀ ਸ਼ੁਰੂਆਤ ਤੁਹਾਡੇ ਬਚਪਨ ਦੀ ਕਿਵੇਂ ਹੁੰਦੀ ਆ? ਵੀਰ ਜੀ ਅਸਲ ਵਿੱਚ ਅਸੀਂ 4 ਭੈਣ ਭਰਾ। ਮੈਂ ਸਭ ਤੋਂ ਵੱਡੀ ਹਾਂ ਪਰਿਵਾਰ ਦੇ ਵਿੱਚ ਸਾਰੇ ਭੈਣ ਭਰਾਵਾਂ ਤੋਂ। ਤੇ ਉਸ ਤੋਂ ਬਾਅਦ ਹੈ ਮੇਰੇ ਇਹ ਸਿਸਟਰ ਸਰਬਜੀਤ ਕੌਰ। ਉਸ ਤੋਂ ਬਾਅਦ ਇੱਕ ਛੋਟੀ ਭੈਣ ਹੋਰ ਹੈ ਗੁਰਦੀਪ ਕੌਰ। ਉਸ ਤੋਂ ਬਾਅਦ ਹੈ ਮੇਰਾ ਭਰਾ ਜਿਹੜਾ ਅਸੀਂ ਮਸਾਂ ਦੇਖਿਆ ਸੀ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ 3 ਭੈਣਾਂ ਬਾਅਦ ਭਰਾ ਹਨਾ ਵੀ ਇੱਕ ਚਾਹਤ ਹੀ ਹੁੰਦੀ ਹੈ ਵੀ ਵੀਰ ਹੋ ਜੇ। ਰੱਬ ਅੱਗੇ ਅਰਦਾਸਾਂ ਵੀ ਰੱਬਾ ਸਾਨੂੰ ਇੱਕ ਵੀਰ ਦੇਈਂ, ਬਾਬਾ ਨਾਨਕ ਸਾਨੂੰ ਇੱਕ ਵੀਰ ਦੇਈਂ। ਤੇ ਮਸਾਂ ਦੇਖਿਆ ਸੀ ਆਪਣਾ ਭਰਾ। ਭੈਣੇ ਤੁਹਾਡੀ ਜ਼ਿੰਦਗੀ ਦੀ ਕਹਾਣੀ ਕੀ ਰਹਿੰਦੀ ਆ ਹਨਾ? ਪਰਿਵਾਰ ਕਹੇ ਜਿਹਾ ਹੁੰਦਾ? ਇਹ ਤੁਹਾਡੇ ਵੱਡੇ ਭੈਣ ਨੇ ਹਨਾ, ਵੀ ਕੀ ਕਹਾਣੀ ਹੁੰਦੀ ਹੈ ਸਾਰੀ? ਜਿਵੇਂ ਤੁਸੀਂ ਦੱਸਦੇ ਹੋ ਕਿ ਫਾਦਰ ਸਾਹਿਬ ਬਹੁਤ ਜ਼ਿਆਦਾ ਨਸ਼ੇ ਦੇ ਆਦੀ ਹੁੰਦੇ ਆ, ਸ਼ਰਾਬੀ ਹੁੰਦੇ ਆ ਹਨਾ, ਵੀ ਬਹੁਤ ਸਾਰਾ ਕੁਝ ਝੱਲਿਆ, ਬਹੁਤ ਕੁਝ ਦੇਖਣਾ ਪਿਆ। ਦਰਅਸਲ ਵੀਰੇ ਮਤਲਬ ਅਸੀਂ 4 ਭੈਣ ਭਰਾ ਗਏ, 3 ਅਸੀਂ ਭੈਣਾਂ ਤੇ 1 ਮੇਰਾ ਛੋਟਾ ਭਰਾ ਗਾ। ਤੇ ਮਤਲਬ ਜਦੋਂ ਮੇਰੇ ਭਰਾ ਹੋ ਗਿਆ ਉਸ ਤੋਂ ਬਾਅਦ ਮੇਰੇ ਡੈਡੀ ਨੇ ਸਾਡਾ ਖੜਾ ਛੱਡਤਾ। ਉਹਨੂੰ ਇਹ ਲੱਗਿਆ ਵੀ ਹਾਂ ਵੀ ਮੇਰਾ ਮੁੰਡਾ ਹੋ ਗਿਆ ਤੇ ਹੁਣ ਮੈਂ ਕੁੜੀਆਂ ਤੋਂ ਕੀ ਕਰਾਉਣਾ। ਮਤਲਬ ਉਹਨੇ ਆਪਦੀ ਧੀ ਸਮਝਣੋਂ ਹਟ ਗਿਆ ਸਾਨੂੰ। ਤੇ ਪਹਿਲਾਂ ਵੀ ਉਹ ਮੇਰੀ ਮੰਮੀ ਨੂੰ ਕੁੱਟਮਾਰ ਕਰਦਾ ਰਿਹਾ। ਜਦੋਂ ਇਹਦਾ ਬਰਥ ਹੋਇਆ ਉਹਦੀ ਉਹਨੇ ਮੇਰੀ ਮੰਮੀ ਦੀ ਕੁੱਟਮਾਰ ਕਰਨੀ ਸ਼ੁਰੂ ਕਰਤੀ ਵੀ ਤੂੰ ਪੱਥਰ ਜੰਮਦਾ। ਅੱਛਾ। ਤੇ ਹਨਾ ਜਦੋਂ ਕੁੱਟਮਾਰ ਹੋਣੀ ਸ਼ੁਰੂ ਹੋ ਗਈ ਤੇ ਮੇਰੀ ਮੰਮੀ ਡਰਦੀ ਉਹਨੂੰ ਆਏ ਸੀ ਵੀ ਹਨਾ ਵੀ ਮੈਂ ਵੀ ਕੋਈ ਬਾਹਲੇ ਤਕੜੇ ਘਰੋਂ ਨਹੀਂ ਹੈਗੀ, ਸਾਰੇ ਨੋਰਮਲ ਘਰੋਂ ਹੀ ਹੁੰਦੇ, ਵੀ ਮੈਂ ਆਪਦੇ ਭਰਾ ਦੇ ਸਰਾਣੇ ਕਿਉਂ ਜਾ ਕੇ ਬੈਠਾ।
ਫਿਰ ਉਹ ਮੇਰੀ ਮੰਮੀ ਅੰਦਰੋਂ ਅੰਦਰ ਦਬਦੀ ਗਈ ਆਪਦੇ ਦੁੱਖ ਤੇ ਉਹ ਕੁੱਟ ਖਾਂਦੀ ਗਈ। ਤੇ ਜਦੋਂ ਕੁੱਟ ਖਾਈ ਗਈ ਤੇ ਉਹੀ ਹਨਾ ਕੁੱਟ ਮੇਰੀ ਮੰਮੀ ਦਾ ਸ਼ੋਸ਼ਣ ਹੋ ਹੀ ਗਿਆ ਤੇ ਉਸ ਤੋਂ ਬਾਅਦ ਉਹੀ ਚੀਜ਼ ਸਾਡੇ ਤੇ ਆ ਗਈ। ਜਿੱਦਾਂ ਹਨਾ ਮੇਰੇ ਬਰਥ ਤੋਂ ਬਾਅਦ ਮੈਨੂੰ ਕਹੀਆਂ ਗੱਲਾਂ ਤੋਂ ਪਤਾ ਲੱਗਦਾ ਗਾ, ਸੁਣੀਆਂ ਸੁਣਾਈਆਂ ਗੱਲਾਂ ਤੋਂ ਪਤਾ ਲੱਗਦਾ ਗਾ। ਤੇ ਉਸ ਤੋਂ ਬਾਅਦ ਉਡੀਕ ਸੀਗੀ ਇੱਕ ਮੁੰਡੇ ਦੀ ਤੇ ਹੋਈ ਮੇਰੀ ਇਹ ਭੈਣ, ਤੇ ਘਰ ਦੇ ਵਿੱਚ ਤਾਂ ਮਾਤਮੇਸ਼ ਆ ਗਿਆ ਵੀ ਕੁੜੀ ਫੇਰ ਹੋ ਗਈ। ਤੇ ਉਸ ਦੇ ਹਿਸਾਬ ਨਾਲ, ਜਿਸ ਹਿਸਾਬ ਨਾਲ ਵੀ 3 ਭੈਣਾਂ ਸੀ, ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਹਨਾ, ਉਸ ਤੋਂ ਬਾਅਦ ਕੁੜੀਆਂ ਦਾ ਜਨਮ ਹੁੰਦਾ ਗਿਆ, ਘਰ ਦਾ ਮਾਹੌਲ ਖਰਾਬ ਹੁੰਦਾ ਗਿਆ ਵੀ ਮੁੰਡਾ ਕਿਉਂ ਨਹੀਂ ਹੋ ਰਿਹਾ। ਜਦੋਂ ਵੀਰੇ ਮੇਰਾ ਜਨਮ ਹੋਇਆ ਉਸ ਤੋਂ ਬਾਅਦ ਵੀ ਮੇਰੀ ਮੰਮੀ ਨਾਲ ਉਦਾਂ ਹੀ ਹੋਣ ਲੱਗ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਐ ਹੋ ਗਿਆ 2 ਕੁੜੀਆਂ ਹੋ ਗਈਆਂ, ਸ਼ਾਇਦ ਫਿਰ ਉਹਨਾਂ ਨੂੰ ਐਸੀ ਫੇਰ ਵੀ ਬਾਬਿਆਂ ਕੋਲ ਟੂਣੇ ਟੱਪਿਆਂ ਕੋਲ ਜਾਣਾ, ਮਤਲਬ ਸਾਧ ਤਵੀਤ ਕਰਨਾ ਵੀ ਹਾਂ ਉਹ ਬਾਬੇ ਕੋਲ ਵਗ ਜਾਓ ਆਪਣੇ ਮੁੰਡਾ ਹੋ ਜਾਊਗਾ। ਤੇ ਫਿਰ ਉਸ ਤੋਂ ਬਾਅਦ ਮੇਰੀ ਤੀਜੀ ਭੈਣ ਦਾ ਜਨਮ ਹੋ ਗਿਆ ਤੇ ਹਨਾ ਫਿਰ ਤਾਂ ਉਹਨਾਂ ਨੂੰ ਐ ਵੀ ਹੁਣ ਤਾਂ ਮੁੰਡਾ ਹੁੰਦਾ ਹੀ ਨਹੀਂ। ਫਿਰ ਮੇਰੀ ਮੰਮੀ ਨਾਲ ਬਹੁਤ ਜ਼ਿਆਦਾ ਹਨਾ ਮਤਲਬ ਬਦਸਲੂਕੀ ਹੋਣ ਲੱਗ ਗਈ, ਮਤਲਬ ਉਹਨੂੰ ਕੁੱਟ ਮਾਰ ਹਨਾ, ਮਤਲਬ ਉਹਦੀ ਗੁੱਤ ਤੱਕ ਪੱਟ ਦੇਣੀ, ਉਹਨੂੰ ਕਮਰੇ 'ਚ ਬੰਦ ਕਰ ਦੇਣਾ। ਕਿਉਂ ਵੀ ਮੁੰਡਾ ਦੇ? ਹਾਂ ਵੀ ਮੁੰਡਾ ਕਿਉਂ ਨਹੀਂ ਹੋਇਆ ਹੈਗਾ। ਤੇ ਇਸ ਤੋਂ ਇਲਾਵਾ ਉਹ ਪਲ ਮੈਨੂੰ ਬਹੁਤ ਜ਼ਿਆਦਾ ਯਾਦ ਆ ਜਦੋਂ ਛੋਟੀ ਜੀ ਮੈਂ ਤੇ ਮੇਰੀ ਮੰਮੀ ਨੂੰ ਮੇਰੇ ਡੈਡੀ ਕੁੱਟ ਰਹੇ ਸੀ, ਇੰਨਾ ਜ਼ਿਆਦਾ ਕੁੱਟ ਰਹੇ ਸੀ ਕਿ ਮੇਰੀ ਮਾਂ ਰੋ ਰਹੀ ਸੀ ਵੀ ਕੋਈ ਬਚਾ ਲਓ। ਗੁਆਂਢੀ ਆਏ, ਛੋਟੀ ਜਿਹੀ ਰਸੋਈ ਸੀ ਸਾਡੀ ਪੁਰਾਣੇ ਘਰ ਦੇ ਵਿੱਚ, ਗੁਆਂਢੀਆਂ ਨੇ, ਉਹ ਅੰਕਲ ਸੀਗੇ, ਆਪਾਂ ਕਹਿ ਦਈਏ ਵੀ ਪਰਮਾਤਮਾ ਸੀ, ਉਹਨਾਂ ਨੇ ਆਪਣੀ ਪੱਗ ਖੋਲੀ, ਪੱਗ ਖੋਲ ਕੇ ਲਮਕਾਈ। ਮੇਰੀ ਮਾਂ ਨੂੰ ਕਹਿੰਦੇ ਵੀ ਤੂੰ ਆ ਜਾ ਉੱਪਰ, ਕੁੜੀਆਂ ਨੂੰ ਛੱਡ ਦੇ। ਮੇਰੀ ਮਾਂ ਕਹਿੰਦੀ ਮੈਂ ਕੁੜੀਆਂ ਨੂੰ ਨਹੀਂ ਛੱਡਦੀ। ਮੇਰੀ ਮਾਂ ਨੇ ਉਦੋਂ ਧੀਆਂ ਨੂੰ ਛੱਡਿਆ ਨਹੀਂ, ਮੇਰੀ ਮਾਂ ਕਹਿੰਦੀ ਪਹਿਲਾਂ ਮੇਰੀਆਂ ਕੁੜੀਆਂ ਨੂੰ ਚੜਾਓ ਤਾਂ ਹਾਂ, ਉਸ ਤੋਂ ਬਾਅਦ ਮੈਂ ਚੜੂੰਗੀ। ਥੱਲੇ ਕੁੱਟਮਾਰ ਹੋ ਰਹੀ ਸੀ? ਹਾਂ ਕੁੱਟਮਾਰ ਹੋ ਰਹੀ ਸੀ। ਉਹਨਾਂ ਨੇ ਕੀ ਕੀਤਾ, ਪਹਿਲਾਂ ਸਾਨੂੰ ਛੋਟੀਆਂ ਬੱਚੀਆਂ ਨੂੰ ਤਾਂ ਖਿੱਚਿਆ, ਫਿਰ ਮੇਰੀ ਮਾਂ ਨੂੰ ਖਿੱਚਿਆ। ਪਰ ਮੇਰੀ ਮਾਂ ਨੇ ਇੰਨੇ ਦੁੱਖ ਦੇ ਵਿੱਚ ਵੀ, ਜਿਵੇਂ ਆਪਾਂ ਕਹਿ ਦਈਏ ਵੀ ਇੰਨਾ ਦੁੱਖ ਝੱਲਣ ਦੇ ਬਾਵਜੂਦ, ਜੇ ਕੋਈ ਮਾੜੀ ਮੋਟੀ ਹੁੰਦੀ ਸ਼ਾਇਦ ਛੱਡ ਕੇ ਤੁਰ ਜਾਂਦੀ। ਆਪਾਂ ਅੱਜ ਕੱਲ੍ਹ ਦੇਖਦੀ ਆਂਗੇ ਵੀ ਹਨਾ ਜਿਸ ਤਰ੍ਹਾਂ ਵੀ ਹੁੰਦਾ, ਧੀਆਂ ਅਗਲੇ ਦੇ ਘਰੇ ਛੱਡ ਕੇ ਚਲੇ, ਪਰ ਮੇਰੀ ਮਾਂ ਨੇ ਇਦਾਂ ਕੁਝ ਨਹੀਂ ਕੀਤਾ। ਕਹਿੰਦੇ ਜਿੱਥੇ ਵਿਆਹ ਹੋ ਗਿਆ, ਜਿੱਥੇ ਪਰਮਾਤਮਾ ਨੇ ਲਿਖਿਆ ਸੀ, ਜਿੱਥੇ ਸੰਜੋਗ ਸੀ, ਇਹ ਦੁੱਖ ਝੱਲਣਾ ਚਾਹੇ ਸੌਖਾ ਹੀ ਮੇਰੀ ਜ਼ਿੰਦਗੀ ਦਾ ਹਿੱਸਾ, ਤੇ ਮੈਂ ਇਹਨੂੰ ਝੱਲਾਂਗੀ। ਹਾਂਜੀ, ਜਿੱਦਾਂ ਬੱਚੇ ਉਡੀਕਦੇ ਹੁੰਦੇ ਨੇ ਵੀ ਸਾਡੇ ਡੈਡੀ ਆਉਣਗੇ, ਸਾਡੇ ਲਈ ਕੋਈ ਚੀਜ਼ ਲੈ ਕੇ ਆਉਣਗੇ, ਪਰ ਇਦਾਂ ਦਾ ਤਾਂ ਸਾਡੇ ਘਰ ਮਾਹੌਲ ਹੀ ਨਹੀਂ ਸੀ। ਜਿੱਦਾਂ ਮੇਰੇ ਡੈਡੀ ਨੇ ਆਉਣਾ, ਸ਼ਰਾਬ ਨਾਲ ਡੱਕ ਕੇ 11 ਵਜੇ ਆਉਣਾ, 12 ਵਜੇ ਆਉਣਾ, 1 ਵਜੇ ਆਉਣਾ, ਤਾਂ ਅਸੀਂ ਸਾਰੇ ਬੱਚਿਆਂ ਨੇ ਜਾਗਦੇ ਰਹਿਣਾ ਮੇਰੀ ਮਾਂ ਦੇ ਨਾਲ। ਸਭ ਤੋਂ ਪਹਿਲਾਂ ਤਾਂ ਟੈਨਸ਼ਨ ਹੁੰਦੀ ਸੀ ਕਿ ਡੈਡੀ ਲਈ ਗੇਟ ਖੁੱਲ੍ਹਾ ਹੋਵੇ, ਕਿਉਂਕਿ ਜੇ ਗੇਟ ਬੰਦ ਹੋ ਗਿਆ ਪਤਾ ਨਹੀਂ ਡੈਡੀ ਨੇ ਕੀ ਕਰਨਾ। ਐਟ ਏ ਟਾਈਮ ਮੌਕੇ 'ਤੇ ਡੈਡੀ ਨੂੰ ਗੇਟ ਖੁੱਲ੍ਹਾ ਚਾਹੀਦਾ, ਅਸੀਂ ਖੜ ਜਾਣਾ। ਦੂਰੋਂ ਸਾਡੇ ਕੋਲ ਜਾਮਾ ਮੋਟਰਸਾਈਕਲ ਹੁੰਦਾ ਸੀ ਉਸ ਵਕਤ, ਮੋਟਰਸਾਈਕਲ ਦੀ ਆਵਾਜ਼ ਦੂਰੋਂ ਸੁਣਨੀ, ਦੂਰੋਂ ਸੁਣ ਕੇ ਗੇਟ ਖੋਲ੍ਹ ਦੇਣਾ। ਜਿੱਦਾਂ ਇੱਕ ਬੋਡੀਗਾਰਡ ਵੀ ਉਨੀ ਵਧੀਆ ਡਿਊਟੀ ਨਹੀਂ ਨਿਭਾ ਸਕਦੇ ਹੈਗੇ, ਜਿਵੇਂ ਆਪਾਂ ਕਹਿ ਦਈਏ ਜਿੱਦਾਂ ਕਿ ਸਿਕਿਉਰਿਟੀ ਗਾਰਡ ਕਹਿ ਲਓ ਆਪਾਂ, ਜਿੰਨੀ ਵਧੀਆ ਅਸੀਂ ਨਿਭਾਉਂਦੇ ਸੀ। ਅਸੀਂ ਆਪਣੀ ਮਾਂ ਦੇ ਨਾਲ ਜਾਗਦੇ ਰਹਿਣਾ, ਤੇ ਉਸ ਤੋਂ ਬਾਅਦ ਜਦੋਂ ਡੈਡੀ ਆਉਂਦੇ, ਅਸੀਂ ਜਾਗਦੇ ਰਹਿੰਦੇ ਕਿਉਂ ਸੀ, ਤਾਂ ਕਿ ਸਾਡੀ ਮਾਂ ਦੀ ਕੁੱਟਮਾਰ ਨਾ ਹੋਵੇ, ਵੀ ਜੇ ਸਾਡੀ ਮਾਂ ਨੂੰ ਡੈਡੀ ਕੁਝ ਕਹਿਣਗੇ ਸ਼ਾਇਦ ਅਸੀਂ ਬਚਾ ਲਵਾਂਗੇ। ਪਰ ਅਸੀਂ ਛੋਟੇ ਬੱਚੇ ਸੀ, ਅਸੀਂ ਕੀ ਬਚਾਉਣਾ ਸੀ। ਅਸੀਂ ਵੀ ਉਹਨਾਂ ਤਕਲੀਫਾਂ ਨੂੰ ਝੱਲਿਆ ਜਿਹੜੀਆਂ ਸਾਡੀ ਮਾਂ ਨੇ ਝੱਲੀਆਂ। ਫਿਰ ਉਸ ਤੋਂ ਬਾਅਦ ਜਦੋਂ ਮਤਲਬ ਮੇਰੇ ਡੈਡੀ ਰਾਤ ਨੂੰ ਆਉਂਦੇ, ਮੇਰੀ ਮੰਮੀ ਨੂੰ ਕਹਿੰਦੇ ਵੀ ਸ਼ਰਾਬ ਲੈ ਕੇ ਆ, ਬੋਤਲ ਚੱਕ ਕੇ ਲੈ ਕੇ ਆ ਤੇ ਠੰਡਾ ਪਾਣੀ ਲੈ ਕੇ ਆ। ਤੇ ਜਦੋਂ ਮੇਰੀ ਮੰਮੀ ਪਾਣੀ ਲੈ ਕੇ ਆਉਂਦੀ, ਉਹ ਹਨਾ ਇਹ ਕਹਿੰਦੇ ਸੀ ਬਰਫ਼ ਸਿੱਟੀ ਹੋਣੀ ਚਾਹੀਦੀ ਉਹਦੇ ਵਿੱਚ, ਤੇ ਹਨਾ ਮੇਰੀ ਮੰਮੀ ਪਾਣੀ ਲੈ ਕੇ ਆਉਂਦੀ, ਉਹਦੇ ਉੱਤੇ ਸਣੇ ਵਿੱਚ ਗਲਾਸ ਦੇ ਦਾਰੂ ਪਾ ਕੇ ਮੇਰੀ ਮੰਮੀ ਦੇ ਉੱਤੇ ਡੋਲ ਦੇਣਾ ਵੀ ਹਾਂ ਹਨਾ ਵੀ ਤੂੰ ਠੰਡਾ ਪਾਣੀ ਕਿਉਂ ਲੈ ਕੇ ਆਈ ਆ। ਪਰ ਅਸਲ ਦੇ ਵਿੱਚ ਪਾਣੀ ਤਾਂ ਠੰਡਾ ਹੁੰਦਾ ਸੀ, ਪਰ ਉਹ ਬਹਾਨਾ ਸੀ, ਕਿਉਂਕਿ ਸਾਨੂੰ ਵੀ ਪਤਾ ਹੁੰਦਾ ਸੀ ਕੋਈ ਵੀ ਆਪਦੇ ਘਰੇ ਕਲੇਸ਼ ਨਹੀਂ ਪਾਉਣਾ ਚਾਹੁੰਦਾ ਹੁੰਦਾ। ਮੇਰੀ ਮਾਂ ਤਾਂ ਬਿਲਕੁਲ ਵੀ ਨਹੀਂ ਸੀ ਚਾਹੁੰਦੀ, ਉਹਨੂੰ ਐ ਹੁੰਦਾ ਸੀ ਕੌਣ ਮੈਨੂੰ ਬਚਾਊਗਾ, ਛੋਟੇ ਮੇਰੇ ਬੱਚੇ ਨੇ, ਜੇ ਰਾਤ ਨੂੰ ਕਲੇਸ਼ ਪੈ ਗਿਆ ਕਿੱਧਰ ਮੈਂ ਜਾਊਂਗੀ। ਉਹਨੇ ਤਾਂ ਪਹਿਲਾਂ ਹੀ ਪਾਣੀ ਠੰਡਾ, ਬੋਤਲ ਠੰਡੀ ਕਰ ਦੇਣੀ, ਕੇਨੀ ਦੇ ਵਿੱਚ ਬਰਫ਼ ਸਿੱਟ ਕੇ ਵਿੱਚ ਬੋਤਲ ਕਰ ਦੇਣੀ ਹਨਾ, ਉਹਦੇ ਵਿੱਚ ਰੱਖ ਦੇਣੀ ਡੈਡੀ ਵਾਸਤੇ। ਪਰ ਜਿਹੜੇ ਬੰਦੇ ਨੇ ਇੱਕ ਬਹਾਨਾ ਲੈਣਾ ਹੁੰਦਾ, ਜਿਹਨੂੰ ਆਪਣੇ ਬੱਚਿਆਂ ਨਾਲ ਪਿਆਰ ਨਹੀਂ, ਆਪਣੀ ਘਰ ਵਾਲੀ ਨਾਲ ਪਿਆਰ ਨਹੀਂ, ਬਹਾਨੇ ਵਾਲੇ ਨੂੰ ਤਾਂ ਬਹਾਨਾ ਹੀ ਚਾਹੀਦਾ ਹੋਣਾ। ਉਹਨਾਂ ਨੇ ਬਿਨਾਂ ਗੱਲ ਤੋਂ ਕੋਈ ਨਾ ਕੋਈ ਬਹਾਨਾ ਲਾ ਕੇ, ਕਦੇ ਦਾਲ 'ਚ ਨਮਕ ਘੱਟ ਆ, ਕਦੇ ਮਿਰਚ ਘੱਟ ਆ, ਕਦੇ ਲੂਣ ਨਹੀਂ, ਕਦੇ ਫਲਾਨਾ, ਕਦੇ ਘਿਓ ਨਹੀਂ, ਕਦੇ ਠੰਡੀ ਆ, ਕਦੇ ਤੱਤੀ, ਐਂ ਕਰਕੇ ਮੇਰੀ ਮਾਂ ਨੂੰ ਕੁੱਟਣਾ। ਤੇ ਉਸ ਵਕਤ ਅਸੀਂ ਕੀ ਕਰਨਾ, 4 ਭੈਣ ਭਰਾਵਾਂ ਨੇ, ਅਸੀਂ ਮੇਰੀ ਮਾਂ ਦੇ ਉੱਤੇ ਡਿੱਗ ਜਾਣਾ ਹੈ। ਮੇਰੀ ਮਾਂ ਨੇ ਰੋਣਾ। ਸਾਨੂੰ ਇਹ ਹੁੰਦਾ ਸੀ ਕਿ ਕਾਸ਼ ਉਹ ਤਰਸ ਖਾ ਕੇ ਮੇਰੀ ਮਾਂ ਨੂੰ ਛੱਡ ਦੇਵੇ, ਪਰ ਇਦਾਂ ਦਾ ਕੁਝ ਨਹੀਂ ਸੀ ਹੁੰਦਾ। ਇੱਕ ਜ਼ਾਲਮ ਨੂੰ ਨਹੀਂ ਤਰਸ ਹੁੰਦਾ, ਹੌਲੀ ਹੌਲੀ ਉਸ ਨੂੰ ਇਸ ਗੱਲ ਦੀ ਤਕਲੀਫ ਹੁੰਦੀ ਗਈ ਕਿ ਇਹ ਆਪਣੀ ਮਾਂ ਦਾ ਪੱਖ ਪੂਰਦੇ ਨੇ। ਆਪਣੀ ਮਾਂ ਦਾ ਪੱਖ ਅਸੀਂ ਪੂਰਨਾ ਹੀ ਸੀ ਸਾਰਿਆਂ ਨੇ, ਕਿਉਂਕਿ ਹਨਾ ਅਸੀਂ ਆਪਦੀ ਮਾਂ ਨੂੰ ਦੇਖਿਆ ਸੀ ਵੀ ਉਹ ਕੀ ਤਕਲੀਫਾਂ ਝੱਲਦੀ ਆ। ਸਾਰਾ ਦਿਨ ਬੱਚੇ ਆਪਣੀ ਮਾਂ ਕੋਲ ਹੀ ਰਹਿੰਦੇ ਨੇ। ਅਸੀਂ ਸਕੂਲ ਵੀ ਜਾਣਾ, ਅਗਲੇ ਦਿਨ 11 ਵਜੇ ਸਕੂਲ ਜਾਣਾ, ਕਲਾਸਾਂ ਦੇ ਵਿੱਚ 2 ਪੀਰੀਅਡ ਮਿਸ ਹੋ ਜਾਣੇ, ਉੱਪਰੋਂ ਜਾ ਕੇ ਮਾਸਟਰਾਂ ਤੋਂ ਵੀ ਛਿੱਤਰ ਖਾਣੇ ਕਿ ਲੇਟ ਆਏ ਹੋ। ਅਸੀਂ ਸਕੂਲ ਦੇ ਵਿੱਚ ਵੀ ਇੱਕ ਡਿਫਾਲਟਰ ਜਿਹੇ ਗਿਣੇ ਜਾਂਦੇ ਸੀ ਵੀ ਇਹ ਤਾਂ ਬਹੁਤ ਲੇਟ ਆਉਂਦੇ ਨੇਗੇ, ਤੇ ਇਹਨਾਂ ਨੂੰ ਬਸ ਪੜ੍ਹਾਈ ਦੇ ਵਿੱਚ ਧਿਆਨ ਨਹੀਂ। ਸਾਡਾ ਕੌਨਫੀਡੈਂਸ, ਸਕੂਲ ਦਾ ਕੰਮ ਵੀ ਨਹੀਂ ਪੂਰਾ ਹੁੰਦਾ ਸੀ। ਸਕੂਲ ਦਾ ਕੰਮ ਤਾਂ ਪੂਰਾ ਹੁੰਦਾ ਜੇ ਸਾਡੀ ਫੈਮਿਲੀ ਵਧੀਆ ਹੁੰਦੀ, ਮਤਲਬ ਸਾਨੂੰ
ਤੇ ਉਹਦਾ ਪੱਖ ਕਿਉਂ ਪੂਰਦੀਆਂ ਨੇ, ਪਰ ਅਸੀਂ ਪੱਖ ਤਾਂ ਪੂਰਨਾ ਹੀ ਸੀਗਾ ਕਿਉਂਕਿ ਮੇਰੀ ਮੰਮੀ ਦੁੱਖ ਝੱਲਦੀ ਸੀ। ਜਦੋਂ ਤੋਂ ਅਸੀਂ ਦੇਖਦੇ ਆ ਰਹੇ ਸੀਗੇ ਉਹ ਸਾਨੂੰ ਪਤਾ ਸੀਗਾ ਵੀ ਹਾਂ ਮੇਰੀ ਮੰਮੀ ਨੂੰ ਬਿਨਾਂ ਵਜ੍ਹਾ ਤੋਂ ਕੁੱਟ ਰਿਹਾ, ਬਹਾਨੇ ਲੈ ਕੇ ਕੁੱਟ ਰਿਹਾ। ਮੇਰੀ ਮਾਂ ਇੱਕ ਨੇਕ ਔਰਤ ਸੀ, ਉਹਨੇ ਰੱਬ ਦਾ ਨਾਮ ਲੈਣਾ, ਨਹਾ ਕੇ ਸਵੇਰੇ ਉੱਠਣਾ, 4 ਵਜੇ ਪਾਠ ਕਰਨਾ, ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ, ਕਈ ਵਾਰ ਨਿਤਨੇਮ ਕਰਨਾ, ਜਾਪ ਸਾਹਿਬ ਦਾ ਪਾਠ ਕਰਨਾ। ਉਹਨੇ ਸਾਨੂੰ ਵੀ ਪਾਠ ਕਰਨ ਦੀ ਸਿੱਖਿਆ ਦਿੱਤੀ, ਪਰ ਉਹਦਾ ਪਤਾ ਨਹੀਂ ਕਿਉਂ ਕਿੰਨੀ ਕੁ ਮਜ਼ਬੂਤ ਔਰਤ ਸੀ, ਉਹਦਾ ਰੱਬ ਤੋਂ ਵਿਸ਼ਵਾਸ ਨਹੀਂ ਸੀ ਉੱਠ ਰਿਹਾ। ਉਹ ਕਹਿੰਦੀ ਕੋਈ ਗੱਲ ਨਹੀਂ, ਰੱਬ ਆਊਗਾ, ਰੱਬ ਆਪਣੀ ਮਦਦ ਕਰੂਗਾ, ਪਰ ਪਤਾ ਨਹੀਂ ਕੀ ਹੋਇਆ ਵੀ ਹਾਂ ਆਪਾਂ ਕਹਿ ਦਿੰਦੇ ਹਾਂ ਵੀ ਸਬਰ ਦਾ ਫਲ ਮਿੱਠਾ ਹੁੰਦਾ। ਜਿਸ ਹਿਸਾਬ ਨਾਲ ਸਾਡੇ ਅੱਜ ਹਾਲਾਤ ਨੇ, ਅਸੀਂ ਅੱਜ ਖੁਸ਼ ਹਾਂ ਆਪਣੇ ਘਰੇ, ਸ਼ਾਇਦ ਇਹ ਮੇਰੀ ਮਾਂ ਦੀ ਹੀ ਪਾਠ ਪੂਜਾ। ਅੱਛਾ ਭੈਣੇ, ਇਹ ਇੰਨਾ ਸਿਲਸਿਲਾ ਵਧਿਆ ਕਿਉਂ, ਵੀ ਇੰਨਾ ਨਿਰਮੋਹ ਤੁਹਾਡੇ ਫਾਦਰ ਸਾਹਿਬ ਜਿਵੇਂ ਤੁਸੀਂ ਦੱਸਦੇ ਹੋ ਕਿ ਇੰਨੇ ਹੋ ਕਿਉਂ ਗਏ, ਕਾਰਨ ਕੀ ਰਹਿੰਦਾ ਹੈਗਾ ਇੱਕੋ ਦਮ ਹੀ ਬਦਲ ਜਾਣਾ ਬੰਦੇ ਦਾ? ਇਹਦੇ ਵਿੱਚ ਮੇਨ ਕਾਰਨ ਤਾਂ ਇਹੀ ਸੀ ਵੀਰ ਜੀ, ਜਿੱਦਾਂ ਅਸੀਂ ਵੱਡੇ ਹੋ ਗਏ ਸਾਨੂੰ ਪਤਾ ਲੱਗ ਗਿਆ ਵੀ ਸਾਡੀ ਜ਼ਮੀਨ ਵਿਕ ਰਹੀ ਆ। ਜਿੱਦਾਂ ਮੇਰੇ ਡੈਡੀ ਨੇ ਜ਼ਮੀਨ ਵੇਚ ਦੇਣੀ, ਕਦੇ 10 ਲੱਖ ਦੀ, ਕਦੇ 20 ਲੱਖ ਦੀ, ਸ਼ਰਾਬਾਂ ਪੀਣੀਆਂ, ਖਰਾਬ ਕਰਨੇ ਪੈਸੇ, ਨਸ਼ਿਆਂ ਦੇ ਉੱਪਰ ਪੈਸੇ ਉਡਾਉਣੇ। ਮੇਨ ਉਹਨਾਂ ਦਾ ਨਸ਼ਾ ਸ਼ਰਾਬ ਹੀ ਸੀ। ਤੇ ਉਹ ਕੀ ਕਰਦੇ ਸੀਗੇ, ਫਾਲਤੂ ਪੈਸੇ ਖਰਾਬ ਕਰਦੇ ਸੀਗੇ। ਸਾਨੂੰ ਪਤਾ ਲੱਗਣ ਲੱਗ ਗਿਆ ਵੀ ਹਨਾ ਇਹ ਸਾਡੀ ਜਿਹੜੀ ਜ਼ਮੀਨ ਆ, ਜੇ ਹਨਾ ਅਸੀਂ ਅੱਜ ਆਪਣੇ ਪਿਓ ਨੂੰ ਨਾ ਰੋਕਿਆ ਤਾਂ ਸਾਡਾ ਕੱਲ ਨੂੰ ਭਰਾ ਟਿਫਨ ਚੱਕ ਕੇ ਦਿਹਾੜੀ ਜਾਊਗਾ। ਜਿੱਦਾਂ ਅਸੀਂ ਖੇਤੀ ਕਰਨਾ ਸਿੱਖੀਆਂ, ਪਰ ਸਿੱਖੀਆਂ ਕਿੱਥੋਂ, ਮੇਰੀ ਮਾਂ ਤੋਂ। ਅਸੀਂ ਖੇਤਾਂ ਦੇ ਵਿੱਚ ਘਰ ਪਾ ਲਿਆ ਸੀ ਜਦੋਂ ਅਸੀਂ ਛੋਟੀਆਂ ਸੀ। ਮੇਰੇ ਭਰਾ ਦੇ ਜਨਮ ਤੋਂ ਬਾਅਦ ਅਸੀਂ ਖੇਤਾਂ ਵਿੱਚ ਚਲੇ ਗਏ, ਉੱਥੇ ਹਰਾ ਹੋਣਾ ਆਲੇ ਦੁਆਲੇ, ਅਸੀਂ ਹਰਾ ਵੀ ਵੱਢ ਲੈਣਾ, ਹੱਥਾਂ ਤੇ ਦਾਤੀਆਂ ਵੱਜਣੀਆਂ। ਸਾਨੂੰ ਉਹਨਾਂ ਪੜ੍ਹਾਈ ਦਾ ਫਿਕਰ ਨਹੀਂ ਸੀ ਹੁੰਦਾ ਜਿੰਨਾ ਸਾਨੂੰ ਫਿਕਰ ਹੁੰਦਾ ਸੀ ਵੀ ਅਸੀਂ ਹਰਾ ਵੱਢ ਲਈਏ। 4ਥੀ ਕਲਾਸ ਤੋਂ ਲੈ ਕੇ ਮੈਂ ਹਰਾ ਵੱਢਣਾ ਸ਼ੁਰੂ ਕਰਤਾ ਸੀ। ਅੱਜ ਵੀ ਮੈਂ ਇੰਨੀ ਮਤਲਬ ਐਕਸਪਰਟ ਆ ਵੀ ਮਤਲਬ ਮੈਂ ਸਾਰੇ ਕੰਮ ਖੇਤੀ ਦੇ ਜਾਣਦੀ ਹਾਂ ਤੇ ਮੈਨੂੰ ਕੋਈ ਸੰਗ ਸ਼ਰਮ ਵੀ ਨਹੀਂ ਲੱਗਦੀ। ਹਾਂ, ਮੇਰੀ ਮਾਤਾ ਨੇ ਖੁਦ ਖੇਤੀ ਕੀਤੀ, ਬੱਟਾਂ ਮੇਰੀ ਮਾਂ ਨੇ ਪੋਚਣੀਆਂ, ਨੱਕੇ ਮੇਰੀ ਮਾਂ ਨੇ ਲਾਉਣੇ। ਇੱਕ ਵਾਰ ਝੋਨਾ ਬੀਜਤਾ ਤੇ ਮੁੜ ਕੇ ਮੇਰੇ ਡੈਡੀ ਨੂੰ ਫਿਕਰ ਨਹੀਂ ਸੀ ਹੁੰਦੀ ਵੀ ਫਸਲ ਹੈਗੀ ਵੀ ਆ ਕਿ ਨਹੀਂ ਹੈਗੀ। ਤੁਹਾਨੂੰ ਪਤਾ ਹੀ ਇੱਕ ਸ਼ਰਾਬੀ ਬੰਦੇ ਨੂੰ ਕਿੰਨੀ ਕੁ ਸੁਰਤ ਹੋ ਸਕਦੀ ਆ। ਮੇਰੀ ਮਾਂ ਨੇ ਬੱਟਾਂ ਪੋਚਣੀਆਂ, ਸਾਰੇ ਕੰਮ ਕਰਨੇ। ਇੱਥੋਂ ਤੱਕ ਮੇਰੀ ਮਾਂ ਨੇ ਛੋਟਿਆਂ ਨੂੰ ਸਾਨੂੰ ਲਾ ਕੇ ਵੀ ਚਲੋ ਇਹਨੂੰ ਤਾਂ ਸੁਰਤ ਨਹੀਂ, ਆਪੇ ਰੇਹ ਸਿੱਟ ਲੈਣੇ ਪੁੱਤ। ਮੇਰੀ ਮਾਂ ਨੇ ਝੋਲਾ ਲੈ ਲੈਣਾ, ਰੇਹ ਵਾਲਾ ਥੈਲਾ ਕਹਿ ਦਿੰਦੇ ਆ ਅਸੀਂ, ਛੋਟੇ ਬੱਠਲ ਬਾਠਲੀਆਂ ਦੇ ਵਿੱਚ ਜਿੰਨੇ ਬੱਚੇ ਹਿਸਾਬ ਦੇ ਹੁੰਦੇ ਓਡੇ ਇਹਨਾਂ ਨੂੰ ਭਾਂਡੇ ਦੇ ਕੇ ਅਸੀਂ ਰੇਹ ਸਿੱਟ ਦਿੰਦੇ, ਬੋਰੀਆਂ ਖੋਲ ਕੇ। ਅਸੀਂ ਇੰਨਾ ਜ਼ਿਆਦਾ ਦੁੱਖ ਕੱਟਿਆ ਵੀ ਅਸੀਂ ਮਤਲਬ ਦੱਸ ਨਹੀਂ ਸਕਦੇ ਵੀ ਹਨਾ, ਪਰ ਕੰਮ ਵੀ ਅਸੀਂ ਸਿੱਖੇ ਆ। ਦੁੱਖ ਅਸੀਂ ਕੱਟਿਆ, ਦੁੱਖ ਇਹ ਸੀ ਕਿ ਸਾਡੇ ਤੇ ਮਤਲਬ ਕਿ ਮਾਨਸਿਕ ਸ਼ੋਸ਼ਣ ਹੋ ਰਿਹਾ ਸੀ ਸਾਡਾ। ਸਾਰਾ ਦਿਨ ਮਨ ਦੇ ਵਿੱਚ ਡਰ ਰਹਿਣਾ, ਸਾਰਾ ਦਿਨ ਮਨ 'ਚ ਡਰ ਰਹਿਣਾ, ਕਲੇਸ਼ ਪਿਆ, ਐ ਲਿਆ ਕਲੇਸ਼ ਪਿਆ ਬਸ। ਜਿਵੇਂ ਮਤਲਬ ਝੋਨਾ ਲੱਗਿਆ ਹਨਾ, ਤੇ ਉਸ ਤੋਂ ਬਾਅਦ ਜਿਵੇਂ ਝੋਨਾ ਲਾਤਾ, ਉਸ ਤੋਂ ਬਾਅਦ ਡਾਲ ਵੀ ਮਰ ਜਾਂਦੇ ਨੇ ਵਿੱਚ, ਉਹ ਅਸੀਂ ਡਾਲ ਆਪ ਲਾਉਣੇ। ਮਤਲਬ ਕਿ ਹਨਾ ਧੁੱਪ ਹਨਾ, ਸਕੂਲੋਂ ਆ ਕੇ ਧੁੱਪੇ ਹਨਾ, ਮਤਲਬ 2 ਵਜੇ ਤਾਂ ਸਕੂਲੋਂ ਆਉਂਦੇ, ਗਰਮੀਆਂ 2 ਵਜੇ ਛੁੱਟੀ ਹੁੰਦੀ ਆ, ਤੇ ਉਸ ਤੋਂ ਬਾਅਦ ਧੁੱਪੇ ਆ ਕੇ ਬਾਅਦ ਅਸੀਂ ਡਾਲ ਲਾਉਣੇ, ਕੱਖ ਵੱਢਣੇ, ਪੱਠੇ ਕੁਤਰਨੇ, ਸਾਰਾ ਕੰਮ ਅਸੀਂ ਡੰਗਰ ਸਾਂਭਣੇ ਜਾਂ ਘਰ ਦਾ ਕੰਮ ਵੀ ਕਰਨਾ, ਆਪਾਂ ਸਾਰਾ ਆਪ ਕਹਿ ਦਈਏ ਕਰਨਾ। ਵੀ ਉਹਨਾਂ ਦਿਨਾਂ ਦੇ ਵਿੱਚ ਹਨਾ ਨਰਮੇ ਕਪਾਹਾਂ ਜ਼ਿਆਦਾ ਹੁੰਦੇ ਸੀ। ਅਸੀਂ ਕੀ ਕਰਨਾ, ਛੋਟੇ ਪਹਿਲਾਂ ਤਾਂ ਮੇਰੇ ਡੈਡੀ ਨੇ ਸਾਨੂੰ ਬੀਜ ਲਿਆ ਕੇ ਦੇ ਦੇਣੇ, ਲਿਫਾਫਿਆਂ ਦੇ ਵਿੱਚ ਬੀਜ ਬੀਜਣੇ। ਉਸ ਤੋਂ ਬਾਅਦ ਸਾਰੇ ਉਹ ਚੱਕ ਕੇ ਢੋ ਕੇ ਕੋਈ ਬੂਟਾ ਨਾ ਟੁੱਟ ਜੇ ਅਸੀਂ ਉਹ ਲੈ ਕੇ ਜਾਣੇ। ਉਸ ਤੋਂ ਬਾਅਦ ਉਹਨਾਂ ਨੂੰ ਪਾਣੀ ਦੇਣਾ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ ਉਸ ਦਿਨ, ਜਿਸ ਦਿਨ ਸਾਡੇ ਮਤਲਬ ਕਿ ਸਿਰ ਸੁੱਕ ਰਹੇ ਸੀ, ਪਾਣੀ ਬਿਲਕੁਲ ਇੰਨੀ ਗਰਮੀ ਹੁੰਦੀ ਹੈ, ਤੁਹਾਨੂੰ ਪਤਾ ਹੀ ਆ ਕਿ ਆਪਣੇ ਮਹਾਰਾਜ ਨੇ ਵੀ ਤੱਤੀ ਤਵੀ ਦੇ ਉੱਪਰ ਬੈਠੇ, ਉਸ ਦਿਨ ਕਿੰਨੀ ਤਕਲੀਫ ਹੋਈ ਹੋ ਮਹਾਰਾਜ ਨੂੰ। ਮੇਰੀ ਮਾਂ ਕਹਿੰਦੀ ਵੀ ਜੇ ਤੁਸੀਂ ਪੁੰਨ ਦਾ ਕੰਮ ਕਰਨਾ, ਲੋਕ ਛਬੀਲਾਂ ਲਾਉਂਦੇ ਨੇ, ਤੁਸੀਂ ਨਰਮੇ ਨੂੰ, ਅਸੀਂ ਗਲਾਸਾਂ ਨਾਲ ਨਰਮੇ ਨੂੰ ਪਾਣੀ ਪਾਉਣਾ। 2-2 ਕਿੱਲੇ ਨਰਮੇ ਦੇ, ਛੋਟੇ ਬੱਚੇ, ਕੋਈ ਕੇਨੀਆਂ ਚੱਕੀ ਫਿਰਦਾ, ਕੋਈ ਡੋਲੂ ਚੱਕੀ ਫਿਰਦਾ, ਕੋਈ ਬਾਲਟੀਆਂ ਚੱਕੀ ਫਿਰਦਾ। ਮੇਰੀ ਮਾਂ ਨੇ ਵੀ ਸਾਨੂੰ ਸਾਰਿਆਂ ਨੇ ਆਪਦੇ ਨਾਲ ਲਾਈ ਰੱਖਣਾ। ਤੇ ਪਰ ਸਾਨੂੰ ਐਂ ਲੱਗਦਾ ਵੀ ਉਹ ਸ਼ਾਇਦ ਸਾਡਾ ਇੱਕ ਸਮਾਂ ਸੀ ਜਿਹਨੂੰ ਆਪਾਂ ਖਰਾਬ ਕਹਿ ਸਕਦੇ ਹਾਂ। ਤੁਸੀਂ ਇਹ ਗੱਲ ਵੀ ਦੱਸਦੇ ਹੋ ਭੈਣੇ ਕਿ ਸਾਡੇ ਕੋਲ ਸਾਰਾ ਕੁਝ ਹੈਗਾ ਸੀ, ਪਰ ਹਾਲਾਤ ਇਹੋ ਜਿਹੇ ਸੀ ਕਿ ਅਸੀਂ ਕਮਾਂਗੇ, ਸਾਡੇ ਕੋਲ ਸਭ ਕੁਝ ਸੀ, ਕਿਸੇ ਚੀਜ਼ ਦੀ ਕਮੀ ਨਹੀਂ। ਈਵਨ 2-2 ਗੱਡੀਆਂ ਵੀ ਰਹਿ ਚੁੱਕੀਆਂ ਨੇ ਸਾਡੇ ਘਰੇ। ਪਰ ਗੱਲ ਕੀ ਸੀ ਵੀ ਉਹ ਪੈਸਾ ਜਾਂਦਾ ਕਿੱਥੇ ਸੀ? ਹਾਲ ਖਰਾਬ ਹੁੰਦਾ ਸੀਗਾ ਨਸ਼ਿਆਂ ਦੇ ਵਿੱਚ। ਪੈਸੇ ਦਾ ਹਾਲ ਕਰ। ਸਾਡਾ ਬਹੁਤ ਵਧੀਆ ਘਰ ਆ ਖੇਤਾਂ ਦੇ ਵਿੱਚ, ਅੱਧੇ ਕਿੱਲੇ ਦੇ ਵਿੱਚ ਘੱਟੋ ਘੱਟ ਸਾਡਾ ਹਜੇ ਵੀ ਘਰ ਹੈਗਾ ਆਲੇ ਆਪਦੇ ਖੇਤ ਦੇ ਵਿੱਚ ਸਾਡਾ ਘਰ ਪਾਇਆ ਹੋਇਆ ਸੀ। ਪਰ ਗੱਲ ਇਹ ਸੀ ਕਿ ਉਹ ਪੈਸਾ ਸਹੀ ਥਾਂ ਤੇ ਨਹੀਂ ਸੀ ਲੱਗ ਰਿਹਾ। ਜਿਹੜੀ ਸਾਡੀ ਫਸਲ ਦੀ ਆਮਦਨ ਸੀ ਉਹ ਸਹੀ ਥਾਂ ਤੇ ਨਹੀਂ ਸੀ ਲੱਗ ਰਹੀ। ਹਾਂ, ਬਸ ਸਾਨੂੰ ਨਹੀਂ ਸੀ ਪਤਾ ਲੱਗਦਾ। 10,000 ਲੈ ਜਾਣਾ ਡੈਡੀ ਨੇ, 20,000 ਦੇ ਦਿਓ। ਹੁਣ ਜ਼ਮੀਨ ਵੇਚਤੀ, 10 ਲੱਖ ਦੀ ਜ਼ਮੀਨ ਵੇਚਤੀ, 10 ਲੈ ਗਿਆ, 20 ਲੈ ਗਿਆ, 30 ਲੈ ਗਿਆ, 50 ਲੈ ਗਿਆ, 5 ਲੈ ਗਿਆ, 3 ਲੈ ਗਿਆ, 7 ਲੈ ਗਿਆ, 9 ਲੈ ਗਿਆ। ਸਾਨੂੰ ਪਤਾ ਨਹੀਂ ਸੀ ਲੱਗਦਾ। ਬਸ ਇੱਕ ਕਾਪੀ ਪੈਨ ਰਜਿਸਟਰ ਲਾਈ ਰੱਖਦੇ ਸੀ, ਇਹਦੇ ਤੇ ਪੈਸੇ ਲਿਖੇ ਜਾਂਦੇ। ਈਵਨ ਸਾਡੇ ਡੈਡੀ ਮੁੱਕਰ ਜਾਂਦੇ ਕਿ ਇਹ ਤਾਂ ਮੈਂ ਪੈਸੇ ਲੈ ਕੇ ਨਹੀਂ ਗਿਆ। ਹੋਰ ਸਾਡਾ ਤਾਂ ਕੋਈ ਵੀਰ ਜੀ ਬਿਜ਼ਨਸ ਹੀ ਨਹੀਂ ਸੀ ਵੀ ਜਿਹੜਾ, ਸਾਨੂੰ ਤਾਂ ਡਰ ਹੁੰਦਾ ਸੀ ਕਿ ਕਿਤੋਂ ਪੈਸਾ ਘਟ ਨਾ ਜਾਵੇ ਤੇ ਸਾਨੂੰ ਪੂਰਾ ਕਰਨਾ ਔਖਾ ਹੋ ਜਾਊਗਾ। ਇਹ ਗੱਲ ਵੀ ਦੱਸਦੇ ਹੋ ਭੈਣੇ ਕਿ ਸਾਡੀਆਂ ਫੀਸਾਂ ਵੀ ਸਕੂਲ ਦੀਆਂ ਮੈਡਮਾਂ ਤੱਕ ਨੇ ਭਰਨੀਆਂ, ਸਾਨੂੰ ਵਰਦੀਆਂ ਵੀ ਉਹਨਾਂ ਤੱਕ ਨੇ ਲੈ ਕੇ ਦੇਣੀਆਂ। ਜਦੋਂ ਅਸੀਂ ਵੱਡੇ ਹੋ ਗਏ, ਅਸੀਂ ਰੋਕਣ ਲੱਗ ਗਏ ਆਪਣੇ ਡੈਡੀ ਨੂੰ ਕਿ ਡੈਡੀ ਜ਼ਮੀਨ ਨਾ ਵੇਚ। ਡੈਡੀ ਨੂੰ ਇਹ ਲੱਗਿਆ ਕਿ ਇਹ ਮੇਰੇ ਨਾਲੋਂ ਜ਼ਿਆਦਾ ਸਿਆਣੇ ਬਣਦੇ ਨੇ। ਉਸ ਤੋਂ ਬਾਅਦ ਅਸੀਂ ਕੀ ਕੀਤਾ,
ਸਰਕਾਰੀ ਸਕੂਲ ਦੇ ਵਿੱਚ ਲੱਗ ਗਏ। ਪਹਿਲਾਂ ਅਸੀਂ ਪ੍ਰਾਈਵੇਟ ਪੜ੍ਹਦੇ ਸੀ। ਡੈਡੀ ਨੇ ਜਦੋਂ ਸਾਡੀ ਫੀਸ ਨਹੀਂ ਭਰੀ ਫਿਰ ਅਸੀਂ ਆਪਣੇ ਆਪ ਹੀ ਸਰਕਾਰੀ ਦੇ ਵਿੱਚ ਚਲੇ ਗਏ। ਉੱਥੋਂ ਤੱਕ ਕੁਝ ਟੀਚਰ ਬਹੁਤ ਜ਼ਿਆਦਾ ਚੰਗੇ ਸੀ, ਉਹਨਾਂ ਨੇ ਸਾਡੀਆਂ ਫੀਸਾਂ ਭਰੀਆਂ। ਸਾਨੂੰ ਜਿਵੇਂ ਆਪਾਂ ਕਹਿ ਸਕਦੇ ਹਾਂਗੇ ਵੀ ਹੈ ਨਾ, ਸਾਨੂੰ ਪੁੱਛਣਾ ਵੀ ਤੁਹਾਨੂੰ ਕਿਸੇ ਚੀਜ਼ ਦੀ ਤਕਲੀਫ ਤਾਂ ਨਹੀਂ, ਸਾਰੇ ਨਾਲ ਹੀ ਸਾਨੂੰ ਸਭ ਨੂੰ ਸਾਡੇ ਨਾਲ ਜਿਵੇਂ ਤੁਸੀਂ ਹਮਦਰਦੀ ਰੋਟੀ ਹੋ ਖਾ ਗਈ ਕੇ ਆਏ ਹੋ ਜਾਂ ਹੈਗੀ ਆ, ਜੇ ਨਹੀਂ ਹੈਗੀ ਤਾਂ ਮਤਲਬ ਇੱਥੋਂ ਅਸੀਂ ਲੈ ਦਿੰਦੇ ਹਾਂ ਤੁਹਾਨੂੰ ਰੋਟੀ। ਮਤਲਬ ਸਾਰਾ ਕੁਝ ਉਹਨਾਂ ਨੇ ਫੀਸਾਂ ਭਰਨੀਆਂ। ਬਹੁਤ ਕੁਝ ਟੀਚਰਾਂ ਨੂੰ ਆਏ ਸੀਗਾ ਵੀ ਹਾਂ ਇਹ ਪੜ੍ਹਨ ਵਾਲੇ ਬੱਚੇ ਨੇਗੇ ਵੀ ਹੈ ਨਾ, ਇਹਨਾਂ ਦੀਆਂ ਫੀਸਾਂ ਭਰ ਦਿੰਦੇ ਆ। ਤੇ ਇੱਕ ਵਾਰ ਨਾ ਵੀਰੇ ਜਦੋਂ ਸਾਨੂੰ ਕਿਸੇ ਨੇ ਆ ਕੇ ਦੱਸਿਆ ਵੀ ਤੁਹਾਡਾ ਪਿਓ ਜ਼ਮੀਨ ਵੇਚੀ ਜਾਂਦਾ, ਅਸੀਂ ਉਹ ਤੋਂ ਪੁੱਛਿਆ ਵੀ ਕਿਹਨੂੰ ਵੇਚਦਾ, ਤੇ ਉਹਨੇ ਸਾਨੂੰ ਦੱਸਤਾ ਤਾਂ ਪਤਾ। ਅਸੀਂ ਉਹਨਾਂ ਦੇ ਘਰੇ ਵਗ ਗਏ ਤੇ ਅਸੀਂ ਉਹਨਾਂ ਦੇ ਜਾ ਕੇ ਮਿੰਨਤਾਂ ਕੀਤੀਆਂ, ਚੁੰਨੀਆਂ ਸਿੱਟੀਆਂ ਉਹਨਾਂ ਦੇ ਪੈਰਾਂ 'ਚ ਵੀ ਹਾਂ ਮੇਰੇ ਭਰਾ ਦੀ ਜ਼ਮੀਨ ਲੈ ਲਓ, ਕੱਲ੍ਹ ਨੂੰ ਮੇਰਾ ਭਰਾ ਟਿਫਨ ਚੱਕੀ ਫਿਰੂਗਾ। ਪਰ ਉਹਨਾਂ ਨੇ ਮਤਲਬ ਸਾਡੀ ਗੱਲ ਨਹੀਂ ਸੁਣੀ ਹੈਗੀ ਤੇ ਉਹਨੇ ਧੱਕੇ ਨਾਲ ਬਿਆਨਾ ਕੀਤਾ ਵਾਹਣ ਦਾ। ਮਤਲਬ ਅਸੀਂ ਚਾਹੁੰਦੇ ਸੀ ਵੀ ਸਾਡੇ ਭਰਾ ਦਾ ਵਾਹਣ ਨਾ ਵਿਕੇ ਨਾ, ਪਰ ਹੈ ਨਾ ਫਿਰ ਵੀ ਉਹਨਾਂ ਨੇ ਐ ਨਹੀਂ ਸੋਚਿਆ ਵੀ ਜਵਾਕ ਨੇ ਸਾਡੇ ਘਰੇ ਮਿਹਨਤ ਕਰਨ ਆਈਆਂ ਨੇਗੀਆਂ ਵੀ ਹਾਂ ਕੁੜੀਆਂ ਨੇਗੀਆਂ। ਉਹ ਕਹਿੰਦੇ ਜਦੋਂ ਅਸੀਂ ਤਾਂ ਤੁਹਾਨੂੰ ਪੈਸੇ ਦੇਣੇ ਆ, ਅਸੀਂ ਕਿਹਾ ਵੀ ਅਸੀਂ ਪੈਸੇ ਨਹੀਂ, ਸਾਨੂੰ ਲੋੜ ਨਹੀਂ ਹੈਗੀ ਪੈਸਿਆਂ ਦੀ, ਸਾਡੀ ਜ਼ਮੀਨ ਆ ਹੈਗੀ, ਅਸੀਂ ਆਪਦੇ ਗੁਜ਼ਾਰਾ ਵਧੀਆ ਕਰਦੇ ਹਾਂ, ਸਾਨੂੰ ਲੋੜ ਨਹੀਂ ਤੁਹਾਡੇ ਮਤਲਬ ਪੈਸਿਆਂ ਦੀ, ਨਾ ਅਸੀਂ ਵੇਚਣੀ ਆ। ਪਰ ਫਿਰ ਵੀ ਸਾਡੀ ਜ਼ਮੀਨ ਵਿਕ ਗਈ। ਅਸੀਂ ਰਾਤ ਤੱਕ ਰੱਬ ਅੱਗੇ ਹੈ ਨਾ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਵੀ ਹੈ ਨਾ ਰੱਬਾ ਸਾਡੀ ਜ਼ਮੀਨ ਨਾ ਵਿਕੇ ਹੈ ਨਾ, ਮਤਲਬ ਕਿ ਸਾਡੀ ਜ਼ਮੀਨ ਵਿਕਣ ਤੋਂ ਬਚਾ ਲਾ, ਮਤਲਬ ਵੀ ਅਸੀਂ ਇੰਨੇ ਦੇ ਪਤਾਸੇ ਸੁੱਖਿਆ ਹੈ ਨਾ, ਅਸੀਂ ਗੁਰਦੁਆਰੇ ਜਾਂ ਕਿਤੇ ਵੀ ਚੜਾ ਕੇ ਆਵਾਂਗੇ। ਤੇ ਪਰ ਹੈ ਨਾ ਫਿਰ ਵੀ ਜਦੋਂ ਸਾਡੀ ਜ਼ਮੀਨ ਵਿਕ ਜਾਣੀ ਫਿਰ ਸਾਡਾ ਦਿਲ ਟੁੱਟ ਜਾਂਦਾ ਵੀ ਹਾਂ ਵੀ ਰੱਬ ਹੈ ਨੀਗਾ, ਜਿਹੜੀ ਸਾਡੀ ਗੱਲ ਨਹੀਂ ਸੁਣੀ ਹੈਗੀ ਰੱਬ ਨੇ, ਵੀ ਰੱਬ ਦੇ ਉੱਤੇ ਭਰੋਸਾ ਹੀ ਉੱਠ ਗਿਆ ਸੀ ਸਾਡਾ। ਛੋਟੇ ਛੋਟੇ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਹੈ ਨਾ ਵਾਹਿਗੁਰੂ ਆ, ਰੱਬ ਦਾ ਨਾਮ ਲਓ, ਪਾਠ ਲਓ। ਸਾਨੂੰ ਤਾਂ ਇਹੀ ਹੁੰਦਾ ਸੀ ਵੀ ਰੱਬ ਸਾਡੇ ਸਾਰੇ ਕੰਮ ਪੂਰੇ ਕਰੂਗਾ। ਪਰ ਉਸ ਵਕਤ ਜਦੋਂ ਸਾਡੀ ਜ਼ਮੀਨ ਵਿਕਣੀ ਪਤਾ ਲੱਗ ਜਾਣਾ, ਡੈਡੀ ਨੇ ਆਉਣਾ ਪੈਸਿਆਂ ਦਾ ਝੋਲਾ ਲਿਆ ਕੇ ਮੁੱਦਾ ਮਾਰ ਦੇਣਾ, ਸਾਨੂੰ ਪਤਾ ਲੱਗਣਾ ਵੀ ਇਹਦੇ ਵਿੱਚ 30 ਲੱਖ ਹੈ, ਇਹਦੇ ਵਿੱਚ 20 ਲੱਖ ਆ। ਤੇ ਸਾਨੂੰ ਉਹ ਪੈਸੇ ਚੰਗੇ ਨਹੀਂ ਸੀ ਲੱਗਦੇ। ਨਾ ਤਾਂ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਖੇਡ ਕੇ ਦੇਖਿਆ, ਨਾ ਹੀ ਅਸੀਂ ਕਿਤੇ ਘੁੰਮੇ ਫਿਰੇ ਹਾਂ। ਈਵਨ ਅਸੀਂ ਇੱਥੋਂ ਤੱਕ ਕਿ ਕਦੇ ਕਿਸੇ ਟੂਰ 'ਤੇ ਵੀ ਨਹੀਂ ਗਏ ਸਕੂਲ ਦੇ ਵਿੱਚ। ਜੇ ਘਰ ਦੇ ਹਾਲਾਤ ਠੀਕ ਹੋਣਗੇ ਫੇਰ ਹੀ ਅਸੀਂ ਟੂਰਾਂ 'ਤੇ ਜਾਵਾਂਗੇ। ਤੁਸੀਂ ਇਹ ਗੱਲ ਵੀ ਦੱਸ ਦਿਓ ਭੈਣ ਕਿ ਤੁਸੀਂ ਰੇਹਾਂ ਤੱਕ ਵੀ ਆਪ ਢੋਈਆਂ ਹਨਾ, ਹਾਂਜੀ ਵੀਰ ਮੋਟਰਾਂ ਜੀ। ਤੱਕ ਵੀ ਖੇਤਾਂ ਦੀਆਂ ਆਪ ਕੱਢੀਆਂ ਜੇ ਕਦੇ ਖਰਾਬ ਹੋ ਜਾਣੀ ਹਨਾ। ਜਿਵੇਂ ਹੁਣ ਸਾਡੇ ਘਰ ਖੇਤ ਮੋਟਰ ਆ, 3 ਦੀ ਮੋਟਰ ਹੈਗੀ ਇੱਕ ਸਾਡੇ ਖੇਤ, ਉਹ ਜਦੋਂ ਵੀ ਖਰਾਬ ਹੋ ਜਾਣੀ ਅਸੀਂ ਕਦੇ ਡਿੱਕਿਆ ਨਹੀਂ ਸੀ ਆਪਣੇ ਡੈਡੀ ਨੂੰ, ਕਿਉਂਕਿ ਪਾਣੀ ਦੇ ਵੱਲੋਂ ਪਸ਼ੂ ਤੇ ਹਾਈ ਮਰਦੇ ਸੀ। ਅਸੀਂ ਖੁਦ ਸਾਨੂੰ ਹਨਾ ਘਰੇ ਪਾਣੀ ਦੀ ਜ਼ਰੂਰਤ ਹੁੰਦੀ ਸੀ, ਅਸੀਂ ਕਦੇ ਨਹੀਂ ਸੀ ਉਡੀਕਿਆ ਸੀ। ਸਾਰੇ ਭੈਣ ਭਰਾਵਾਂ ਨੇ ਲੱਗਣਾ, ਜਦੋਂ ਸਾਥੋਂ ਮੋਟਰ ਚੱਕੀ ਨਾ ਜਾਣੀ ਅਸੀਂ ਬਾਲਾ ਲਾ ਲੈਣਾ, ਬਾਲੇ ਨਾਲ ਰੱਸਾ ਬੰਨ੍ਹ ਕੇ ਉੱਥੇ ਰੋਕ ਲੈਣਾ ਵੀ ਰੁਕ ਜੋ, ਦਮ ਲੈ ਲਓ। ਅਸੀਂ 10-10 ਵਾਰ ਦਮ ਲੈ ਕੇ 150 ਫੁੱਟ ਦੇ ਬੋਰ ਦੇ ਵਿੱਚੋਂ ਅਸੀਂ ਮੋਟਰ ਕੱਢਦੇ ਰਹੇ। ਚਾਰੇ ਭੈਣ ਭਰਾ? ਚਾਰੇ ਭੈਣ ਭਰਾ, ਇੱਕ ਸਾਡੀ ਮਾਂ, ਬਸ ਹੋਰ ਕੋਈ ਨਹੀਂ। ਇੱਕ ਨੇ ਤਾਰ ਖਿੱਚ ਲੈਣੀ ਵੀ ਤਾਰ ਨਾ ਕਿਤੇ ਵਿੱਚ ਡਿੱਗ ਜੇ ਤਾਰ ਵਿੱਚ ਡਿੱਗ ਗਈ ਤਾਂ ਫਿਰ ਨੁਕਸਾਨ ਹੋਊ, ਸਾਡੇ ਗਾਲਾਂ ਪੈਣਗੀਆਂ। ਜੇ ਕੋਈ ਜੋੜ ਜੂੜ ਖਰਾਬ ਹੁੰਦਾ ਸੀ ਆਪ ਹੀ ਰਾਹ ਉਹਦੇ ਵਿੱਚ ਮੋਟਰ ਬੰਨ੍ਹ ਕੇ ਆਪੇ ਜੋੜ ਲਾਉਂਦੇ, ਪੈਂਚਰ ਲਾ ਕੇ ਚੇਪੀ ਲਾ ਕੇ ਅਸੀਂ ਆਪੇ ਜੋੜ ਲਾਉਂਦੇ। ਕਈ ਵਾਰ ਅਸੀਂ ਮਿਸਤਰੀ ਵੀ ਨਹੀਂ ਸੀ ਬੁਲਾਉਂਦੇ, ਕੋਈ ਸੈੱਲ ਮੱਚ ਗਿਆ, ਮੋਟਰ ਦਾ ਸਟਾਰਟਰ ਖਰਾਬ ਹੋ ਗਿਆ, ਅਸੀਂ ਦੇਖ ਕੇ ਸਿੱਧੀਆਂ ਤਾਰਾਂ ਕਰ ਦੇਣੀਆਂ। ਪਰ ਅਸੀਂ ਕਦੇ ਡੈਡੀ ਨੂੰ ਡਿੱਕਿਆ ਨਹੀਂ ਸੀਗਾ, ਕਿਉਂਕਿ ਡੈਡੀ ਨੇ ਕਰਨਾ ਹੀ ਨਹੀਂ ਸੀ ਕੁਛ। ਸਾਨੂੰ ਆਏ ਹੁੰਦਾ ਸੀਗਾ ਵੀ ਜੇ ਡੈਡੀ ਆਊਗਾ ਉਹ ਤੋਂ ਪਹਿਲਾਂ ਅਸੀਂ ਆਪ ਹੀ ਕਰ ਲੈਣੇ, ਉਹ ਸਾਨੂੰ ਗਾਲਾਂ ਦਊਗਾ ਵੀ ਤੁਸੀਂ ਤੇ ਕਲੇਸ਼ ਪਾਊਗਾ ਕਰੋ ਵੀ ਹਾਂ ਤੁਸੀਂ ਮੋਟਰ ਖਰਾਬ ਕਰਤੀ, ਤੁਸੀਂ ਛੱਡ ਲੈਣੋ, ਸੋਚ ਛੱਡ ਲੈਣੋ, ਐਂ ਕਰ ਲੈਣੋ। ਇੱਕ ਵਾਰ ਸਾਡੇ ਬੋਰ ਸੀਗਾ, ਜਿਵੇਂ ਆਪਾਂ ਕਹਿ ਦਿੰਦੇ ਖੇਤਾਂ ਵਿੱਚ ਟੋਆ ਹੁੰਦਾ, ਮੋਟਰ ਡਿੱਗ ਗਈ। ਮੋਟਰ ਉਹਦੇ ਵਿੱਚ ਸਿੱਧੀ ਪਾਈਪ ਪਾਈ ਹੋਈ ਸੀ, 3 ਦੀ ਮੋਟਰ ਆ ਤੇ ਉਹਦੀ ਪਾਈਪ ਸੀ ਜਿਹੜੀ ਉਹ ਸਾਰੀ ਮੋਟਰ ਸਣੇ ਵਿੱਚ ਗਈ, ਜਾ ਕੇ ਉਹ ਉੱਥੇ ਅੜੀ ਦੇ ਵਿੱਚ ਫਸ ਗਈ ਮੋਟਰ। ਤੇ ਅਸੀਂ ਡੈਡੀ ਨੂੰ ਦੱਸਿਆ, ਅਸੀਂ ਪਲਾਸਾਂ ਨਾਲ ਫੜੀ ਰੱਖੀ ਮੋਟਰ, ਜਿੱਥੋਂ ਤੱਕ ਸਾਥੋਂ ਹੋਇਆ। ਜਦੋਂ ਸੁੱਟ ਗਈ ਡਿੱਗ ਗਈ ਮੋਟਰ, ਅਸੀਂ ਡੈਡੀ ਨੂੰ ਕਿਹਾ ਵੀ ਡੈਡੀ ਮੋਟਰ ਆ। ਫਿਰ ਮੇਰੀ ਮਾਂ ਨੂੰ ਡੈਡੀ ਨੇ ਬੋਰ ਦੇ ਵਿੱਚ ਤਾਰਿਆ, ਮੈਂ ਪੌਣੀ ਲਗਾਈ, ਪੌਣੀ ਤੋਂ ਅਸੀਂ ਮੋਟਰ ਖਿੱਚੀ ਸਾਰਿਆਂ ਨੇ। ਸਾਥੋਂ ਛੋਟੇ ਛੋਟੇ ਜਵਾਕਾਂ ਤੋਂ ਮੋਟਰ ਨਾ ਖਿੱਚੀ ਜਾਇਆ ਕਰੇ, ਅੱਗੇ ਮੂਹਰੇ ਮੈਂ ਵੀ ਕਿਤੇ ਛੋਟੇ ਜਵਾਕ ਨਾ ਕਿਤੇ ਬੋਰ ਦੇ ਵਿੱਚ ਡਿੱਗ ਪੈਣ। ਮਾਂ ਮੇਰੀ ਟੋਏ ਦੇ ਵਿੱਚ ਬੋਰ ਦੇ ਵਿੱਚ, ਅਸੀਂ ਮੋਟਰ ਖਿੱਚੀ, ਖੁਦ ਕੋਲ ਬੈਠਾ। ਡੈਡੀ ਮੇਰਾ ਆਰਡਰ ਮਾਰ ਰਿਹਾ ਵੀ ਐਂ ਕਰੋ ਤੁਸੀਂ ਮੋਟਰ ਸਿੱਟੀ ਆ। ਅਸੀਂ ਜਾਣ ਕੇ ਸਾਨੂੰ ਮੋਟਰ ਸਿੱਟਣ ਦੀ ਕੀ ਲੋੜ? ਉਹਨੇ ਪਤਾ ਕੀ ਕਰਨਾ ਸੀ, ਜੇ ਕੋਈ ਵੀ ਨੁਕਸਾਨ ਹੋ ਜਾਂਦਾ ਜਾਂ ਕੋਈ ਵੀ ਕੰਮ ਹੁੰਦਾ ਉਹਨੇ ਕੁਰਸੀ ਢਾ ਕੇ ਬਹਿ ਜਾਣਾ ਕੋਲੇ, ਤੇ ਜਿਵੇਂ ਤੁਸੀਂ ਬੈਠੇ ਹੋ ਐਂ ਸਾਨੂੰ ਗਾਲਾਂ ਦੇ ਕੇ ਕੰਮ ਕਰਾਉਣਾ। ਇੱਕ ਵਾਰ ਨਾ ਸਾਡਾ ਵਾਹਣ ਵਿਕਿਆ ਤੇ ਉਸ ਤੋਂ ਬਾਅਦ ਮੇਰਾ ਡੈਡੀ ਕੀ ਕੀਤਾ, 2 ਟਰਾਲੇ ਲਿਆ ਜਿਹੜੇ ਗੰਨਾ ਜਿਹਦੇ ਆਪਾਂ ਢੋਣੇ ਹੁੰਦੇ ਵੱਡੀਆਂ ਟਰਾਲੀਆਂ, ਤੇ ਜਿਹੜੇ ਟਰਾਲੀਆਂ 3 ਟਰਾਲੀਆਂ ਲਿਆ ਤੇ ਕਹਿੰਦਾ ਇਹਦੇ ਟਾਇਰ ਚੰਗੇ ਨਹੀਂ ਹੈਗੇ, ਇਹਦੇ ਟਾਇਰ ਚੰਗੇ ਆ, ਵੀ ਆਹ ਟਰਾਲੀ ਦਾ ਲੋਹਾ ਵਧੀਆ, ਇਹਦਾ ਲੋਹਾ ਨਹੀਂ ਵਧੀਆ, ਤੇ ਇਹਨਾਂ ਦੇ ਟਾਇਰਾਂ ਦੀ ਅਦਲੀ ਬਦਲੀ ਕਰੋ ਤੁਸੀਂ। ਹਾਂ, ਤੇ ਅਸੀਂ ਕੀ ਕੀਤਾ ਵੀਰੇ, ਸਾਨੂੰ ਉਹਨੇ ਗਾਲਾਂ ਕੱਢੀਆਂ। ਸਾਨੂੰ ਕਹਿੰਦਾ ਐਂ ਜਿੱਕ ਲਾਓ ਵੀਰੇ, ਸਾਨੂੰ ਜਿੱਕ ਨਾ ਲਾਉਣਾ ਵੀ ਸਾਡੇ ਹੱਥ ਕੰਬਣ।
ਤੇ ਅਸੀਂ ਜੈਕ ਲਾਇਆ ਤੇ ਹਨਾ ਫਿਰ ਅਸੀਂ ਥੱਲੇ ਬੜੀਆਂ ਟਾਇਰਾਂ ਦੇ ਹਨਾ ਸਾਡਾ ਨਾ ਵਜਨ ਵੀ ਆਪਾਂ ਕਹਿੰਦੇ ਜਵਾਕ ਹੁੰਦੇ ਛੋਟੇ ਛੋਟੇ ਹੁੰਦੇ ਆ ਅਸੀਂ ਜਦੋਂ ਹਨਾ ਪਾਨਾ ਨਾ ਮਤਲਬ ਨਟ ਨਾ ਖੁੱਲਣਾ ਅਸੀਂ ਉੱਤੇ ਚੜ ਜਾਣਾ ਪਾਨੇ ਦੇ ਆਪਦਾ ਸਾਰਾ ਵਜਨ ਅਸੀਂ ਦੇ ਕੇ ਜੰਪ ਨਟ ਮਾਰ ਮਾਰ ਖੋਲ੍ਹਣਾ। ਕੇ ਫਿਰ ਉਹਨੂੰ ਖੋਲਣਾ ਫਿਰ ਅਸੀਂ 6 ਦੇ 6 ਟਾਇਰ ਬਦਲੇ ਜਿਹੜੇ ਥੋੜੇ ਕੰਡਮ ਸੀ ਉਹ ਇੱਕ ਟਰਾਲੀ ਦੇ ਵਿੱਚ ਪਾਏ ਜਿਹੜੇ ਥੋੜੇ ਉਦੋਂ ਮੀਡੀਅਮ ਸੀ ਉਹ ਇੱਕ 'ਚ ਪਾਏ ਜਿਹੜੇ ਟੌਪ ਦੇ ਸੀ ਉਹ 2 ਲੱਖ ਦੀ ਟਰਾਲੀ ਦੇ ਵਿੱਚ ਪਾਏ ਵੀ ਸਾਨੂੰ ਇੱਕ ਕਾਰਖਾਨਾ ਹੀ ਬਣ ਗਿਆ ਸੀ ਸਾਡਾ ਘਰ ਵੀ ਮੇਰੇ ਡੈਡੀ ਚਾਹੁੰਦੇ ਸੀ ਅਸੀਂ ਹਰ ਕੰਮ ਦੇ ਵਿੱਚ ਐਕਸਪਰਟ ਹੋਈਏ ਹਰ ਕੰਮ ਇਹਨਾਂ ਨੂੰ ਆਉਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਇਹ ਸੀ ਵੀ ਮੇਰੇ ਕਿਤੇ ਪੈਸੇ ਨਾ ਲੱਗ ਜਾਣ ਮੈਨੂੰ ਕਿਤੇ ਕੁਝ ਕਰਵਾਉਣਾ ਨਾ ਪੈ ਜੇ ਹੁਣ ਟਾਇਰ ਬਦਲਨੇ ਸੀ ਮਿਸਤਰੀ ਪੈਸੇ ਲੈਂਦਾ ਸੀ ਉਹ ਘਰ ਹੀ ਸਰਦਾ ਸੀ ਕੰਮ ਸੌਖਾ ਸਾਰ ਗਿਆ। ਹੁਣ ਜਿਵੇਂ ਟਰੈਕਟਰ ਦਾ ਟਾਇਰ ਆ ਉਹਦੇ ਵਿੱਚੋਂ ਹਵਾ ਨਿਕਲ ਗਈ ਹਨਾ ਤੇ ਆਪਾਂ ਹਨਾ ਜਾਣੇ ਦੁਕਾਨ ਤੋਂ ਪਵਾ ਕੇ ਲਿਆਉਣੇ ਆ ਹਨਾ ਜਾਂ ਆਪਾਂ ਟਾਇਰ ਖੋਲ ਕੇ ਲੈ ਜਾਣੇ ਆ ਉਹਨੇ ਕੀ ਕਰਨਾ ਜਿਹੜਾ ਹਵਾ ਵਾਲਾ ਸਾਈਕਲ ਵਾਲਾ ਪੰਪ ਹੁੰਦਾ ਵੀ ਚਲੋ 4 ਜਾਣੇ ਬਾਰੀ ਬੱਟੇ ਭਰੋ ਹਵਾ ਸਾਥੋਂ 3-3 ਘੰਟੇ ਅਸੀਂ ਅੱਧੀ ਦਿਹਾੜੀ ਹਵਾ ਹੀ ਭਰੀ ਜਾਣੀ ਉਹ ਕਿਤੇ ਥੱਲਣ ਦਾ ਨਾਂ ਨਾ ਲੈਂਦਾ ਟਾਇਰ ਹੁਣ ਤੁਸੀਂ ਦੇਖ ਲਓ ਟਰੈਕਟਰ ਦਾ ਪਿਛਲਾ ਟਾਇਰ ਕਿੱਡਾ ਵੱਡਾ ਹੁੰਦਾ ਟਰੈਕਟਰ 'ਚ ਭਰਾਈ ਜਾਣੀ ਮਤਲਬ ਕਿ ਬਿਨਾਂ ਗੱਲ ਤੋਂ ਵੀ ਜਿਹੜੇ ਸਾਡੇ ਲਾਇਕ ਨਹੀਂ ਸੀ ਕੰਮ ਜਿਹੜੇ ਅਸੀਂ ਨਹੀਂ ਸੀ ਕਰ ਸਕਦੇ ਸਾਥੋਂ ਉਹ ਕਰਵਾਏ ਨਾ ਸਾਥੋਂ ਹੋਮਵਰਕ ਪੂਰੇ ਹੋਏ ਅਸੀਂ ਟੀਚਰਾਂ ਤੋਂ ਵੀ ਸਿੱਤਰ ਖਾਂਦੇ ਸੀ ਤੇ ਘਰੋਂ ਵੀ ਅਸੀਂ ਸਿੱਤਰ ਖਾਂਦੇ ਸੀ ਕਿਸੇ ਪਾਸੇ ਜੋਗੇ ਜੇ ਨਾ ਹੋਏ ਸਾਨੂੰ ਐਂ ਲੱਗਦਾ ਸੀ ਸਕੂਲ 'ਚ ਸਾਡਾ ਕੌਨਫੀਡੈਂਸ ਇੰਨਾ ਜ਼ਿਆਦਾ ਘਟ ਗਿਆ ਸੀ ਵੀ ਬਸ ਐਂ ਲੱਗਦੇ ਸੀ ਬੱਚੇ ਤਾਂ ਡਿਫਾਲਟਰ ਨੇ ਲੇਟ ਆਉਂਦੇ ਨੇ ਹੋਮਵਰਕ ਪੂਰਾ ਨਹੀਂ ਕੁਝ ਆਉਂਦਾ ਨਹੀਂ ਨਲਾਇਕ ਸਮਝਦੇ ਸੀ ਸਾਨੂੰ ਕਲਾਸ ਦੇ ਵਿੱਚੋਂ ਵੀ ਸਾਨੂੰ ਨਾ ਟੀਚਰ ਵੀ ਕਹਿੰਦੇ ਵੀ ਤੁਸੀਂ ਮੂਹਰੇ ਬੈਂਚ ਤੇ ਨਹੀਂ ਬੈਠਣਾ ਤੁਸੀਂ ਜਮਾ ਮੰਗਣ ਜਿਹੜੇ ਪ੍ਰਾਈਵੇਟ ਸਕੂਲ ਦੇ ਵਿੱਚ ਹੁੰਦੇ ਸੀ। ਤੇ ਇੱਕ ਵਾਰ ਨਾ ਵੀਰੇ ਮੈਂ ਸੌਦਾ ਲੈਣ ਮੇਰੀ ਮੰਮੀ ਨੇ ਭੇਜਤਾ ਮੇਰਾ ਡੈਡੀ ਘਰੇ ਨਹੀਂ ਸੀਗਾ ਪੈਸੇ ਹੈ ਨਹੀਂ ਸੀ ਸਾਡੇ ਕੋਲੇ ਕਿਉਂਕਿ ਮੇਰੇ ਡੈਡੀ ਕੋਲ ਹੀ ਹੁੰਦੇ ਸੀ ਪੈਸੇ ਤਾਂ ਤੇ ਹਨਾ ਮੈਂ ਸੌਦਾ ਲੈਣ ਵਾਗੀ ਦੁਕਾਨਦਾਰ ਨੇ ਸੌਦਾ ਮੈਂ ਕਿਹਾ ਯਾਰ ਸੌਦਾ ਪਾ ਦੇ ਆਹ ਚੀਜ਼ਾਂ ਪਾ ਦੇ ਉਹਨੇ ਪਾਤੀਆਂ ਸਾਰੀਆਂ ਜੋ ਲਿਫਾਫੇ ਜੋ ਕਹਿੰਦਾ ਪੈਸੇ ਮੈਂ ਕਿਹਾ ਵੀ ਪੈਸੇ ਵੀ 1-2 ਦਿਨਾਂ ਤੱਕ ਦੇ ਦਿਆਂਗੇ ਉਹ ਕਹਿੰਦਾ ਨਹੀਂ ਕਹਿੰਦਾ ਜਦੋਂ ਪੈਸੇ ਆ ਗਏ ਨਾ ਕਹਿੰਦਾ ਦੇ ਉਹਦੀ ਸੌਦਾ ਲੈ ਜਾਓ ਉਹਨੇ ਫੜ ਕੇ ਮੈਂ ਤੋਂ ਸੌਦਾ ਧਰਾ ਲਿਆ ਜਦੋਂ ਮੈਂ ਘਰੇ ਆਈ ਮੰਮੀ ਕਹਿੰਦੀ ਸੌਦਾ ਨਹੀਂ ਲੈ ਕੇ ਆਈ ਮੈਂ ਕਿਹਾ ਵੀ ਮੰਮੀ ਐਂ ਕਰਕੇ ਵੀ ਹਨਾ ਮੈਨੂੰ ਦੁਕਾਨਦਾਰ ਕਹਿੰਦਾ ਵੀ ਉਦੋਂ ਲੈ ਮੰਮੀ ਕਹਿੰਦੀ ਚੱਲ ਕੋਈ ਨਾ ਵੀ ਆਪਾਂ ਗਵਾਂਢੀਆਂ ਤੋਂ ਲੈ ਆਉਣੇ ਆ ਫਿਰ ਹਨਾ ਗਵਾਂਢੀਆਂ ਨੇ ਵੀ ਥੋੜੇ ਦਿਨਾਂ ਬਾਅਦ ਚੋਂ ਅਗਲਾ ਵੀ ਕਹਿ ਦਿੰਦਾ ਹਨਾ ਵੀ ਤੁਹਾਡਾ ਤਾਂ ਰੋਜ਼ ਦਾ ਕੰਮ ਆਗਾ ਹੁੰਦਾ ਸਭ ਕੁਝ ਸੀ 20 ਲੱਖ ਘਰੇ ਪਿਆ ਹੁੰਦਾ ਸੀ ਪਰ ਸਾਨੂੰ ਚਲਾਉਣ ਦੀ ਇਜਾਜ਼ਤ ਨਹੀਂ ਸੀ ਹੁੰਦੀ ਕਿਉਂਕਿ ਫਿਰ ਘਟ ਜਾਣਗੇ ਅਸੀਂ ਪੈਸੇ ਕਿੱਥੋਂ ਪੂਰੇ ਕਰਾਂਗੇ ਇਹਦੇ ਨਾਲ ਤਾਂ ਡੈਡੀ ਕਹਿੰਦੇ ਸੀ ਵੀ ਤੁਸੀਂ ਭੁੱਖੇ ਰਹੋ ਵੀ ਤੁਹਾਡੇ ਲਈ ਤਾਂ ਰੋਟੀ ਬਣੀ ਨਹੀਂ ਹੈਗੀ। ਇੱਕ ਵਾਰ ਨਾ ਮੇਰੀ ਮੰਮੀ ਗਏ ਹੋਏ ਕਿਸੇ ਮਰਗ ਦੇ ਭੋਗ ਤੇ ਉਸ ਤੋਂ ਬਾਅਦ ਜਦੋਂ ਗਈ ਹੋਈ ਤੇ ਮੇਰਾ ਡੈਡੀ ਆਇਆ ਮਤਲਬ ਦੁਪਹਿਰੇ ਕਹਿੰਦਾ ਵੀ ਰੋਟੀ ਖਾਣੀ ਆ ਮਤਲਬ ਸੁੱਖਾ ਬਹੁਤ ਖਾਂਦੇ ਨੇ ਤੇ ਉਸ ਤੋਂ ਬਾਅਦ ਉਹ ਕਹਿੰਦੇ ਰੋਟੀ ਹਨਾ ਮੇਰੀ ਵੱਡੀ ਭੈਣ ਰੋਟੀ ਪਾਉਣ ਲੱਗੀ ਤੇ ਹਨਾ ਮੈਂ ਫੜਾਉਣ ਲੱਗੀ ਰੋਟੀ ਤੇ ਜਦੋਂ ਰੋਟੀ ਫੜਾਉਣ ਮੈਂ ਗੇੜੇ ਲਾਈ ਜਾਵਾਂ ਹਨਾ ਉਹ ਮੇਰੇ ਡੈਡੀ ਤੋਂ ਹੀ ਹੱਥ ਵੱਜਿਆ ਜੱਗ ਦੇ ਵਿੱਚ ਲੱਸੀ ਵਾਲੇ ਦੇ ਵਿੱਚ ਹਨਾ ਉਹ ਥਾਲ ਦੇ ਵਿੱਚ ਸਾਰੀ ਲੱਸੀ ਡੁੱਲ ਗਈ ਤੇ ਹਨਾ ਮੈਨੂੰ ਡੈਡੀ ਕਹਿੰਦਾ ਵੀ ਤੈਨੂੰ ਮੈਂ ਦੇਣਾ ਪਤਾ ਕਹਿੰਦਾ ਤੂੰ ਖੜ ਜਾ ਤੇ ਹਨਾ ਵੀ ਮੈਂ ਡਰ ਗਈ ਮੈਨੂੰ ਪਤਾ ਸੀ ਵੀ ਡੈਡੀ ਪੱਕਾ ਕੁੱਟੂਗਾ ਕਿਉਂਕਿ ਮੰਮੀ ਨੂੰ ਵੀ ਕੁੱਟਦਾ ਸੀ ਪਹਿਲਾਂ ਵੀ ਸਾਨੂੰ ਮਤਲਬ ਉਹ ਕਰਦਾ ਸੀ ਐਂ ਤੇ ਫਿਰ ਅਸੀਂ ਕਿਹਾ ਵੀ ਚੱਲ ਹਨਾ ਮੈਂ ਪ੍ਰਭੂ ਬੋਲਦੀ ਵੀ ਕਹਿੰਦੀ ਤੂੰ ਲੁਕ ਜਾ ਹਨਾ ਵੀ ਮੈਂ ਬਾਥਰੂਮ ਦੇ ਵਿੱਚ ਲੁਕ ਗਈ ਮੈਂ ਕਦੇ ਕਿਤੇ ਲੁਕਾਂ ਕਦੇ ਗਹਾਰਿਆਂ ਵਾਲੇ ਲੁਕਾਂ ਪਰ ਮੈਨੂੰ ਐਂ ਲੱਗਾ ਵੀ ਇਹ ਜਗ੍ਹਾ ਸੇਫ ਨਹੀਂ ਹੈਗੀ ਵੀ ਮੈਂ ਹੋਰ ਕਿਤੇ ਲੁਕਾਂ ਮੈਂ ਨਾ ਜਾ ਕੇ ਸਾਡਾ ਖੇਤ 'ਚ ਘਰ ਆ ਮੈਂ ਬਰਸੀਨ 'ਚ ਲੁਕ ਗਈ ਤੇ ਜਦੋਂ ਬਰਸੀਨ ਉਹ ਮਿੱਧੀ ਗਈ ਜਦੋਂ ਮੈਂ ਮਾਂਗਰ ਦੀ ਲੰਗੀ ਤੇ ਹਨਾ ਜਦੋਂ ਉਹਨੇ ਮੇਰੀ ਮਾਂਗਰ ਜੋ ਮੈਂ ਐਂ ਲੁਕੀ ਪਈ ਮੈਂ ਲਿਟ ਗਈ ਉਹਦੇ ਵਿੱਚ ਜਾ ਕੇ ਵੀ ਮੈਨੂੰ ਦਿਖੂਗੀ ਨਹੀਂ ਹਨਾ ਤੇ ਉਸ ਤੋਂ ਬਾਅਦ ਜਦੋਂ ਮੈਂ ਪੈ ਗਈ ਤੇ ਹਨਾ ਡੈਡੀ ਆਇਆ ਮੇਰੀ ਗੁੱਤ ਫੜ ਲਈ ਮੰਗਰੋ ਆ ਕੇ ਉਹ ਮੈਨੂੰ ਗੁੱਤ ਤੋਂ ਘੜੀਸਦਾ ਹੋਇਆ ਘਰੇ ਲੈ ਕੇ ਗਿਆ ਤੇ ਉਹਨੇ ਕਿ ਬਾਲਾ ਚੱਕ ਕੇ ਜਦੋਂ ਮੇਰੇ ਮਾਰਨ ਲੱਗਿਆ ਆ ਮੇਰੀ ਭੈਣ ਮੇਰੇ ਉੱਤੇ ਡਿੱਗ ਗਈ ਤੇ ਫਿਰ ਉਸ ਤੋਂ ਬਾਅਦ ਉਹਨੇ ਸਾਨੂੰ ਬਹੁਤ ਗੰਦੀਆਂ ਗਾਲਾਂ ਕੱਢੀਆਂ ਤੇ ਫਿਰ ਉਸ ਤੋਂ ਬਾਅਦ ਚਲਾ ਗਿਆ ਘਰੋਂ ਬਸ ਸਿਰਫ ਕਿ ਸਾਥੋਂ ਲੱਸੀ ਡੁੱਲ ਗਈ ਮੰਜੇ ਉੱਤੇ ਲੱਸੀ ਦਾ ਜੱਗ ਟੇਢਾ ਹੋ ਗਿਆ ਤੇ ਉਹਦੇ ਵਿੱਚ ਕੋਈ ਬੱਚਿਆਂ ਨੂੰ ਦੋਸ਼ ਨਹੀਂ ਚੀਜ਼ ਡੁੱਲ ਜਾਂਦੀ ਹੈ ਜਿਹੜਾ ਬੰਦਾ ਕੰਮ ਕਰੂ ਨੁਕਸਾਨ ਵੀ ਉਹਦੇ ਤੋਂ ਹੀ ਹੁੰਦਾ ਜਿਹੜੇ ਬੰਦਾ ਹੱਥ ਬੋਚ ਕੇ ਰੱਖੂ ਨੁਕਸਾਨ ਉਹ ਤੋਂ ਨਹੀਂ ਹੁੰਦਾ। ਅੱਛਾ ਤੇ ਭੈਣੇ ਤੁਸੀਂ ਜਵਾਨ ਹੁੰਨੇ ਹੋ ਹਨਾ ਤੇ ਪਹਿਲਾਂ ਕਬੀਲਦਾਰੀ ਸਾਰੀ ਤੁਹਾਡੇ ਮਾਤਾ ਜੀ ਦੇ ਗੱਲ ਹੁੰਦੀ ਆ ਹਨਾ ਉਹਨਾਂ ਨੇ ਖੇਤਾਂ ਦੇ ਵਿੱਚ ਪਾਣੀ ਤੱਕ ਲਾਉਣਾ ਖੇਤੀ ਸਾਰੀ ਉਹ ਆਪ ਕਰਨ ਲੱਗ ਗਈ ਫਿਰ ਜਦੋਂ ਤੁਸੀਂ ਜਵਾਨ ਹੁੰਨੇ ਹੋ ਤੁਸੀਂ ਦੱਸਦੇ ਹੋ ਕਿ ਫਿਰ ਸਾਡੇ ਗੱਲ ਉਹ ਮਾਂ ਵਾਲੀਆਂ ਜ਼ਿੰਮੇਵਾਰੀਆਂ ਪੈ ਗਈਆਂ ਹਨਾ। ਹਾਂਜੀ ਜਿਵੇਂ ਵੀਰ ਜੀ ਹੁਣ ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਖੇਤਾਂ ਨੂੰ ਪਾਣੀ ਲਾਉਣਾ ਹੁਣ ਅੱਧੀ ਰਾਤ ਆ ਕਦੇ ਹੁਣ ਲਾਈਟ ਲੇਟ ਆਉਂਦੀ ਆ ਕਦੇ ਪਹਿਲਾਂ ਆਉਂਦੀ ਉਹਦੇ ਹਿਸਾਬ ਨਾਲ ਕਿ ਹੁਣ ਮੇਰੀ ਮਾਂ ਗਈ ਉਹ ਤਾਂ ਮੇਰੇ ਡੈਡੀ ਲੜ ਰਹੇ ਨੇ ਘਰੋਂ ਤੇ ਉਹਦੇ ਖੇਤ ਨੂੰ ਪਾਣੀ ਲਾਉਣਾ ਮੈਂ ਆਪਣੇ ਭਰਾ ਨੂੰ ਲੈ ਜਾਣਾ ਛੋਟੇ ਨੂੰ ਨਾਲ ਮੈਨੂੰ ਕਹਿੰਦੀ ਵੀਰੇ ਤੂੰ ਇੱਥੇ ਬਸ ਮੇਰੇ ਕੋਲ ਖੜੇ ਹੀ ਰਹਿ ਮੈਂ ਆਪੇ ਨੱਕੇ ਲਾ ਲੂੰ ਉੱਥੇ ਮੈਂ ਨੱਕੇ ਵੱਢਣੇ ਮੈਨੂੰ ਡਰ ਵੀ ਨਾ ਲੱਗਣਾ ਮੈਂ ਸਿਵਿਆਂ ਦੇ ਵਿੱਚੋਂ ਲੰਘ ਕੇ ਖੇਤ 'ਚ ਜਾਂਦੀ ਸੀ ਰਾਤ ਨੂੰ 11 ਵਜੇ 12 ਵਜੇ ਪਾਣੀ ਵੱਢਣਾ ਹੁਣ ਦੇਖ ਲਓ ਜਦੋਂ ਹੁਣ ਆਪਾਂ ਕੱਦੂ ਦਾ ਪਾਣੀ ਪੂਰਾ ਕਰਨਾ ਹੁਣ ਝੋਨਾ ਲਾਉਣਾ ਕੱਦੂ ਕਰਨਾਗਾ ਵੀ ਪਾਣੀ ਪੂਰਾ ਕਰਨਾ ਪਾਣੀ ਚੱਲ ਰਿਹਾਗਾ ਕਿਸੇ ਦੀ ਮੋਟਰ ਚੱਲਦੀ ਆ ਕੁਛ ਆਪਦੀ ਮੋਟਰ ਚੱਲਦੀ ਹੈਗੀ ਹਨਾ ਕੋਈ ਸੂਏ ਦਾ ਪਾਣੀ ਚੱਲ ਰਿਹਾ ਤਾਂ ਉੱਥੋਂ ਜਾ ਕੇ ਮੈਂ ਆਪ ਪਾਣੀ ਵੱਢਣਾ ਜਾ ਕੇ ਤੇ ਮੈਨੂੰ ਪਤਾ ਹੁੰਦਾ ਸੀ ਵੀ ਇੰਨੇ ਮਿੰਟ ਤੇ ਸਾਡੀ ਵਾਰੀ ਆ ਹੁਣ ਸਾਡੀ ਉਹ ਹੋ ਜੂ ਕਿਤੇ ਕੋਈ ਸਾਡਾ ਪਾਣੀ ਨਾ ਘਰੇ ਕਲੇਸ਼ ਹੋਈ ਜਾਣਾ ਮੈਂ ਆਪਦੇ ਭਰਾ ਦੀ ਉਂਗਲ ਫੜ ਕੇ ਲੈ ਜਾਣਾ ਪਰ ਮੈਨੂੰ ਐਂ ਲੱਗਣਾ ਵੀ ਜਿਵੇਂ ਮੇਰੇ ਨਾਲ ਵੀ ਕੋਈ ਮੇਰਾ ਸਿਕਿਉਰਿਟੀ ਗਾਰਡ ਜਾ ਰਿਹਾ ਹੁੰਦਾਗਾ ਉਹ ਛੋਟਾ ਜਿਹਾ ਹੋਣਾ ਉਹਦੇ ਛੋਟਾ ਜਿਹਾ ਜੂੜਾ ਕੀਤਾ ਹੋਣਾ ਉਹਨੇ ਮੇਰੇ ਨਾਲ ਜਾਣਾ ਜਦੋਂ ਅਸੀਂ ਨਾ ਸਿਵਿਆਂ ਵਿੱਚੋਂ ਦੀ ਲੰਘਣਾ
ਤਾਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਜਾਂਦੇ, ਕਿਉਂਕਿ ਅਸੀਂ ਪਾਠ ਪੂਜਾ ਕਰਨ ਵਾਲੇ ਬੱਚੇ ਸੀਗੇ ਤੇ ਅਸੀਂ ਆਪ ਪਾਠ ਪੂਜਾ ਕਰਦੇ ਸੀ ਤੇ ਸਾਡੇ ਰਟੇ ਹੀ ਪਿਆ ਸੀ ਪਾਠ। ਅੱਛਾ, ਤੁਸੀਂ ਰਾਤ ਨੂੰ 12-12 ਵਜੇ ਤੱਕ ਖੇਤਾਂ ਨੂੰ ਪਾਣੀ ਤੱਕ ਲਾਉਣ ਜਾਂਦੇ ਰਹੇ ਹਾਂ, ਉਹਦੇ ਖੇਤਾਂ ਨੂੰ ਪਾਣੀ ਲਾਉਂਦੇ ਰਹੇ, ਰਾਤ ਨੂੰ ਨੱਕੇ ਵੱਢਦੇ ਰਹੇ ਵੀ ਕਿਆਰਾ ਭਰ ਗਿਆ, ਹੁਣ ਇਹ ਚ ਸੌਂਡਾਂ ਵੱਢਣੀਆਂ ਨੇ, ਹੁਣ ਇਹਦੇ ਵਿੱਚ ਪਾਣੀ ਵੱਢ ਦੋ, ਆਹ ਕਿਆਰਾ ਭਰ ਗਿਆ। ਛੋਟੀਆਂ ਕਿਆਰੀਆਂ ਕਰਕੇ ਰਮਾਉਣਾ, ਫਿਰ ਪਾਣੀ ਥੋੜਾ ਛੇਤੀ ਲੱਗ ਜਾਂਦਾ। ਅੱਛਾ, ਤੇ ਭੈਣੇ ਕਦੇ ਇਹ ਚੀਜ਼ ਦਾ ਡਰ ਨਹੀਂ ਹੋਇਆ ਕਿ ਤੁਸੀਂ ਜਵਾਨ ਹੋ, ਕਿ ਰਾਤ ਨੂੰ ਕੋਈ ਘਟਨਾ ਵੀ ਹੋ ਸਕਦੀ ਹੈ ਤੁਹਾਡੇ ਨਾਲ, ਕੋਈ ਕੁਝ ਹੋਰ ਵੀ ਹੋ ਸਕਦਾ ਹੈ ਨਾ, ਮਾੜੀ ਘਟਨਾਵਾਂ? ਹਾਂਜੀ ਵੀਰ ਜੀ, ਪਰ ਪਤਾ ਹੀ ਹੁੰਦਾ ਅਗਲੇ ਨੂੰ, ਕਿਉਂਕਿ ਤਾੜੀ ਕਦੇ ਵੀ ਇੱਕ ਹੱਥ ਨਾਲ ਨਹੀਂ ਵੱਜਦੀ। ਚਲੋ ਉਹ ਹੁੰਦਾ ਇਦਾਂ ਦਾ, ਪਰ ਪਤਾ ਹੀ ਹੁੰਦਾ ਵੀ ਇਹ ਕੰਮਕਾਰ ਵਾਲੀਆਂ ਕੁੜੀਆਂ ਨੇ, ਇਹਨਾਂ ਦੇ ਘਰ ਦੇ ਹਾਲਾਤ ਕੀ ਨੇ। ਜਿਹੜੇ ਬੱਚਿਆਂ ਨੇ ਸਾਰੀ ਰਾਤ ਜਾਗਦੇ ਰਹਿਣਾ, ਪਤਾ ਹੀ ਹੁੰਦਾ ਸੀ ਵੀ ਇੱਥੇ ਸ਼ਰਾਬੀ ਕਬਾਬੀ ਪਿਓ ਹੋਣਾਗਾ ਇਹਨਾਂ ਦਾ। ਬਾਕੀ ਹਨਾ, ਮੇਰੇ ਡੈਡੀ ਤੋਂ ਵੀ ਲੋਕ ਥੋੜਾ ਡਰਦੇ ਸੀਗੇ। ਅੱਛਾ, ਕਿਉਂਕਿ ਤੇ ਮਤਲਬ ਇੱਕ ਗੱਲ ਤਾਂ ਹੈ ਕਿ ਉਹ ਮਜਬੂਰੀਆਂ ਕਰਕੇ ਤੁਹਾਨੂੰ ਡਰ ਨਹੀਂ ਲੱਗਿਆ ਹਨਾ? ਮਜਬੂਰੀਆਂ ਉਸ ਵਕਤ ਵੀ ਮੇਰੀ ਸਾਡੇ ਘਰੇ ਕਲੇਸ਼ ਨਾ ਪਵੇ, ਫਿਰ ਉਸ ਵਕਤ ਡਰ ਨਹੀਂ ਲੱਗਦਾ ਹੁੰਦਾ। ਕਿਉਂਕਿ ਕਹਿੰਦੇ ਨਹੀਂ ਹੁੰਦੇ ਵੀ ਜਿਗਰਾ ਚਾਹੀਦਾ ਕਿਸੇ ਵੀ ਚੀਜ਼ ਦੇ ਲਈ ਵੀ ਹਨਾ। ਆਪਾਂ ਨਹੀਂ ਕਹਿੰਦੇ ਵੀ ਸਰੀਰ ਨਹੀਂ, ਜਿਗਰੇ ਦੀ ਲੋੜ ਹੁੰਦੀ ਹੈ। ਸਾਨੂੰ ਡਰ ਹੀ ਨਹੀਂ ਸੀ ਰਿਹਾ ਹੈਗਾ, ਨਾ ਤਾਂ ਭੂਤਾਂ ਪ੍ਰੇਤਾਂ ਤੋਂ ਡਰ ਲੱਗਦਾ ਸੀ, ਨਾ ਹੀ ਕਿਤੇ ਸਿਵਿਆਂ ਤੋਂ ਡਰ ਲੱਗਦਾ ਸੀ। ਰਾਮ ਕਰਦੇ ਤੁਰੇ ਜਾਣਾ, ਆਪਦਾ ਕੰਮ ਕਰਕੇ ਫੇਰ ਉੱਥੋਂ ਦੀ ਆ ਜਾਣਾ, ਕਿਉਂਕਿ ਦੂਸਰੇ ਪਾਸੇ ਦੀ ਘਰ ਪਏ ਹੋਏ ਨੇ ਤੇ ਉੱਥੋਂ ਦੀ ਰਸਤਾ ਹੈ ਨਹੀਂ ਸੀ ਸਾਨੂੰ ਜਾਣ ਲਈ, ਤੇ ਸਿਵਿਆਂ ਨੂੰ ਕ੍ਰਾਸ ਕਰਕੇ ਥੋੜਾ ਸ਼ਾਰਟਕੱਟ ਪੈ ਜਾਂਦਾ ਸੀ। ਫੇਰ ਅਸੀਂ ਉੱਥੋਂ ਸੂਏ ਦਾ ਪਾਣੀ ਵੱਢ ਕੇ ਫੇਰ ਵਾਪਸ ਮੁੜੇ ਆਉਂਦੇ ਸੀ। ਅੱਛਾ, ਤੁਸੀਂ ਇੱਕ ਵਾਰ ਸਾਡੀ ਕਹੀ ਰਹਿ ਗਈ, ਮੇਰੇ ਡੈਡੀ ਵੀ ਭੁੱਲ ਗਏ ਕਹੀ, ਸਾਨੂੰ ਕਹਿੰਦੇ ਕਹੀ ਕਿੱਥੇ ਨੇ। ਮੇਰੀ ਮਾਂ ਕਹਿੰਦੀ ਪੁੱਤ ਮੈਂ ਘਰੇ ਕਹੀ ਭਾਲਦੀ ਆ, ਵੀ ਨਹੀਂ ਤਾਂ ਤੇਰਾ ਪਿਓ ਕੁੱਟ ਮਾਰ ਦੂਗਾ ਮੈਨੂੰ। ਕਹਿੰਦੀ ਵੀ ਤੁਸੀਂ ਜਾਓ, ਵੀ ਤੂੰ ਮੁੰਡੇ ਨੂੰ ਲੈ ਜਾ। ਮੇਰਾ ਭਰਾ ਉਦੋਂ 7 ਸਾਲਾਂ ਦਾ ਸੀ। ਕਹਿੰਦੀ ਇਹਨੂੰ ਨਾਲ ਲੈ ਜਾ ਖੇਤਾਂ ਦੇ ਵਿੱਚ ਕਹੀ। ਅਸੀਂ ਭਾਲਦੇ ਗਏ, ਉੱਥੇ ਕੱਦੂ ਦੇ ਵਿੱਚੋਂ ਸਾਨੂੰ ਕਹੀ ਲੱਭੀ। ਅਸੀਂ ਧੋ ਕੇ ਅਸੀਂ ਕਿਹਾ ਡੈਡੀ ਵੀ ਅਸੀਂ ਵੀ ਧਰ ਕੇ ਭੁੱਲ ਗਏ ਸੀ, ਆਹ ਲੈ ਕਹੀ ਤਾਂ ਘਰੇ ਹੀ ਪਈ ਆ। ਅਸੀਂ ਰਾਤ ਨੂੰ ਖੇਤ ਗਏ, ਸਾਡਾ ਖੇਤ ਹੈਗਾ 1 ਕਿਲੋਮੀਟਰ ਦੂਰ, ਦੋਨੇ ਗਏ ਭੈਣ ਭਰਾ, ਭੱਜੇ ਗਏ। ਅਸੀਂ ਕਦੇ ਵੀ ਤੁਰ ਕੇ ਤਾਂ ਜਾਂਦੀ ਨਹੀਂ ਸੀ, ਅਸੀਂ ਭੱਜੀ ਜਾਣਾ ਪੂਰੇ। ਫਿਰ ਆਪਦਾ ਕੰਮ ਕਰਕੇ ਫਿਰ ਵੀ ਕਿਤੇ ਘਰੇ ਨਾ ਕਲੇਸ਼ ਪਿਆ ਹੋਵੇ। ਜਿਵੇਂ ਹਨਾ ਸਾਡੇ ਕਈ ਵਾਰ ਆਟਾ ਨਾ ਹੁੰਦਾ ਹਨਾ, ਤੇ ਆਟਾ ਚੱਕੀ ਤੇ ਡੈਡੀ ਟਾਈਮ ਨਾਲ ਪਿਹਾਉਂਦੀ ਨਹੀਂ ਸੀ, ਤੇ ਆਟਾ ਨਾ ਹੁੰਦਾ, ਤੇ ਉਸ ਤੋਂ ਬਾਅਦ ਹਨਾ ਆਏ ਨਹੀਂ ਸੀ ਵੀ ਹਨਾ ਆਪਾਂ ਘਰੇ ਅਗਲਾ ਜਦੋਂ ਜਵਾਬ ਦੇਣ ਲੱਗ ਜਾਂਦਾ, ਫਿਰ ਆਪ ਸਾਈਕਲ ਲੈ ਕੇ ਜਾਣਾ, ਆਟਾ ਚੱਕੀ ਤੋਂ ਚੱਕ ਕੇ ਆਟਾ ਲਿਆਉਣਾ। ਸਿੱਟੇ ਹੁੰਦੀਆਂ ਸੀ, ਆਪ ਹੀ ਅਸੀਂ ਸਪਰੇਹਾਂ ਕਰ ਲੈਂਦੀਆਂ ਸੀ, ਆਪ ਹੀ ਅਸੀਂ ਰੇਹ ਸਿੱਟ ਲੈਂਦੀਆਂ ਸੀ। ਕੱਖ ਵੀ ਮੈਂ ਆਪ ਬੀਜਦੀ ਰਹੀ। ਮੈਨੂੰ ਹੁਣ ਵੀ ਕਹਿ ਦਿੰਦੇ ਨੇ ਵੀ ਹਨਾ ਚੱਲ ਜਦੋਂ ਤੂੰ ਆਪਦੇ ਵੀ ਤੂੰ ਇੱਥੇ ਆਏਂਗੀ ਪੇਕੇ, ਵੀ ਆ ਬਾਜਰੇ ਦੀ ਸਿੱਟਾ ਦੇ ਜੀ, ਵੀ ਤੇਰੇ ਹੱਥ ਦਾ ਵਧੀਆ ਇਕਸਾਰ ਦਿੰਨੀ ਆ ਤੂੰ। ਮੇਰੇ ਤੇ ਸਾਰੀਆਂ ਜ਼ਿੰਮੇਵਾਰੀਆਂ ਪੈ ਗਈਆਂ ਸੀ। ਸਕੂਲੋਂ ਆ ਕੇ ਹੋਮਵਰਕ ਦਿੰਦੇ ਆ ਬੱਚਿਆਂ ਨੂੰ ਵੀ ਭਾਈ ਹੋਮਵਰਕ ਪੂਰਾ ਕਰੋ, ਪਰ ਨਹੀਂ, ਇਦਾਂ ਦੀ ਕੋਈ ਗੱਲ ਨਹੀਂ ਸੀ। ਅਸੀਂ ਤਾਂ ਹਰਾ ਵੱਢ ਲਓ, ਕੰਮ ਕਰ ਲਓ। ਜਦੋਂ ਮੇਰਾ ਭਰਾ ਥੋੜਾ ਜਿਹਾ ਵੱਡਾ ਹੋਇਆ, ਅਸੀਂ ਸੋਚਿਆ ਵੀ ਹਨਾ ਹੁਣ ਆਪਾਂ ਆਪਦੇ ਭਰਾ ਨੂੰ ਕੰਮ ਲਾਉਣਾ। ਡੈਡੀ ਤਾਂ ਨਹੀਂ ਕਰਦਾ ਹੈਗਾ, ਤੇ ਅਸੀਂ ਆਪਦੇ ਭਰਾ ਨੂੰ ਕੰਮ ਲਾਉਣ ਲਾ ਲਿਆ। ਤੇ ਮੇਰਾ ਭਰਾ ਪੱਠੇ ਵੱਢਣ ਲੱਗ ਗਿਆ, ਤੇ ਮੇਰੇ ਡੈਡੀ ਨੇ ਦੇਖ ਲਿਆ ਪੱਠੇ ਵੱਢਦਾ। ਉਹਨੂੰ ਕਹਿੰਦਾ ਤੂੰ ਕੀ ਕਰਦਾ? ਉਹ ਕਹਿੰਦਾ ਮੈਂ ਪੱਠੇ ਵੱਢਦਾ। ਕਹਿੰਦਾ ਚੱਲ ਤੂੰ, ਕਹਿੰਦਾ ਤੂੰ ਨਹੀਂ ਵੱਢਣੇ ਪੱਠੇ, ਕਹਿੰਦਾ ਇਹ ਆਪੇ ਵੱਢਣਗੀਆਂ ਕੱਖ। ਮੇਰੇ ਭਰਾ ਨੂੰ ਵੀ ਰੋਕਦਾ ਸੀ ਵੀ ਤੂੰ ਨਹੀਂ ਕੰਮ ਕਰਨਾ, ਕੋਈ ਵੀ ਆਪੇ ਕਰਨਗੀਆਂ। ਚਲੋ ਹਨਾ, ਮੈਂ ਇੱਕ ਗੱਲ ਨਾਲ ਆਪਣੇ ਪਿਓ ਦੀ ਵੀ ਸ਼ੁਕਰਗੁਜ਼ਾਰ ਹਾਂ ਵੀ, ਕਿਉਂਕਿ ਇੰਨਾ ਵੀ ਕੋਈ ਐਕਸਪਰਟ ਨਹੀਂ ਹੁੰਦਾ ਕਿ ਜਿਹਨੂੰ ਸਾਰੇ ਕੰਮ ਹੀ ਆਉਂਦੇ ਹੋਣ। ਉਸ ਤੋਂ ਬਾਅਦ ਮੈਂ ਪਾਠ ਪੂਜਾ ਵੀ ਕਰਨੀ, ਨਾਲ ਹੀ ਮੇਰੀ ਮਾਂ ਪਾਠ ਪੂਜਾ ਕਰਨ ਵਾਲੀ ਸੀ, ਇਹਨਾਂ ਨੂੰ ਵੀ ਨਾਲ ਲਾਇਆ, ਛੋਟੇ ਬੱਚਿਆਂ ਨੂੰ ਇਹਨਾਂ ਨੇ ਵੀ ਪਾਠ ਕਰਨਾ, ਰੱਬ ਦਾ ਨਾਮ ਲੈਣਾ। ਫਿਰ ਵੀ ਕਿਸੇ ਨਾ ਕਿਸੇ, ਆਪਾਂ ਕਹਿ ਨਹੀਂ ਦਿੰਦੇ ਵੀ ਇੱਕ ਬੰਦਾ ਆਸ ਦੇ ਸਹਾਰੇ ਜਿਉਂਦਾ ਹੈਗਾ। ਸਾਨੂੰ ਆਸ ਹੁੰਦੀ ਸੀ ਵੀ ਕਦੇ ਤਾਂ ਸਾਡੇ ਨਾਲ ਚੰਗਾ ਹੋਊ, ਕਦੇ ਤਾਂ ਸਾਡੇ ਨਾਲ ਚੰਗਾ ਹੋਊ। ਅਸੀਂ ਰੱਬ ਦਾ ਨਾਮ ਲੈਣਾ, ਗੀਤਾ ਵੀ ਪੜ੍ਹਨੀ, ਰਮਾਇਣ ਵੀ ਪੜ੍ਹਨੀ। ਅਸੀਂ ਕੋਈ ਗ੍ਰੰਥ ਨਹੀਂ ਛੱਡਿਆ ਕਿ ਜਿਹੜਾ ਅਸੀਂ ਨਾ ਪੜ੍ਹਿਆ ਹੋਵੇ। ਜਿਵੇਂ ਵੀਰੇ ਆਪਾਂ ਕਹਿ ਨਹੀਂ ਦਿੰਦੇ ਵੀ ਹਰਨਾਕਸ਼, ਸਾਨੂੰ ਉਹੀ ਸੀਨ ਲੱਗਦਾ ਹੁੰਦਾ ਸੀ ਇੱਕ ਤਰ੍ਹਾਂ ਨਾਲ। ਬਸ ਹਨਾ ਵੀ ਸਾਡਾ ਰੱਬ ਆਊਗਾ, ਕਦੇ ਕ੍ਰਿਸ਼ਨ ਭਗਵਾਨ ਆਉਣਗੇ। ਅਸੀਂ ਵੈਸੇ ਸਿੱਖ ਧਰਮ ਨੂੰ ਮੰਨਦੇ ਆ, ਪਰ ਆਪਾਂ ਕਹਿ ਦਈਏ ਵੀ ਮੈਂ ਸਾਰੇ ਧਰਮਾਂ ਦੀ ਸਤਿਕਾਰ ਕਰਦੀ ਆ। ਜੇ ਮੈਨੂੰ ਮੰਦਿਰ ਦਿਖ ਜੂ, ਮੈਂ ਮੰਦਿਰ ਅੱਗੇ ਵੀ ਸੀਸ ਝੁਕਾ ਲੈਣਾ। ਜੇ ਮੈਨੂੰ ਮਸੀਤ ਦਿਖ ਜੂ, ਮੈਂ ਮਸੀਤ ਅੱਗੇ ਵੀ ਸੀਸ ਝੁਕਾ ਲੈਣਾ। ਮੈਂ ਸਾਰੇ ਦੀ, ਮੈਨੂੰ ਐਸੀ ਕੋਈ ਤਾਂ ਸੁਣੇ, ਪਰ ਮੈਨੂੰ ਨਹੀਂ ਲੱਗਿਆ। ਪਰ ਕਿਸੇ ਵਕਤ ਨਾ ਵੀ ਹਨਾ, ਮੈਂ ਮੰਨਦੀ ਵੀ ਆ ਵੀ ਉਹਨੇ ਸੁਣਿਆ। ਕਈ ਵਾਰ ਪਰਖਦਾ ਹੁੰਦਾ। ਸਾਨੂੰ ਨਾ ਐਂ ਲੱਗਿਆ, ਸਾਨੂੰ ਕਿਸੇ ਨੇ ਸਲਾਹ ਦਿੱਤੀ, ਮਤਲਬ ਕੋਈ ਕਹਿੰਦਾ ਵੀ ਤੁਸੀਂ ਹਨਾ ਡਰਦੀਆਂ ਕਿਉਂ, ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਸੀਂ ਡਰਦੀਆਂ ਕਿਉਂ? ਫਿਰ ਹਨਾ ਵੀ ਫਿਰ ਸਾਨੂੰ ਹਨਾ ਉਸ ਤੋਂ ਬਾਅਦ ਅਸੀਂ ਆਪਦਾ ਹਨਾ ਉਹ ਚੀਜ਼ ਨੂੰ ਹਨਾ, ਮਤਲਬ ਅਸੀਂ ਉਸ ਤੋਂ ਬਾਅਦ ਡੈਡੀ ਤੋਂ ਜੋ ਸਾਨੂੰ ਕਿਸੇ ਨੇ ਐਂ ਕਹਿਤਾ ਵੀ ਹਨਾ ਤੁਸੀਂ ਸਭ ਕੁਝ ਕਰ ਸਕਦੇ ਹੋ, ਖੇਤੀ ਤੁਸੀਂ ਕਰਦੀ ਹੋ, ਇਹ ਪੈਸੇ ਇਹ ਹਾਲ ਖਰਾਬ ਕਰਦਾ, ਘਰੇ ਸੌਦਾ ਇਹ ਨਹੀਂ ਲਿਆਉਂਦਾ। ਫਿਰ ਉਸ ਤੋਂ ਬਾਅਦ ਅਸੀਂ ਨਾ ਐਕਸ਼ਨ ਲੈ ਲਿਆ। ਅੱਛਾ ਭੈਣੇ, ਗੱਲ ਇਹ ਵੀ ਹੁੰਦੀ ਆ ਕਿ ਇਹਨਾਂ ਦੀ ਕੁੜੀਆਂ ਨੇ ਹਨਾ, ਇਹਨਾਂ ਨੂੰ ਦਬਾਲਾਂਗੇ ਅਸੀਂ ਕਿ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਲੈਣਾ, ਜਾਂ ਇਹਨਾਂ ਨੂੰ ਰੋਟੀ ਖਾਣ ਤੱਕ ਨਹੀਂ ਦੇਣੀ ਅਸੀਂ, ਹਨਾ। ਆਲੇ ਦੁਆਲੇ ਦੀ ਲੋਕ ਹੁੰਦੇ ਆ ਸਾਡੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਹੁੰਦੇ ਆ। ਕਦੇ ਤੁਹਾਡੇ ਨਾਲ ਇਹ ਗੱਲਾਂ ਹੋਈਆਂ ਨੇ ਕਿ ਕਦੇ ਕਿਸੇ ਨੇ ਤੁਹਾਨੂੰ ਜ਼ਮੀਨ 'ਚ ਵੜਨ ਤੋਂ ਜਾਂ ਕਦੇ ਪਾਣੀ ਲਾਉਣ ਤੋਂ ਜ਼ਮੀਨ ਤੋਂ ਰੋਕਿਆ ਹੋਵੇ? ਹਾਂ ਵੀਰੇ, ਇੱਕ ਵਾਰ ਨਾ ਤੇ ਹਨਾ ਅਸੀਂ ਗਏ ਖੇਤ, ਉਹ ਕੱਦੂ ਕਰਨਾ ਸੀਗਾ ਤੇ ਝੋਨਾ ਲਾਉਣਾ ਸੀ। ਅਸੀਂ ਤਾਂ ਖੇਤ ਬਾਗੇ ਹਨਾ, ਜੋ ਅਸੀਂ ਨੱਕਾ ਵੱਢਣ ਲੱਗੇ, ਉਹ ਭਾਈ ਨੇ ਆ ਕੇ ਕਹਿੰਦਾ ਤੁਸੀਂ ਨੱਕਾ ਕਿਵੇਂ ਲਾਉਣੀ ਹੋ? ਅਸੀਂ ਕਿਹਾ ਵੀ ਅਸੀਂ ਆਪਦੇ, ਸਾਡਾ ਹਿੱਸਾ ਮੋਟਰ 'ਚ, ਅਸੀਂ ਆਪਦੇ ਵਾਹਣ ਨੂੰ ਪਾਣੀ ਦੇਣਾ, ਅਸੀਂ ਕੱਦੂ ਕਰਨਾ ਗਾ। ਕਹਿੰਦਾ ਨਹੀਂ ਤੁਸੀਂ, ਕਹਿੰਦਾ ਨਹੀਂ ਉਹ ਕਰਨਾ ਹੈਗਾ, ਕਹਿੰਦਾ ਪਾਣੀ ਨਹੀਂ ਲਾਉਣਾ, ਕਹਿੰਦਾ ਤੁਹਾਡੇ ਡੈਡੀ ਨੇ ਕਿਹਾ ਹੋਇਆਗਾ
ਵੀ ਇਹਨਾਂ ਨੂੰ ਖੇਤ 'ਚ ਨਹੀਂ ਵੜਨ ਦੇਣਾ ਹੈਗਾ। ਤੇ ਅਸੀਂ ਉਸ ਤੋਂ ਬਾਅਦ ਹਨਾ ਅਸੀਂ ਮੁੜ ਆਈਆਂ ਕਿਉਂਕਿ ਸਾਡੇ ਕੋਲ ਕੁਝ ਨਹੀਂ ਸੀਗਾ। ਫਿਰ ਅਸੀਂ ਘਰੋਂ ਆ ਕੇ ਹਾਕੀਆਂ ਲੈ ਕੇ ਗਈਆਂ। ਫਿਰ ਉਦੋਂ ਬਾਅਦ 'ਚ ਜਦੋਂ ਹਾਕੀਆਂ ਲੈ ਕੇ ਵਗ ਗਈਆਂ ਅਸੀਂ ਕਿਹਾ ਵੀ ਹੁਣ ਤੂੰ ਸਾਨੂੰ ਨੱਕਾ ਲਾਉਣ ਤੋਂ ਰੋਕੇਗਾ? ਉਹ ਕਹਿੰਦਾ ਵੀ ਉਹ ਪਿੱਛੇ ਹਟ ਗਿਆ। ਫਿਰ ਉਸ ਤੋਂ ਬਾਅਦ ਅਸੀਂ ਆਪਦਾ ਪਾਣੀ ਲਾਇਆ ਤੇ ਅਸੀਂ ਆਪਦਾ ਕੱਦੂ ਕਰਕੇ ਹਨਾ ਝੋਨਾ ਲਾ ਕੇ ਸਭ ਤੋਂ ਪਹਿਲਾਂ ਝੋਨਾ ਲਾਤਾ। ਅੱਛਾ, ਸਭ ਤੋਂ ਪਹਿਲਾਂ ਝੋਨਾ ਤੁਸੀਂ ਲਾ ਸਭ ਤੋਂ ਪਹਿਲਾਂ ਜਦੋਂ ਲੋਕਡਾਊਨ ਸੀ ਉਦੋਂ ਸਾਨੂੰ ਬੰਦੇ ਨਾ ਮਿਲੇ, ਫਿਰ ਅਸੀਂ ਡਿੱਕੇ ਤਾਂ ਹੈ ਨਹੀਂ, ਅਸੀਂ ਕਿਹਾ ਵੀ ਕਿਹਨੂੰ ਡਿੱਕਾਂਗੇ, ਕਦੋਂ ਕਰਾਂਗੇ। ਅਸੀਂ ਪੱਟੇ ਹੀ ਰੇਟ ਵਾਲਾ ਸੀ ਉਦੋਂ ਵੀਰੇ ਝੋਨੇ ਦਾ। ਦਵਾਈ ਦਾ। ਹਾਂਜੀ, ਲਵਾਈ ਦਾ ਰੇਟ ਸੀ ਵੀ ਆਪਣੀ ਹਨਾ ਵੀ ਕਿਉਂਕਿ ਟਿਊਸ਼ਨ ਪੜਾਉਂਦੀਆਂ ਸੀ ਵੀ ਇੰਨੇ ਆਪਾਂ ਖਰਚਾ ਕਿੱਥੋਂ ਕਰਾਂਗੀਆਂ। ਫਿਰ ਉਸ ਤੋਂ ਬਾਅਦ ਅਸੀਂ ਆਪ ਹੀ ਝੋਨਾ ਲਾਤਾ। ਅੱਛਾ ਭੈਣੇ, ਜਦੋਂ ਤੁਸੀਂ ਜਵਾਨ ਹੋਣ ਲੱਗਦੇ ਹੋ ਤਾਂ ਅਕਸਰ ਗੱਲ ਇਹ ਹੁੰਦੀ ਆ ਕਿ ਸਾਡੇ ਘਰ ਦੇ ਚੰਗੇ ਹੋਣ ਜਾਂ ਘਰ ਦੇ ਵਿੱਚ ਚੰਗਾ ਮਾਹੌਲ ਹੋਵੇ ਤਾਂ ਰਿਸ਼ਤਾ ਵੀ ਚੰਗਾ ਦੇਖਿਆ ਜਾਂਦਾ। ਪਰ ਤੁਸੀਂ ਦੱਸਦੇ ਹੋ ਕਿ ਸਾਡੇ ਲਈ ਤਾਂ ਬਹੁਤ ਸਾਰੀਆਂ ਪੁੱਠੀਆਂ ਗੱਲਾਂ ਸਾਡੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਇਹ ਤੱਕ ਕਿਹਾ ਗਿਆ ਕਿ ਇਹ ਤਾਂ ਵਿਆਹ ਨਹੀਂ ਕਰਾਉਣਗੀਆਂ, ਇਹ ਪਹਿਲਾਂ ਹੀ ਭੱਜ ਜਾਣਗੀਆਂ, ਜਾਂ ਇਹ ਨੰਦਾਂ ਤੱਕ ਨਹੀਂ ਪਹੁੰਚਦੇ, ਨੰਦਾਂ ਤੋਂ ਪਹਿਲਾਂ ਹੀ ਕਿਸੇ ਨਾਲ ਭੱਜ ਜਾਣਗੀਆਂ। ਵੀ ਇਹੋ ਜਿਹੀਆਂ ਗੱਲਾਂ ਸਾਡੇ ਬਾਰੇ ਉੱਡੀਆਂ ਹੈ ਨਾ। ਬਹੁਤ ਸਾਰੇ ਲੋਕਾਂ ਨੇ ਸਾਡੇ ਬਾਰੇ ਰਿਸ਼ਤੇ ਵੀ ਬਹੁਤ ਮਾੜੇ ਦੇਖੇ। ਅਸਲ ਦੇ ਵਿੱਚ ਗੱਲ ਕੀ ਸੀ ਵੀਰ ਜੀ, ਜਦੋਂ ਰਿਸ਼ਤੇਦਾਰ ਸਾਡੇ ਲਈ ਕੋਈ ਵੀ ਜਾਂ ਕੋਈ ਰਿਸ਼ਤਾ ਕਰਾਉਂਦਾ ਬਹੁਤ ਜ਼ਿਆਦਾ ਮਾੜੇ ਦਾ, ਕਿਸੇ ਸ਼ਰਾਬੀ ਕਬਾਬੀ ਦਾ ਵੀ ਜਿਹੋ ਜਿਹਾ ਬਾਪ ਆ ਜਾਂ ਜਿਹੋ ਜਿਹੇ ਇਹ ਨੇਗੇ ਵੀ ਉਹੋ ਜਿਹਾ ਕਰਵਾ ਦਿਓ, ਕਿਉਂਕਿ ਕਿਸੇ ਇੱਕ ਇਨਸਾਨ 'ਚ ਕਮੀ ਹੋ ਜਾਂਦੀ। ਅੱਗੇ ਸਾਡੀ ਜ਼ਿੰਦਗੀ ਸੀ, ਅੱਗੇ ਅਸੀਂ ਕੱਟਣਾ ਸੀ ਉਹਨਾਂ ਨਾਲ, ਕਿਉਂਕਿ ਉਹਨਾਂ ਨੇ ਕਹਿਣਾ ਵੀ ਇਹਨਾਂ ਨੇ ਕਿਸੇ ਰਿਸ਼ਤੇ ਨੂੰ ਹਾਂ ਕਿਉਂ ਨਹੀਂ ਕਹਿਣੀ। ਰਿਸ਼ਤੇ ਨੂੰ ਤਾਂ ਅਸੀਂ ਹਾਂ ਤਾਂ ਕਹੀਏ ਜੇ ਸਾਡੇ ਘਰ ਦੇ ਹਾਲਾਤ ਠੀਕ ਹੋਣ, ਸਾਡੀ ਮਾਂ ਖੁਸ਼ ਹੋਵੇ। ਸਾਡੀ ਮਾਂ ਨੂੰ ਤਾਂ ਡੈਡੀ ਵੱਲੋਂ ਕੁੱਟਮਾਰ ਹੁੰਦੀ ਸੀ, ਅਸੀਂ ਵਿਆਹ ਕੇ ਸਾਨੂੰ ਐ ਹੁੰਦਾ ਸੀ ਵੀ ਜੇ ਅਸੀਂ ਚਲੀਆਂ ਗਈਆਂ ਫਿਰ ਤਾਂ ਸਾਡੀ ਮਾਂ ਨੂੰ ਮਾਰ ਹੀ ਦਊਗਾ ਡੈਡੀ। ਤੇ ਉਸ ਤੋਂ ਬਾਅਦ ਕੀ ਹੋਇਆ, ਫਿਰ ਸਾਨੂੰ ਰਿਸ਼ਤੇਦਾਰਾਂ ਨੇ ਰਿਸ਼ਤੇ ਦੱਸਣੇ ਵੀ ਇੱਥੇ ਕਰ ਦਿਓ। ਫਿਰ ਅਸੀਂ ਜਿਸ ਹਿਸਾਬ ਦਾ ਆਪਣਾ ਘਰ ਪਰਿਵਾਰ ਹੁੰਦਾ ਉਸ ਹਿਸਾਬ ਦਾ ਆਪਾਂ ਰਿਸ਼ਤਾ ਵੀ ਭਾਲਦੇ ਹੁੰਦੇ ਆ। ਤੇ ਬਾਕੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਸੀ ਵੀ ਹਨਾ ਅਸੀਂ ਆਪਣੀ ਮਰਜ਼ੀ ਨਾਲ ਜਾਂ ਲਵ ਮੈਰਿਜ ਕਰਵਾਉਣਾ ਚਾਹੁੰਦੇ ਸੀ। ਅਸੀਂ ਮੇਰੀ ਮਾਂ ਤੇ ਭਰਾ ਨੂੰ ਕਹਿਤਾ ਸੀ ਵੀ ਮੰਮੀ ਜਿਹੋ ਜਿਹਾ ਵੀ ਤੁਸੀਂ ਰਿਸ਼ਤਾ ਲੱਭੋਗੇ ਵੀ ਉਹ ਸਾਨੂੰ ਮਨਜ਼ੂਰ ਹੋਊਗਾ, ਜੇ ਨਹੀਂ ਵੀ ਲੱਭੋਗੇ ਤਾਂ ਵੀ ਨਹੀਂ ਸਾਨੂੰ ਮਨਜ਼ੂਰ, ਕਿਉਂਕਿ ਕੰਮ ਕਰਕੇ ਖਾਣਾ, ਸਹੁਰੇ ਵੀ ਆਪਾਂ ਕੰਮ ਕਰਕੇ ਖਾਣਾ ਤੇ ਪੇਕੇ ਵੀ ਕੰਮ ਕਰਕੇ ਖਾਣਾ। ਅੱਛਾ ਭੈਣੇ, ਤੁਸੀਂ ਗੱਲ ਦੱਸਦੇ ਹੋ ਕਿ ਲੋਕਾਂ ਵੱਲੋਂ ਤਾਂ ਇਹ ਗੱਲ ਵੀ ਬਣਾਈ ਗਈ ਕਿ ਨੰਦਾ ਤੱਕ ਵੀ ਨਹੀਂ ਪਹੁੰਚਦੀ ਹੈ ਨਾ, ਉਦੋਂ ਪਹਿਲਾਂ ਹੀ ਫਰਾਰ ਹੋ ਜਾਣਾ ਇਹਨਾਂ ਨੇ, ਵੀ ਇਹੋ ਜਿਹੀਆਂ ਗੱਲਾਂ ਤੱਕ ਵੀ, ਇਹੋ ਜਿਹੀਆਂ ਤੌਹਮਤਾਂ ਤੱਕ ਵੀ ਸਾਡੇ ਉੱਤੇ ਲਾਈਆਂ। ਇੱਕ ਨਾ ਵੀਰੇ ਸਾਡਾ ਖਾਸ ਸੀਗਾ ਕੋਈ, ਤੇ ਉਹ ਕਹਿੰਦਾ ਵੀ ਮੇਰੀ ਮੰਮੀ ਨੂੰ ਕਹਿੰਦਾ ਵੀ ਇਹ ਨੰਦਾਂ ਤੇ ਨਹੀਂ ਬੈਠਦੀਆਂ, ਇੰਗੇਜਮੈਂਟ ਤਾਂ ਤੂੰ ਇਹਨਾਂ ਦੀ ਕਰਤੀ ਪਰ ਇਹ ਵਿਆਹ ਨਹੀਂ ਕਰਾਉਂਦੀਆਂ ਉਹਨਾਂ ਨਾਲ। ਮੇਰੀ ਮੰਮੀ ਕਹਿੰਦੀ ਵੀ ਇਹੋ ਜਿਹੀ ਤਾਂ ਮੇਰੀ ਗੱਲ ਨਹੀਂ ਹੈਗੀ, ਜੇ ਮੇਰੀਆਂ ਕੁੜੀਆਂ ਇਹੋ ਜਿਹੀਆਂ ਹੁੰਦੀਆਂ ਉਹ ਮੈਨੂੰ ਦੱਸ ਦਿੰਦੀਆਂ ਵੀ ਮੇਰੀਆਂ ਕੁੜੀਆਂ ਨੇ ਅੱਜ ਤੱਕ ਮੈਥੋਂ ਕੋਈ ਗੱਲ ਨਹੀਂ ਲੁਕੋਈ। ਫਿਰ ਉਸ ਤੋਂ ਬਾਅਦ ਜਦੋਂ ਸਾਡੀ ਮੈਰਿਜ ਹੋ ਗਈ 1.5 ਮਹੀਨੇ ਬਾਅਦ ਮੈਂ ਆਪਦੇ ਪਿੰਡ ਗਈ ਤਾਂ ਮੈਨੂੰ ਉਹ ਬੰਦਾ ਟੱਕਰਿਆ। ਮੈਂ ਉਹਨੂੰ ਪੁੱਛਿਆ ਵੀ ਅਸੀਂ ਭੱਜੀਆਂ ਤਾਂ ਹੈ ਨਹੀਂ, ਵੀ ਤੂੰ ਆਹ ਗੱਲ ਸਾਡੇ ਬਾਰੇ ਕਹੀ, ਤੂੰ ਆਪਦੀ ਭੈਣ, ਤੇਰੇ ਵੀ ਭੈਣ ਹੈਗੀ, ਤੂੰ ਆਪਦੀ ਭੈਣ ਬਾਰੇ ਕਿਉਂ ਨਾ ਕਹੀ ਇਹ ਗੱਲ ਵੀ ਹੈ ਨਾ। ਫਿਰ ਉਹ ਸ਼ਰਮ ਨਾਲ ਨਾ ਉਹ ਨੀਵੀਂ ਪਾ ਗਿਆ ਤੇ ਉਹਨੂੰ ਬਸ਼ਰਮੀ ਆਈ ਵੀ ਹਾਂ ਮੈਂ ਇਹ ਗੱਲ ਕਿਉਂ ਕਹੀ। ਕਿਉਂਕਿ ਲੋਕਾਂ ਨੂੰ ਇਸ ਗੱਲ ਦੀ ਹੈਰਾਨੀ ਸੀ ਵੀ ਇਹ ਕੁੜੀਆਂ ਅਸਲ ਦੇ ਵਿੱਚ ਵੀਰ ਜੀ ਹੈ ਨਾ ਇਦਾਂ ਦਾ ਕੋਈ ਨਹੀਂ ਸੀ ਵੀ ਅਸੀਂ ਕੋਈ ਲਵ ਮੈਰਿਜ ਕਰਾਉਣੀ ਹੈ ਜਾਂ ਸਾਡਾ ਕੋਈ ਅਫੇਅਰ ਹੋਵੇ। ਅਸੀਂ ਸਾਰੀਆਂ ਭੈਣਾਂ ਹੀ ਸਮਝਦਾਰ ਸੀ। ਪਤਾ ਨਹੀਂ ਸਾਡੀ ਮਾਂ ਦੀ ਰੱਬ ਵੱਲੀ ਸੋਚ ਸੀ ਤੇ ਸਾਡੀ ਵੀ ਇਹੀ ਸੋਚ ਸੀ ਵੀ ਜਿੱਦਾਂ ਦਾ ਘਰ ਦੇ ਭਾਲਣਗੇ, ਜਿਹੋ ਜਿਹਾ ਵੀ ਭਾਲਣਗੇ ਉਹ ਸਾਡੇ ਲਈ ਰਾਜਾ ਹੋਊਗਾ। ਇਹ ਗੱਲਾਂ ਤਾਂ ਹੋਈਆਂ ਜਿੱਦਾਂ ਵੀਰ ਜੀ ਹੈ ਨਾ ਵੀ ਮੇਰਾ ਭਰਾ ਸੀਗਾ ਉਹ ਛੋਟਾ ਸੀ 3 ਭੈਣਾਂ ਤੋਂ, ਇਸ ਕਰਕੇ ਉਹ ਸਾਡਾ ਲਾਡਲਾ ਵੀ ਰਹਿ ਚੁੱਕਿਆ ਹੈਗਾ। ਤੇ ਇੱਕ ਵਾਰ ਉਹਨੂੰ ਕੀ ਹੋਇਆ 5-7 ਉਹਦੇ ਕਲਾਸਮੇਟਾਂ ਨੇ ਘੇਰ ਲਿਆ, ਉੱਥੇ ਡੰਡੇ ਚੱਕੀ ਫਿਰਨ ਮੇਰੇ ਭਰਾ ਨੂੰ ਕੁੱਟਣ ਵਾਸਤੇ। ਕਿਸੇ ਦੀ ਪਰਚੂਨ ਦੀ ਦੁਕਾਨ ਵਿੱਚ ਲੁੱਕ ਕੇ ਡਰ ਕੇ ਵੜ ਗਿਆ, ਸਾਨੂੰ ਫੋਨ ਕਰਤਾ ਕਹਿੰਦਾ ਵੀ ਭੈਣੇ ਐਂ ਕਰਕੇ ਵੀ 7-8 ਮੁੰਡੇ ਨੇ, ਜੇ ਮੈਂ ਨਿਕਲੂੰਗਾ ਮੈਨੂੰ ਕੁੱਟਣਗੇ। ਛੋਟਾ ਜਿਹਾ ਸੀ ਅਸੀਂ ਕੁਛ ਨਹੀਂ ਕੀਤਾ, ਅਸੀਂ ਘਰੋਂ ਹਾਕੀਆਂ ਚੱਕੀਆਂ। ਮੇਰੇ ਕੋਲ ਸਕੂਟਰੀ ਸੀਗੀ ਆਪਦੇ ਕੋਲ, ਮੇਰੀ ਆਪਦੀ ਖਰੀਦੀ ਹੋਈ, ਤੇ ਅਸੀਂ ਸਕੂਟਰੀ ਚੱਕੀ। ਮੋਟਰਸਾਈਕਲ ਵੀ ਮੈਨੂੰ ਆਉਂਦਾ ਹੈਗਾ, ਮੈਂ ਮੋਟਰਸਾਈਕਲ ਲੈ ਲਿਆ, ਆਹ ਦੋਨਾਂ ਨੇ ਸਕੂਟਰੀ ਲੈ ਲਈ। ਅਸੀਂ ਹਾਕੀਆਂ ਚੱਕੀਆਂ, ਚੱਕ ਕੇ ਅਸੀਂ ਜਾ ਕੇ ਅਸੀਂ ਕਿਹਾ ਵੀ ਸਾਡਾ ਭਰਾ ਕਿੱਥੇ ਆ। ਉਹ ਸ਼ੇਰ ਜੇ ਬਣਨ ਲੱਗੇ ਵੀਰੇ ਸਾਡੇ ਮੂਹਰੋਂ। ਫਿਰ ਅਸੀਂ ਰੂੜੀਆਂ ਵਿੱਚ ਦੀ ਕੁੱਟੇ ਵੱਜ ਪੈਂਦੀ ਤੇ ਹਾਕੀ ਪੈਂਦੀ, ਭੱਜ ਗਏ। ਫਿਰ ਜਦੋਂ ਅਸੀਂ ਕਿਹਾ ਮੇਰਾ ਭਰਾ ਉੱਥੇ ਆਉਂਦੇ ਤੋਂ ਫਿਰ ਅਸੀਂ ਉਦੋਂ 10 ਮਿੰਟਾਂ ਬਾਅਦ ਅਸੀਂ ਭਰਾ ਨੂੰ ਘਰੇ ਛੱਡ ਕੇ ਫਿਰ ਅਸੀਂ ਉੱਥੇ ਦੁਬਾਰੇ ਜਾ ਕੇ ਆਈਆਂ। ਮੈਂ ਕਿਹਾ ਅਗਲਾ ਕਹਿਣਾ ਦੇ ਵੀ ਕਿਤੇ ਭੱਜ ਗਏ। ਫਿਰ ਅਸੀਂ ਉਹਨਾਂ ਨੂੰ ਕਿਹਾ, ਕਹਿੰਦਾ ਭੈਣੇ ਵੀ ਗਲਤੀ ਹੋ ਗਈ, ਵੀ ਸਾਨੂੰ ਪਤਾ ਨਹੀਂ ਸੀ ਵੀ ਤੁਹਾਡਾ ਭਰਾ ਸੀਗਾ। ਵੀ ਵੀਰੇ ਜੇ ਪਤਾ ਨਹੀਂ ਸੀ ਵੀ ਸਾਡਾ ਭਰਾ ਹੈਗਾ ਵੀ ਚੱਲ ਹੁਣ ਤਾਂ ਤੈਨੂੰ ਪਤਾ ਲੱਗ ਗਿਆ ਵੀ ਪਤਾ ਸਭ ਹੁੰਦਾ ਹੈਗਾ, ਜਵਾਕ ਨੂੰ ਤੁਸੀਂ ਘੇਰ ਦਿਓਗੇ। ਸਾਨੂੰ ਲਾਡ ਲਈ ਇੰਨਾ ਸੀ ਵੀ ਅਸੀਂ ਸੋਚਦੇ ਨਹੀਂ ਸੀ ਵੀ ਇਹ ਸਹੀ ਆ ਗਲਤ ਆ, ਅਸੀਂ ਆਪਦੇ ਭਰਾ ਦੀ ਖਾਤਰ ਤਾਂ ਐਕਸ਼ਨ ਤੇ ਐਕਸ਼ਨ ਲੈਣੇ। ਹਾਂਜੀ ਵੀਰ ਜੀ, ਇਦਾਂ ਦੀਆਂ ਗੱਲਾਂ, ਸਭ ਤੋਂ ਜ਼ਿਆਦਾ ਗੱਲਾਂ ਹੀ ਇਦਾਂ ਦੀਆਂ ਹੁੰਦੀਆਂ ਸੀ। ਜਿੱਦਾਂ ਕਿ ਹੈ ਨਾ ਅਸੀਂ ਖੇਤੀ ਕਰਨਾ, ਉਹਨਾਂ ਨੇ ਕਹਿ ਦੇਣਾ ਵੀ ਹੈ ਨਾ ਇਹ ਖੇਤੀ ਕਰਦੀਆਂ ਚੰਗੀਆਂ ਨਹੀਂ ਲੱਗਦੀਆਂ। ਸ਼ਾਇਦ ਉਹਨਾਂ ਨੂੰ ਐਂ ਸੀ ਵੀ 4 ਦਾਣੇ ਇਹਨਾਂ ਦੇ ਢੋਲ 'ਚ ਪੈ ਜਾਂਦੇ ਨੇਗੇ, ਸ਼ਾਇਦ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਤਕਲੀਫ ਸੀ। ਜੇ ਹੁਣ ਆਪਣੇ ਡੈਡੀ ਦੀ ਗੱਲ ਕਰ ਲਵਾਂ, ਹੁਣ ਕਣਕ ਵੱਢਣ ਤੇ ਆ, ਹੁਣ ਪਤਾ ਵੀ 2 ਦਿਨ ਪਹਿਲਾਂ ਕੰਬਾਈਨ ਲੱਗਣੀ ਆ, ਡੈਡੀ ਨੇ ਕਣਕ ਨੂੰ ਪਾਣੀ ਲਾ ਦੇਣਾ, ਕਣਕ ਨੇ ਡਿੱਗ ਪੈਣਾ। ਅਸੀਂ ਉਹੀ ਪਾਣੀ ਕਿਸੇ ਹਾਲੀ ਕੱਢਣਾ, ਕਿਸੇ ਉਹ ਹੁਣ ਵੀ ਕਿਸੇ ਅਗਲਾ ਵੀ ਨਹੀਂ ਕੱਢਣ ਦਿੰਦਾ ਆਪਦੇ ਵਾਹਣ 'ਚ, ਅਗਲੇ ਨੇ ਵੀ ਆਪਦੀ ਮੂਹਰੇ ਵੱਢਣੀ ਹੁੰਦੀ ਹੈਗੀ। ਤੇ ਲੋਕਾਂ ਨੇ ਇਹੀ ਗੱਲਾਂ ਕਰਨੀਆਂ ਵੀ ਇਹਨਾਂ ਨੂੰ ਬਹੁਤ ਖੁੱਲ੍ਹ ਦਿੱਤੀ ਹੋਈ ਆ, ਕਈਆਂ ਚੱਕੀ ਫਿਰਦੀਆਂ ਨੇ। ਕੁੜੀਆਂ ਤਾਂ ਮਤਲਬ ਕਿ ਪਰਦੇ ਦੇ ਅੱਗੇ ਚੰਗੀਆਂ ਲੱਗਦੀਆਂ ਨੇ। ਇਹ ਹੁਣ ਖੇਤੀ ਤਾਂ ਵੀਰ ਜੀ ਸਾਹਮਣੇ ਹੀ ਹੋਊਗੀ, ਖੇਤ ਦੇ ਵਿੱਚ ਹੀ ਹੋਊਗੀ, ਸਭ ਦੇ ਸਾਹਮਣੇ ਹੋਊਗੀ। ਉਹ ਕੋਈ ਰਸੋਈ 'ਚ ਵੜ ਕੇ ਤਾਂ ਆਪਾਂ ਟਰੈਕਟਰ ਚਲਾ ਨਹੀਂ ਸਕਦੇ ਨਾ,
ਉਹੀ ਗੱਲ ਆ ਵੀ ਹਨਾ ਲੋਕਾਂ ਨੇ ਇਹ ਗੱਲਾਂ ਕਰਨੀਆਂ ਵੀ ਇਹਨਾਂ ਨੂੰ ਬਹੁਤ ਖੁੱਲ੍ਹ ਮਿਲੀ ਹੋਈ ਆ, ਵੀ ਇਹ ਥੋੜੀਆਂ ਕਿ ਚਾਂਬਲੀਆਂ ਹੋਈਆਂ ਨੇਗੀਆਂ ਹਨਾ। ਤੇ ਬਸ ਲੋਕਾਂ ਨੂੰ ਇਹੀ ਤਕਲੀਫ ਸੀ ਵੀ 4 ਦਾਣੇ ਖਾ ਲੈਂਦੇ ਨੇ, ਵੀ ਘਰ ਥੋੜਾ ਹਿੱਲ ਨਹੀਂ ਰਿਹਾ ਹੈਗਾ, ਵੀ ਸ਼ਾਇਦ ਇਹ ਬਸ ਕਿਉਂ ਰਹੇ ਨੇ ਇੱਥੇ। ਤੇ ਪਿੰਡ ਦੇ ਵਿੱਚ ਕੁਝ ਲੋਕ ਚੰਗੇ ਵੀ ਸੀ ਤੇ ਕੁਝ ਮੰਦੇ ਵੀ ਸੀ, ਲੋਕਾਂ ਕੁਝ ਨੇ ਨੇ ਸਾਥ ਵੀ ਬਹੁਤ ਅੱਟੇ ਦਿੱਤਾ। ਸੱਟੇ ਕਰਨ ਲਈ ਵੀ ਬਹੁਤ ਕਿਹਾ ਵੀ ਹਾਂ ਤੁਸੀਂ ਸਾਨੂੰ ਆਹ ਘਰ ਛੱਡ ਦਿਓ ਤੇ ਆਹ ਵਾਹਣ ਛੱਡ ਦਿਓ, ਕਿਉਂਕਿ ਸਾਡਾ ਵਾਹਣ ਪਲਾਟਾਂ ਦੇ ਵਿੱਚ ਆ, ਤੇ ਵੀ ਹਾਂ ਤੁਸੀਂ ਹੋਰ ਕਿਤੇ ਚਲੇ ਜਾਓ। ਅਸੀਂ ਕਿਹਾ ਵੀ ਨਹੀਂ, ਸਾਡਾ ਜੱਦੀ ਵਾਹਣ ਅਸੀਂ ਨਹੀਂ ਛੱਡਦੇ। ਜਿੰਨਾ ਟਾਈਮ ਮੇਰੇ ਡੈਡੀ ਦੇ ਨਾਮ ਪ੍ਰਾਪਰਟੀ ਆ, ਅਸੀਂ ਖੰਡਿਆਉਣੀ ਨਹੀਂ, ਜੇ ਸਾਨੂੰ ਸਾਂਭਣੀ ਨਹੀਂ ਆਉਂਦੀ ਤਾਂ ਅਸੀਂ ਖੰਡਿਆਉਣੀ ਵੀ ਹੈ ਨਹੀਂ। ਜਿਸ ਵਕਤ ਮੇਰਾ ਭਰਾ ਵੱਡਾ ਹੋਏ ਉਹਦਾ ਫੈਸਲਾ ਹੋਊ, ਉਹਨੇ ਪਲਾਟ ਕੱਟਣੇ ਆ, ਉਹਨੇ ਜ਼ਮੀਨ ਕਰਨੀ ਆ, ਜਾਂ ਫਿਰ ਮੇਰੇ ਡੈਡੀ ਦਾ ਫੈਸਲਾ ਹੋਊਗਾ ਵੀ ਅਸੀਂ ਖੰਡਿਆਉਣਾ ਨਹੀਂ ਚਾਹੁੰਦੇ, ਸਾਥੋਂ ਪੈਸੇ ਨਾ ਸਾਂਭਲੇ, ਸਾਡੀ ਇੰਨੀ ਸਿਆਣਪ ਨਹੀਂ ਹੈਗੀ, ਅਸੀਂ ਛੋਟੀਆਂ, ਵੀ ਜਦੋਂ ਹਨਾ ਅਸੀਂ ਮੇਰਾ ਭਰਾ ਵੱਡਾ ਹੋ ਗਿਆ, ਉਹ ਸੰਭਾਲਣ ਦੇ ਕਾਬਲ ਹੋ ਗਏ, ਵੀ ਉਦੋਂ ਆਪੇ ਖੰਡਿਆਉਣ ਚਾਹੇ ਰੋਲਣ, ਉਹਨਾਂ ਦੀ ਪ੍ਰਾਪਰਟੀ ਹੋ, ਪਰ ਮੇਰੇ ਦਾਦੇ ਦੀ ਜ਼ਮੀਨ ਆ ਅਸੀਂ ਸਾਂਭ ਕੇ ਰੱਖਣੀ ਆ ਜਿਸ ਤਰ੍ਹਾਂ ਮੇਰੇ ਦਾਦੇ ਨੇ ਰੱਖੀ ਆ। ਅੱਛਾ ਭੈਣੇ, ਤੁਹਾਡਾ ਰਿਸ਼ਤਾ ਦੇਖ ਕੇ ਜਾਂਦੇ ਆ, ਉਹ ਵਕਤ ਦਾ ਕੀ ਕਿੱਸਾ ਹੁੰਦਾ ਹੈਗਾ? ਰਿਸ਼ਤਾ ਤਾਂ ਤੁਹਾਡੇ ਲਈ ਦੇਖਣ ਆਏ ਹੁੰਦੇ ਆ ਤੇ ਨਾਲ ਇਹਨਾਂ ਦਾ ਵੀ ਹੋ ਜਾਂਦਾ, ਤੁਸੀਂ ਇੱਕੋ ਘਰ ਦੋਨੇ ਵਿਆਹੀਆਂ ਜਾਂਦੀਆਂ, ਉਹ ਕੀ ਗੱਲ ਹੁੰਦੀ ਹੈ ਸਾਰੀ? ਹਾਂਜੀ ਵੀਰ ਜੀ, ਜਿੱਦਾਂ ਸਾਡੀ ਮੈਰਿਜ ਆ ਜਿਹੜੀ, ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਵਾਂ, ਅਰੇਂਜ ਮੈਰਿਜ ਆ ਸਾਡੀ। ਅਸੀਂ ਦੋਨੋਂ ਭੈਣਾਂ, ਸਾਡੇ ਲਈ ਬਹੁਤ ਰਿਸ਼ਤੇ ਆਉਂਦੇ, ਕਦੇ ਮੁੰਡਾ ਨਾ ਪਸੰਦ ਆਉਣਾ, ਸਾਨੂੰ ਨਾ ਪਸੰਦ ਆਉਣਾ, ਕਦੇ ਸਭ ਤੋਂ ਜ਼ਿਆਦਾ ਹੁੰਦਾ ਵੀ ਕੋਈ 10 ਲੱਖ ਮੰਗਦਾ, ਕੋਈ 20 ਲੱਖ ਮੰਗਦਾ, ਸਾਡਾ ਮੂੰਹ ਹੀ ਮੁੜ ਜਾਣਾ ਉਸ ਗੱਲ ਤੋਂ। ਚਾਹੇ ਅਸੀਂ ਉਹ ਚੀਜ਼ ਕਰ ਸਕਦੇ ਸੀ, ਲੋਕਾਂ ਦੇ ਮੂੰਹ ਭਰ ਸਕਦੇ ਸੀਗੇ ਵੀ ਹਾਂ ਅਸੀਂ ਦਾਜ ਦੇ ਦਿੰਦੇ, ਪਰ ਸਾਨੂੰ ਇਹ ਹੁੰਦਾ ਸੀ ਵੀ ਕੱਲ ਨੂੰ ਇਹਨਾਂ ਨੇ, ਲੋਕਾਂ ਨੇ ਸਾਨੂੰ ਤੰਗ ਕੀਤਾ, ਅਸੀਂ ਕਿਸੇ ਭੁੱਖੇ ਨੰਗਾਂ ਦੇ ਘਰੇ ਚਲੀਆਂ ਗਈਆਂ, ਅੱਜ ਦਾਜ ਮੰਗਦੇ ਨੇ, ਜਿਹੜੇ ਅੱਜ ਮੂੰਹੋਂ ਮੰਗਦੇ ਨੇ ਉਹ ਕੱਲ ਨੂੰ ਵੀ ਮੰਗਣਗੇ। ਉਸ ਤੋਂ ਬਾਅਦ ਕੀ ਹੋਇਆ, ਸਾਨੂੰ ਰਿਸ਼ਤਾ ਆਇਆ ਇਦਾਂ ਹੀ ਕਰਕੇ, ਮੇਰੇ ਹਸਬੈਂਡ ਦੀ ਮੈਨੂੰ ਫੋਟੋ ਦਿਖਾਈ ਗਈ, ਮੈਂ ਕਿਹਾ ਵੀ ਮੁੰਡਾ ਵਧੀਆ ਹੈਗਾ। ਉਸ ਦਿਨ ਸਾਡੇ ਗੈਸ ਵੀ ਸਿਲੰਡਰ ਮੁੱਕਿਆ ਹੋਇਆ ਸੀ, ਮੈਂ ਚੁੱਲ੍ਹੇ ਤੇ ਪੂਰੀ ਖਿੱਚ ਕੇ ਚਾਹ ਕੀਤੀ। ਉਹ ਕਹਿੰਦੇ ਵੀ ਮੁੰਡੇ ਦੀ ਫੋਟੋ ਦੇਖ ਲਾ ਵਿਚੋਲੇ, ਕਹਿੰਦੇ ਮੈਂ ਕਿਹਾ ਕੋਈ ਨਾ ਦੇਖੀ ਪਈ ਆ ਵੀ ਜਿਹੋ ਜਿਹਾ ਹੈਗਾ ਮੰਮੀ ਨੂੰ ਦਿਖਾ ਦਿਓ। ਮੈਨੂੰ ਔਖ ਜੀ ਹੋ ਗਈ ਵੀ ਸਿਲੰਡਰ ਮੁੱਕਿਆ ਪਿਆ, ਮੈਂ ਚੁੱਲ੍ਹੇ ਦੇ ਫੁੱਕਾ ਮਾਰੀ ਜਾ ਰਹੀ ਹਾਂ, ਪਰ ਮੈਨੂੰ ਪਤਾ ਨਹੀਂ ਸੀ ਵੀ ਮੇਰਾ ਰਿਸ਼ਤਾ ਬਣ ਜੂਗਾ। ਤੇ ਉਦੋਂ ਬਾਅਦ ਕੀ ਹੋਇਆ, ਮੇਰੇ ਮਾਮਾ ਜੀ ਆਏ ਰਿਸ਼ਤਾ ਦੇਖਣ, ਮੇਰੇ ਮਾਮਾ ਜੀ ਨੇ ਰਿਸ਼ਤਾ ਦੇਖਿਆ, ਤੇ ਉਸ ਤੋਂ ਬਾਅਦ ਮੇਰੇ ਮਾਮਾ ਜੀ ਨੇ ਪੁੱਛਿਆ ਇਹਨਾਂ ਨੂੰ ਵੀ ਕਿੰਨੇ ਬੇਟੇ ਨੇ ਤੁਹਾਡੇ? ਇਹ ਕਹਿੰਦੇ 2 ਬੇਟੇ ਨੇ। ਮੇਰੇ ਮਾਮਾ ਜੀ ਕਹਿੰਦੇ ਵੀ ਚਲੋ 2 ਬੇਟੇ ਨੇ, ਕਹਿੰਦੇ ਵੀ ਛੋਟਾ ਕਹਿੰਦੇ ਉਹ ਖੇਤ ਨੇ, ਅਸਲ ਦੇ ਵਿੱਚ ਹਨਾ ਇਹ ਖੇਤੀ ਕਰਦੇ ਨੇਗੇ, ਮੇਰੇ ਜਿੱਦਾਂ ਵੀ ਮੇਰੀ ਲੋ ਫੈਮਿਲੀ ਹੈਗੀ, ਸਹੁਰਿਆਂ ਦਾ ਪਰਿਵਾਰ ਇਹ ਖੇਤੀ ਕਰਦੇ ਨੇ, ਇਹ ਉਹ ਵਿਚਾਰਾ ਖੇਤ ਹੋਣਾਗਾ। ਤੇ ਉਹ ਉਦੋਂ ਬਾਅਦ ਕਹਿੰਦੇ ਵੀ ਮੇਰੇ ਮਾਮਾ ਜੀ ਕਹਿੰਦੇ ਕੋਈ ਗੱਲ ਨਹੀਂ, ਵੀ ਤੁਸੀਂ ਸਾਨੂੰ ਫੋਟੋ ਭੇਜ ਦਿਓ ਇੱਕ ਵਾਰ, ਵੀ ਹਨਾ ਕੀ ਪਤਾ ਗੱਲ ਬਣੀ ਜਾਵੇ, ਪਤਾ ਨਹੀਂ ਇਹਨਾਂ ਦੇ ਸੰਜੋਗ ਵਧੀਆ ਸੀ, ਆਪਾਂ ਕੁਝ ਨਹੀਂ ਕਹਿ ਸਕਦੇ। ਉਸ ਤੋਂ ਬਾਅਦ ਇਹ ਸਾਨੂੰ ਦੇਖਣਗੇ, ਬਹੁਤ ਸਾਦੇ ਢੰਗ ਨਾਲ ਸਾਡੀ ਇੰਗੇਜਮੈਂਟ ਹੋਈ, ਇਹਨਾਂ ਨੇ ਸਾਨੂੰ ਦੇਖਿਆ, ਤੇ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਇਹਨਾਂ ਦੀ ਕੋਈ ਡਿਮਾਂਡ ਨਹੀਂ ਸੀ, ਕਹਿੰਦੇ ਸਾਨੂੰ ਕੁਝ ਵੀ ਨਹੀਂ ਚਾਹੀਦਾ। ਦੇਖਣ ਗਏ ਸੀ, ਵਿਆਹ ਮੇਰਾ ਐ ਹੋ ਗਿਆ, ਤੇ ਹਨਾ ਮਤਲਬ ਮੇਰੇ ਮਾਮਾ ਜੀ ਫਿਕਸ ਕਰ ਗਏ ਸਾਡਾ ਰਿਸ਼ਤਾ। ਫਿਰ ਵੱਡਿਆਂ ਦਾ ਗੱਲ ਮੋੜੀ ਵੀ ਨਹੀਂ ਜਾਂਦੀ। ਇਹ ਕਹਿੰਦੀ ਵੀ ਤੂੰ ਪੁੱਛ ਕੇ ਆ ਵੀ ਹਨਾ ਵੀ ਕਿੱਦਾਂ ਦਾ ਉਹਨਾਂ ਦਾ ਪਰਿਵਾਰ ਆ, ਕਿਹੋ ਜਿਹਾ ਘਰ-ਬਾਰ ਆ। ਮੈਂ ਕਿਹਾ ਵੀ ਚੱਲ ਮੈਂ ਪੁੱਛਣੀ ਵੀ ਮੇਰਾ ਕਿਹੜਾ ਵਿਆਹ ਗਾ, ਚੱਲ ਵੀ ਮੈਂ ਪੁੱਛਣੀ। ਮੈਂ ਕਿਹਾ ਵੀ ਹਾਂ ਮਾਮਾ ਜੀ ਕਿਵੇਂ ਆ, ਤੇ ਕਹਿੰਦੇ ਵੀ ਤੇਰਾ ਵੀ ਨਾਲ ਹੀ ਪਾ ਵੜਦਾ। ਤੇ ਮੈਂ ਕਿਹਾ ਵੀ ਮੈਨੂੰ ਉੱਥੇ ਨਾ ਵੱਡਾ ਤੋਂ ਉੱਠਣਾ ਔਖਾ ਹੋ ਗਿਆ, ਵੀ ਮੈਂ ਇੰਨੀ ਬਜ਼ਰਮ ਹੋ ਗਈ। ਫਿਰ ਮੈਂ ਉਹਨਾਂ ਨਾਲ ਦੁਬਾਰੇ ਗਈ, ਫਿਰ ਮੈਂ ਦੁਬਾਰੇ ਮੈਂ ਕਿਹਾ ਵੀ ਹਾਂ ਤੁਸੀਂ ਆਏ ਹੋ ਕਿਵੇਂ ਮੇਰੀ ਮੈਰਿਜ ਫਿਕਸ ਕਰਾਈ, ਤੁਸੀਂ ਮੈਂ ਤਾਂ ਪੁੱਛਿਆ ਨਹੀਂ ਹੈਗਾ, ਜਾਂ ਫਿਰ ਹਨਾ ਵੀ ਮੈਨੂੰ ਤੁਸੀਂ ਮੁੰਡਾ ਵੀ ਫੋਟੋ ਵੀ ਨਹੀਂ ਦਿਖਾਈ ਹੈਗੀ ਹਨਾ, ਵੀ ਮੈਨੂੰ ਦਿਖਾਓ ਹਨਾ। ਤੇ ਫਿਰ ਉਦੋਂ ਬਾਅਦ ਚ ਹਨਾ ਫੋਟੋ ਭੇਜੀ, ਫਿਰ ਵੀ ਮੈਂ ਹਨਾ ਇੰਗੇਜਮੈਂਟ ਵਾਲੇ ਦਿਨ ਤੱਕ ਲੜਦੀ ਰਹੀ ਹਾਂ ਘਰੇ ਵੀ ਹਾਂ ਕਰਵਾਉਣਾ ਨਹੀਂ ਹੈਗਾ, ਵੀ ਮੈਂ ਛੋਟੀ ਆ। ਫਿਰ ਵੀ ਪਰ ਮੈਨੂੰ ਇੰਨਾ ਵਧੀਆ ਲੱਗਿਆ ਵੀ ਮੇਰੇ ਹਸਬੈਂਡ ਇੰਗੇਜਮੈਂਟ ਤੋਂ ਬਾਅਦ 9 ਮੰਥ ਸਾਡੇ ਵਿਆਹ ਦੇ ਵਿੱਚ ਪਏ, ਤੇ ਉਸ ਤੋਂ ਬਾਅਦ ਹਨਾ ਅਸੀਂ ਖੁਦ ਹੀ, ਸਾਨੂੰ ਮਹਿਸੂਸ ਹੀ ਨਹੀਂ ਸੀ ਹੋ ਰਿਹਾ ਵੀ ਇਹ ਸਾਡਾ ਵਿਆਹ ਗਾ। ਸਾਨੂੰ ਤਾਂ ਐਵੇਂ ਲੱਗਦਾ ਸੀ ਵੀ ਸਾਡੇ ਪੋਤੇ ਪੋਤੀਆਂ ਦਾ ਵਿਆਹ ਹੋ ਰਿਹਾ, ਜਿਸ ਹਿਸਾਬ ਨਾਲ ਸਾਡੇ ਸਿਰ ਤੇ ਜ਼ਿੰਮੇਵਾਰੀਆਂ ਸੀ ਹਨਾ। ਕਹਿੰਦੇ ਨਹੀਂ ਹੁੰਦੇ ਵੀ ਉੱਥੇ ਫਿਕਰ ਸੀਗਾ ਲੋਕਾਂ ਨੂੰ, ਕੁੜੀਆਂ ਨੂੰ ਹੁੰਦਾ ਵੀ ਟਿੱਕਾ ਲਾ ਲਈਏ, ਟੌਪਸ ਪਾ ਲਈਏ ਹਨਾ, ਮਹਿੰਦੀਆਂ ਲਾ ਲਈਏ। ਸਾਨੂੰ ਇਹ ਫਿਕਰ ਸੀ ਵੀ ਗੁਲਾਬ ਜਾਮਣ ਹੀ ਨਾ ਘੱਟ ਜਾਣ, ਜਿੱਦਾਂ ਆਪਾਂ ਕਹਿ ਦਿੰਦੇ ਆ ਵੀ ਸਾਰਾ ਕੁਝ ਪੂਰਾ ਆ ਵੀ ਪੂਰਾ ਸਾਰਾ ਕੁਝ ਆਪ ਅਰੇਂਜ ਕਰਨਾ ਬਹੁਤ ਵੱਡੀ ਗੱਲ ਹੁੰਦੀ ਆ। ਹੁਣ ਆਰਾਮ ਨਾਲ ਵਿਆਹ ਕਰਨਾ ਹੋਵੇ ਘਰੇ, ਕੋਈ ਵੀ ਪ੍ਰੋਬਲਮ ਆ ਆਰਾਮ ਨਾਲ ਕਰ ਸਕਦੇ ਆਂਗੇ, ਕਿਉਂਕਿ ਉਨੇ ਕਿ ਆਪਾਂ ਐਕਸਪਰਟ ਹੋ ਚੁੱਕੇ ਆ। ਅੱਛਾ, ਆਪਦੇ ਵਿਆਹ ਤੇ ਇਹ ਫਿਕਰ ਸੀ ਕਿਉਂਕਿ ਸਮਾਨ ਨਾ ਘਟ ਜੇ, ਵੀ ਕਿਉਂਕਿ ਸਮਾਨ ਜਿੰਨਾ ਮਰਜ਼ੀ ਵੱਧ ਪਕਾਇਆ ਹੋਵੇ, ਪਰ ਫਿਰ ਵੀ ਹੁੰਦਾ ਵੀ ਆ ਨਾ ਘਟ ਜੇ, ਰਿਸ਼ਤੇਦਾਰੀ ਨਾਲ ਰੁੱਸ ਕੇ ਵਗ ਜਾਣ, ਆ ਨਾ ਹੋ ਜੇ, ਬਹੁ ਨਾ ਹੋ ਜੇ। ਮੇਰੀ ਮਾਂ ਨੇ ਅੱਗੇ ਮੇਰੀ ਮਾਂ ਨੂੰ ਚਾ ਚੜਿਆ ਹੋਇਆ ਵੀ ਹਨਾ ਚਲੋ ਵਿਆਹ ਗਾ। ਮੈਂ ਜਦੋਂ ਮੇਰਾ ਵਿਆਹ ਸੀ, ਵਿਆਹ ਤੋਂ ਬਾਅਦ ਡੋਲੀ ਵੇਲੇ ਮੈਂ ਨਹੀਂ ਰੋਈ, ਇਹ ਤਾਂ ਬਹੁਤ ਰੋਈ, ਛੋਟੀ ਸੀ ਤਾਂ ਪਹਿਲਾਂ ਵੀ, ਬਸ ਮੈਨੂੰ ਤਾਂ ਇਹ ਸੀ ਵੀ ਚਲੋ ਮੇਰਾ ਖੜਾ ਸੁੱਟ ਗਿਆ, ਸ਼ਾਇਦ ਵੀ ਮੇਰੀ ਜ਼ਿੰਦਗੀ ਬਦਲ ਜੂਗੀ। ਤੇ ਬਦਲੀ ਵੀ ਮੇਰੀ ਜ਼ਿੰਦਗੀ। ਕੀ ਬਾਤ ਹੈ। ਤੇ ਇਹ ਪਰਿਵਾਰ ਤੁਹਾਨੂੰ
ਚੰਗਾ ਪਰਿਵਾਰ ਮਿਲਿਆ। ਬਹੁਤ ਜ਼ਿਆਦਾ ਚੰਗਾ ਪਰਿਵਾਰ ਮਿਲਿਆ ਇਹਨਾਂ ਦੀ, ਹਨਾ ਓਪਨ, ਜਿਵੇਂ ਆਪਾਂ ਕਹਿ ਦਈਏ ਓਪਨ ਮਾਈਂਡਡ ਸੋਚ ਆ ਇਹਨਾਂ ਦੇ, ਵਿਚਾਰ ਬਹੁਤ ਉੱਚੇ ਨੇਗੇ। ਜਿੱਦਾਂ ਸਾਨੂੰ ਕਦੇ ਆਪਣੇ ਪਿਓ ਦਾ ਪਿਆਰ ਨਹੀਂ ਮਿਲਿਆ, ਮੇਰੇ ਸਹੁਰਾ ਸਾਹਿਬ ਨੇਗੇ ਉਹ ਸਾਨੂੰ ਧੀਆਂ ਵਾਂਗੂ ਪਿਆਰ ਕਰਦੇ ਆ। ਕੁਝ ਵੀ ਲਿਆਉਣਾ ਅਸੀਂ, ਕੁਝ ਵੀ ਡੈਡੀ ਜੀ ਸਾਨੂੰ ਆਹ ਲਿਆ ਦਿਓ, ਡੈਡੀ ਜੀ ਸਾਨੂੰ ਉਹ ਲਿਆ ਦਿਓ, ਉਹਨਾਂ ਨੇ ਸਾਨੂੰ ਹਮੇਸ਼ਾ ਹਰ ਇੱਕ ਚੀਜ਼ ਲਿਆ ਕੇ ਦੇਣੀ ਆ। ਤੇ ਇਹਨਾਂ ਦੀ ਵੀ ਕੋਈ ਭੈਣ ਨਹੀਂ ਹੈਗੀ ਜਿੱਦਾਂ ਮੇਰੇ ਹਸਬੈਂਡ ਤੇ ਦਿਓਰ ਨੇ, ਇਹ 2 ਮੁੰਡੇ ਹੀ ਨੇਗੇ ਇਹਨਾਂ ਦੇ। ਜਿਹੜੀ ਮੇਰੀ ਸੱਸ ਹੈਗੀ ਉਹ ਵੀ ਸਾਨੂੰ ਬਹੁਤ ਪਿਆਰ ਕਰਦੀ ਹੈ, ਕਿਉਂਕਿ ਉਹਦੇ ਆਪਣੇ ਤਾਂ ਧੀ ਹੈ ਨਹੀਂ, ਉਹਨੂੰ ਅਸੀਂ ਹੀ ਆਪਣੀਆਂ ਧੀਆਂ ਲੱਗਦੇ ਆ। ਉਹਨੇ ਕਦੇ ਸਾਡੇ ਨਾਲ ਹੱਥ ਕੱਢ ਕੇ ਲੜਾਈ ਨਹੀਂ ਕੀਤੀ ਤੇ ਨਾ ਹੀ ਅਸੀਂ ਲੜਾਈ ਕੀਤੀ ਆ, ਕਿਉਂਕਿ ਸਾਡੇ ਫੈਮਿਲੀ ਦੇ ਵਿੱਚ ਇਦਾਂ ਹੈ ਹੀ ਨਹੀਂਗਾ ਵੀ ਹਨਾ ਵੀ ਹਾਂ ਸੱਸ ਨੂੰ ਆ ਜਾਂ ਇਹ ਮਾਵਾਂ ਧੀਆਂ ਵਾਲੀ ਪਿਓ ਧੀ ਵਾਲੀ ਗੱਲ ਆ। ਅੱਛਾ, ਉਹ ਗੱਲ ਸੀ ਕਿ ਸਾਨੂੰ ਜਿਵੇਂ ਇਸ ਮੇਰਾ ਜੇਠ ਆ, ਮਰਦ ਤੋਂ ਡਰ ਲੱਗਦਾ ਸੀ ਹਨਾ, ਕਿ ਮਰਦ ਜਾਤ ਜਦੋਂ ਮੇਰਾ ਵਿਆਹ ਹੋਇਆ ਮੈਨੂੰ ਕੋਈ ਖੁਸ਼ੀ ਨਹੀਂ ਸੀ ਕਿ ਮੇਰਾ ਵਿਆਹ ਹੈਗਾ, ਕਿਉਂਕਿ ਕੁਝ ਤਾਂ ਜ਼ਿੰਮੇਵਾਰੀਆਂ ਸਿਰ ਸੀ, ਕੁਝ ਆਪਣੇ ਪਿਓ ਤੋਂ ਹੀ ਭਰੋਸਾ ਉੱਠ ਚੁੱਕਿਆ ਸੀ। ਹਾਲਾਤ ਦੇਖ ਕੇ ਮੈਨੂੰ ਮਰਦ ਲੋਕ ਹੀ ਵਧੀਆ ਨਹੀਂ ਸੀ ਲੱਗਦੇ ਹੈਗੇ। ਤੇ ਉਸ ਤੋਂ ਬਾਅਦ ਜਦੋਂ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਹੌਲੀ ਹੌਲੀ ਮੇਰੀ ਸੋਚ ਚੇਂਜ ਹੋਈ ਵੀ ਹਨਾ ਇਹਨਾਂ ਦੀ ਵੀ ਸੋਚ ਚੰਗੀ ਹੋ ਸਕਦੀ ਹੈ, ਜਿਹੜੇ ਬੰਦੇ ਨੇ ਉਹ ਵੀ ਚੰਗੇ ਇਨਸਾਨ ਹੋ ਸਕਦੇ ਨੇਗੇ। ਕਿਉਂਕਿ ਆਪਣੇ ਡੈਡੀ ਵੱਲ ਦੇਖ ਕੇ ਤਾਂ ਮੈਨੂੰ ਇਹੀ ਚੀਜ਼ਾਂ ਲੱਗਦੀਆਂ ਸੀ ਵੀ ਨਹੀਂ, ਵੀ ਬਸ ਵੀ ਰੱਬ ਨੇ ਬੰਦੇ ਬਣਾ ਕੇ ਬਹੁਤ ਵੱਡੀ ਗਲਤੀ ਕੀਤੀ ਆ। ਉਸ ਤੋਂ ਬਾਅਦ ਮੇਰੀ ਹੌਲੀ ਹੌਲੀ ਸੋਚ ਚੇਂਜ ਹੋਈ, ਸਾਡਾ ਪਿਆਰ ਵੱਧਦਾ ਗਿਆ ਹੌਲੀ ਹੌਲੀ। ਮੈਂ ਇੰਨੀ ਜ਼ਿਆਦਾ ਖੁਸ਼ ਹਾਂ ਵੀ ਪਰਿਵਾਰ ਦੇ ਵਿੱਚ ਮੈਂ ਕਹਿੰਦੀ ਹੁੰਦੀ ਰੱਬ ਨੂੰ ਵੀ ਰੱਬਾ ਮੇਰੀ ਉਮਰ ਲੰਬੀ ਕਰ ਦੇ। ਪਹਿਲਾਂ ਮੈਂ ਕਹਿੰਦੀ ਸੀ ਨਾ ਵੀ ਰੱਬਾ ਬਸ ਮੈਨੂੰ ਚੱਕ ਲਾ, ਵੀ ਮੈਂ ਬਹੁਤ ਦੁੱਖ ਦੇਖਦੀ ਹਾਂ। ਹੁਣ ਮੈਂ ਕਹਿ ਰਹੀ ਹਾਂ ਵੀ ਹਨਾ ਮੇਰੀ ਉਮਰ ਲੰਬੀ ਕਰ ਦੇ, ਵੀ ਹਨਾ ਵੀ ਮੈਨੂੰ ਆਹ ਪਰਿਵਾਰ ਦੁਬਾਰਾ ਨਹੀਂ ਮਿਲਣਾ। ਕਿਆ ਬਾਤ। ਮੈਂ ਅਗਲੇ ਜਨਮ ਦੇ ਵਿੱਚ ਮੈਂ ਨਹੀਂ ਚਾਹੁੰਦੀ ਵੀ ਮੈਂ ਜੇ ਛੇਤੀ ਜਾਊਂਗੀ ਤਾਂ ਅਗਲਾ ਜਨਮ ਲਊਂਗੀ, ਫਿਰ ਮੈਂ ਹੋਰ ਕਿਤੇ ਵਿਆਹ ਮੈਂ ਕਰਵਾਉਣਾ ਹੀ ਨਹੀਂ ਚਾਹੁੰਦੀ। ਮੈਨੂੰ ਆਪਣੇ ਸਹੁਰੇ ਪਰਿਵਾਰ ਨਾਲ ਇੰਨਾ ਪਿਆਰ ਆ। ਅਸੀਂ ਇੱਕ ਵਾਰ ਜਦੋਂ ਮੈਰਿਜ ਤੋਂ ਬਾਅਦ ਫਸਟ ਟਾਈਮ ਖੇਤ ਗਈਆਂ ਤੇ ਉਸ ਤੋਂ ਬਾਅਦ ਮੇਰੇ ਹਸਬੈਂਡ ਜਿਹੜੇ ਉੱਥੇ ਤੂੜੀ ਕਰ ਰਹੇ ਸੀਗੇ ਤੇ ਤੂੜੀ ਕਰੀ ਜਾਂਦੇ, ਸਾਡਾ ਡਰਾਈਵਰ ਵੀ ਸੀ ਉੱਥੇ। ਤੇ ਹਨਾ ਮੈਂ ਕਿਹਾ ਵੀ ਹਨਾ ਵੀ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਰੋਟੀ ਖਾ ਲਓ ਤੁਸੀਂ ਤੇ ਵੀ ਮੈਨੂੰ ਟਰੈਕਟਰ ਫੜਾ ਦਿਓ ਵੀ ਮੈਂ ਕਰੂੰਗੀ ਤੂੜੀ। ਉਹ ਕਹਿੰਦੇ ਹਾਂ ਵੀ ਅਸੀਂ ਕਿਹਾ ਵੀ ਮੇਰੇ ਹਸਬੈਂਡ ਵੀ ਕੋਲ ਹੀ ਸੀਗੇ ਵੀ ਮੈਂ ਕਿਹਾ ਵੀ ਮੈਂ ਕਰੂੰਗੀ। ਉਹ ਕਹਿੰਦੇ ਵੀ ਹਨਾ ਮੇਰੇ ਹਸਬੈਂਡ ਕਹਿੰਦੇ ਨਹੀਂ ਤੈਨੂੰ ਆਉਂਦਾ ਨਹੀਂ ਹੈਗਾ। ਵੀ ਮੈਂ ਕਿਹਾ ਵੀ ਤੂੰ ਟੈਨਸ਼ਨ ਨਾ ਲੈ, ਵੀ ਮੈਂ ਆਪੇ ਕਰ ਦੂੰਗੀ, ਤੈਨੂੰ ਕਰਕੇ ਦਿਖਾ ਦਿੰਦੀ ਹਾਂ, ਯਕੀਨ ਨਹੀਂ ਹੈਗਾ। ਫਿਰ ਉਸ ਤੋਂ ਬਾਅਦ ਡਰਾਈਵਰ ਤਾਂ ਕੁਝ ਬੋਲਿਆ ਨਹੀਂ ਹੈਗਾ ਤੇ ਉਹ ਵਿਚਾਰਾ ਉੱਤਰ ਗਿਆ ਟਰੈਕਟਰ ਤੋਂ। ਫਿਰ ਉਸ ਤੋਂ ਬਾਅਦ ਅਸੀਂ ਟਰੈਕਟਰ ਤੇ ਚੜ੍ਹ ਕੇ ਅੱਧੀ ਟਰਾਲੀ ਤੂੜੀ ਦੀ ਬਣਾਤੀ ਇਹਨਾਂ ਦੇ ਰੋਟੀ ਖਾਂਦੇ ਖਾਂਦੇ। ਅੱਛਾ, ਉਹਨਾਂ ਟਾਈਮ ਅਸੀਂ ਤੂੜੀ ਦੀ ਟਰਾਲੀ ਅੱਧੀ ਬਣਾਤੀ ਜਿੰਨਾ ਟਾਈਮ ਇਹ ਰੋਟੀ ਖਾਂਦੇ ਸੀ। ਉਹ ਕਹਿੰਦੇ ਵੀ ਤੁਹਾਨੂੰ ਵੱਟਾਂ ਦਾ ਨਹੀਂ ਪਤਾ, ਵੀ ਵੱਟਾਂ ਆਉਣਗੀਆਂ ਵੀ ਹਨਾ। ਅਸੀਂ ਕਿਹਾ ਕੋਈ ਗੱਲ ਨਹੀਂ ਲਿਫਟ ਚੱਕ ਦਾਂਗੇ ਜਦੋਂ ਵੱਟਾਂ ਆ ਗਈਆਂ। ਕਹਿੰਦੇ ਵੀ ਐਂ ਕਰਕੇ ਵੀ ਕਰ ਲਓਗੀਆਂ ਦੂਰ ਬਹਿ ਕੇ, ਕਹਿੰਦੇ ਅੱਜ ਦੇਖੀ ਜਾਊ ਕੁਛ ਨਹੀਂ ਹੁੰਦਾ। ਉਸ ਤੋਂ ਬਾਅਦ ਮੇਰੇ ਸਹੁਰਾ ਸਾਹਿਬ ਆਏ ਹਨਾ ਤੇ ਉਹ ਟਰਾਲੀ ਪਵਾਉਣ, ਉਹ ਕਹਿੰਦੇ ਟਰਾਲੀ ਇਸ ਆਪੇ ਪਵਾ ਦਾਂਗੇ ਅਸੀਂ ਟਰਾਲੀ ਕੋਈ ਨਾ ਤੁਸੀਂ ਰੋਟੀ ਖਾਓ ਅਸੀਂ ਕੰਮ ਕਰਾਂਗੇ ਸਾਰਾ। ਫਿਰ ਮੇਰੇ ਡੈਡੀ ਆਏ, ਟਰਾਲੀ ਬਦਲਣੀ ਸੀ, ਤੂੜੀ ਦੀ ਭਰੀ ਹੋਈ ਟਰਾਲੀ ਡੈਡੀ ਲੈ ਗਏ, ਉਹ ਅਸੀਂ ਕੱਢਤੀ, ਦੂਜੀ ਟਰਾਲੀ ਅਸੀਂ ਚੇਂਜ ਕਰ ਲਈ। ਇਹ ਕਹਿੰਦੇ ਵੀ ਟਰਾਲੀ ਤਾਂ ਪਵਾ ਦਿਓ। ਮੈਂ ਕਿਹਾ ਜਦੋਂ ਅਸੀਂ ਮਸ਼ੀਨ ਹੀ ਚਲਾ ਲਈ ਟਰਾਲੀ ਪਾਉਣੀ ਪਿੱਛੇ ਰਹਿ ਗਈ। ਅਸੀਂ ਟਰਾਲੀ ਪਵਾ ਕੇ ਤੋਰਤੀ, ਡੈਡੀ ਘਰੇ ਆ ਗਏ ਟਰਾਲੀ ਲੈ ਕੇ। ਮੰਮੀ ਕਹਿੰਦੀ ਆ ਗਈਆਂ ਤੁਸੀਂ? ਅਸੀਂ ਕਿਹਾ ਹਾਂ ਮੰਮੀ ਅਸੀਂ। ਮੰਮੀ ਕਹਿੰਦੀ ਫੜਾਈਆਂ ਰੋਟੀ? ਅਸੀਂ ਕਿਹਾ ਹਾਂ ਰੋਟੀ ਵੀ ਫੜਾਈਆਂ ਤੇ ਮਸ਼ੀਨ ਵੀ ਚਲਾਈਆਂ। ਤੇ ਵੀ ਕਹਿ ਦਿੰਦੇ ਨੇ ਹਾਂ। ਕਿਸੇ ਨੇ ਇੱਕ ਵਾਰ ਮਜ਼ਾਕ 'ਚ ਕਿਹਾ ਸੀ ਮੇਰੇ ਹਸਬੈਂਡ ਨੂੰ ਵੀ ਹਨਾ ਵੀ ਡਰਾਈਵਰ ਤਾਂ ਤੁਸੀਂ ਪੱਕੇ ਹੀ ਲੈ ਆਂਦੇ, ਵੀ ਹਨਾ ਵੀ ਟਰੈਕਟਰ ਚਲਾਉਣ ਵਾਲੇ। ਜਦੋਂ ਅਸੀਂ ਵੀਡੀਓ ਅਪਲੋਡ ਕੀਤੀ ਸੀ ਵੀ ਤੁਸੀਂ ਡਰਾਈਵਰ ਨਾ ਰੱਖਿਆ ਕਰੋ ਤੂੜੀ ਵਾਲੀ ਤੇ, ਵੀ ਹਨਾ ਵੀ ਕਰਾ ਦਿੰਦੀਆਂ ਨੇਗੀਆਂ ਕੰਮ। ਤੁਹਾਡਾ ਭੈਣ ਹੋਰਾਂ ਨਾਲ ਰਿਸ਼ਤਾ ਹੁੰਦਾ ਹਨਾ, ਕਿਵੇਂ ਨਿਭ ਰਿਹਾ ਇਸ ਵਕਤ ਰਿਸ਼ਤਾ? ਬਾਈ ਵਧੀਆ, ਅੱਛਾ, ਪੂਰਾ ਵਧੀਆ ਨਿਭ ਰਿਹਾ ਵੀਰੇ। ਅੱਛਾ। ਤੇ ਬਾਈ ਤੁਸੀਂ ਭੈਣ ਹੋਰੀ ਇਹ ਗੱਲ ਵੀ ਦੱਸਦੇ ਆ ਕਿ ਤੁਸੀਂ ਜਦੋਂ ਇਹਨਾਂ ਨੂੰ ਦੇਖਣ ਵੀ ਗਏ ਤੁਸੀਂ ਇਹ ਗੱਲ ਵੀ ਕਹਿੰਦੇ ਹੋ ਕਿ ਅਸੀਂ ਸਿਰਫ ਫੋਟੋ ਹੀ ਦੇਖੀ, ਅਸੀਂ ਵਿਚੋਲੇ ਨੂੰ ਇਹ ਗੱਲ ਕਹਿਤੀ ਸੀ ਕਿ ਅਸੀਂ ਜਾਵਾਂਗੇ ਕੁੜੀ ਨੂੰ ਨਾ ਨਹੀਂ ਕਰਕੇ ਆਵਾਂਗੇ, ਜਿਵੇਂ ਦੀ ਵੀ ਮਰਜ਼ੀ ਹੋਈ ਫੋਟੋ 'ਚ ਅਸੀਂ ਦੇਖ ਲਾਂਗੇ ਇੱਕ ਵਾਰ, ਵੀ ਨਾ ਨਹੀਂ ਕਰਕੇ ਆਉਣੀ, ਉਹਨੂੰ ਵਿਆਹ ਕੀ ਲੈ ਕੇ ਆਉਣਾ। ਵੀਰੇ ਆਪਣੀ ਪਹਿਲਾਂ ਦੀ ਸੋਚ ਇਹੀ ਜੀ ਸੀ ਨਾ। ਅਸੀਂ ਨੇ ਐਂ ਸੋਚਿਆ ਸੀ ਪਹਿਲਾਂ, ਅਸੀਂ ਉਰੇ ਵੀ ਆਪਦੀ ਕਬੀਲਦਾਰੀ ਆਪ ਹੀ ਕਰਦੇ, ਦੋਨੇ ਭਰਾ ਵਧੀਆ ਖੇਤੀ ਕਰਦੇ, ਵਧੀਆ ਸੈੱਟ ਸੀ ਸਾਡਾ ਕੰਮ। ਸਾਨੂੰ ਬਸ ਕੋਈ ਦਾਜ ਦੂਜ ਦਾ ਨਹੀਂ ਸੀ, ਸਾਨੂੰ ਬਸ ਇੰਨਾ ਕੁ ਸੀ ਵੀ ਕੁੜੀਆਂ ਜਿਵੇਂ ਅਸੀਂ ਕੰਮ ਕਰਦੇ ਹਾਂ, ਕੁੜੀਆਂ ਕੋਈ ਸਮਝਦਾਰ ਆ ਜਾਣ, ਕਬੀਲਦਾਰੀ ਚੱਕਣ ਵਾਲੀ ਆ ਜਾਣ। ਤੇ ਵੀਰੇ ਸਾਨੂੰ ਇਹਨਾਂ ਕੁੜੀਆਂ ਦੀ ਫੋਟੋ ਦਿਖਾਤੀ ਤੇ ਅਸੀਂ ਕੁੜੀਆਂ ਫੋਟੋ ਦੇ ਪਸੰਦ ਕਰਤੀਆਂ। ਸਾਨੂੰ ਵਿੱਚ ਬੰਦੇ ਕਹਿੰਦੇ ਨਾ ਵੀ ਇਹਨਾਂ ਨੇ ਟਾਈਮ ਰੱਖਤਾ ਵੀ ਉੱਥੇ ਅੰਗੇਜਮੈਂਟ ਕਰਾਂਗੇ ਬਰਨਾਲੇ, ਤੇ ਅਸੀਂ ਅੰਗੇਜਮੈਂਟ ਕਰਾਉਣ ਚਲੇ ਗਏ। ਤੇ ਇਹਨਾਂ ਵਿੱਚ ਬੰਦੇ ਕਹਿੰਦੇ ਵੀ ਉਹਨਾਂ ਦਾ ਕੁੜੀਆਂ ਦਾ ਪਿਓ ਐ ਆ, ਜੇ ਆ ਵੋ ਆ। ਅਸੀਂ ਆਖਿਆ ਵੀ ਨਹੀਂ, ਅਸੀਂ ਕੁੜੀਆਂ ਜਦੋਂ ਹੁਣ ਦੇਖਣ ਵਗ ਹੀ ਗਏ ਤਾਂ ਅਸੀਂ ਸ਼ਗਨ ਪਾ ਕੇ ਆਵਾਂਗੇ। ਉਹਨਾਂ ਦਾ ਪਿਓ ਜਿਹੋ ਜਿਹਾ ਮਰਜ਼ੀ। ਸਾਨੂੰ ਵੀਰੇ ਪਿਓ ਦਾ ਅੰਗੇਜਮੈਂਟ ਤੋਂ ਬਾਅਦ ਪਤਾ ਲੱਗਿਆ, ਉਹ ਵੀ ਸਾਡੇ ਰਿਸ਼ਤੇਦਾਰਾਂ ਨੇ ਜਦੋਂ ਫੋਟੋਆਂ ਦੇਖੀਆਂ ਉਹ ਕਹਿੰਦੇ ਕੁੜੀ ਦਾ ਪਿਓ। ਸਾਨੂੰ ਵੀਰੇ ਇੱਥੇ ਤੱਕ ਵੀ ਨਹੀਂ ਸੀ ਪਤਾ ਅੰਗੇਜਮੈਂਟ ਕਰਾਉਣ ਕੁੜੀ ਦਾ ਪਿਓ ਹੈਗਾ ਜਾਂ ਨਾ ਹੈਗਾ। ਅੱਛਾ, ਤੁਸੀਂ ਉਹ ਚੀਜ਼ ਦੀ ਕੋਈ ਇਤਰਾਜ਼ ਵੀ ਨਹੀਂ ਜਤਾਇਆ? ਨਾ ਵੀਰੇ, ਆਪਾਂ ਨੂੰ ਇਹ ਚੰਗੇ ਮਿਲ ਗਏ, ਆਪਾਂ ਇਹਨਾਂ ਦੇ ਪਿਓ ਤੋਂ ਕੀ ਲੈਣਾ ਸੀਗਾ। ਅੱਛਾ, ਇੱਕ ਉਹ ਗੱਲ ਵੀ ਬਾਈ ਤੁਸੀਂ ਦੱਸਦੇ ਹੋ ਬਹੁਤ ਚੰਗੀ ਲੱਗੀ ਮੈਨੂੰ ਉਹ ਗੱਲ ਤੁਹਾਡੀ, ਕਿ ਤੁਸੀਂ ਇਹ ਗੱਲ ਕਹਿਤੀ ਸੀ ਕਿ ਅਸੀਂ ਦਾਜ ਦਾ ਕੁਝ ਵੀ ਨਹੀਂ ਲੈਣਾ, ਆਪਦੇ ਘਰ 'ਚ ਲੈ ਕੇ ਨਹੀਂ ਕੁਝ ਵੀ ਨਹੀਂ ਲੈਤਾ ਵੀਰੇ। ਇਹਨਾਂ ਨੂੰ ਐ ਵੀ ਕਿਹਾ ਸੀਗਾ ਵੀ ਇੱਕ ਲੱਡੂ ਤੱਕ ਵੀ ਤੁਸੀਂ ਘਰੇ ਨਹੀਂ ਪਕਾਉਣਾ, ਸਭ ਖਰਚਾ ਅਸੀਂ ਕਰਾਂਗੇ। ਅੱਛਾ, ਹਾਂ।
ਕੀ ਬਾਤ ਹੈ ਬਾਈ। ਤੇ ਇਹ ਤਾਂ ਤੁਹਾਡੀ ਬਈ ਦਾਤ ਦੇਣੀ ਬਣਦੀ ਹੈ। ਤੇ ਅੱਜ ਇਹ ਦੋਨੇ ਭੈਣਾਂ ਅਸਲ ਸਾਡੇ ਸਮਾਜ ਦੀ ਇਹ ਗੱਲ ਹੁੰਦੀ ਹੈ ਨਾ ਕਿ ਦੋਨੇ ਭੈਣਾਂ ਇੱਕ ਘਰ ਦੇ ਵਿੱਚ ਵਿਆਹਣੀਆਂ ਨਹੀਂ ਚਾਹੀਦੀਆਂ ਹਨਾ, ਇੱਕ ਤਾਂ ਕਲੇਸ਼ ਜ਼ਿਆਦਾ ਰਹਿੰਦਾ ਹੈਗਾ। ਫਿਰ ਇੱਥੇ ਇਹ ਗੱਲ ਤਾਂ ਨਹੀਂ ਹੋਈ? ਪਤਾ ਕੀ ਹੈ, ਪਹਿਲਾਂ ਤਾਂ ਅਸੀਂ 2 ਭਰਾ, ਸਾਡਾ ਵੀ ਪਿਆਰ, ਇਹ ਵੀ 2 ਭੈਣਾਂ, ਇਹਨਾਂ ਦਾ ਵੀ ਆਪ ਦੀ ਪਿਆਰ। ਬਾਕੀ ਬਾਈ ਜਿੱਥੇ 2 ਭਾਂਡੇ ਹੋਣਗੇ ਉੱਥੇ ਤਾਂ ਮਾੜੇ ਮੋਟੇ ਕੱਢਦੇ ਰਹਿਣਗੇ। ਕੀ ਬਾਤ। ਮੈਨੂੰ ਨਾ ਵੀਰੇ ਇੰਨੇ ਵਧੀਆ ਹਸਬੈਂਡ ਮਿਲੇ ਨੇ, ਮੈਂ ਆਪਦੇ ਹਸਬੈਂਡ ਬਾਰੇ ਦੱਸਦੀ ਹਾਂ। ਤੇ ਹਨਾ ਜੇ ਮੈਨੂੰ ਬੁਖਾਰ ਵੀ ਚੜ ਜੂ, ਜੇ ਕੋਈ ਡਾਕਟਰ ਤੋਂ ਗੋਲੀ ਲੈ ਕੇ ਆਊਗਾ ਨਾ, ਫਿਰ ਇਹ ਆਏ ਨਹੀਂ ਹੈ ਨਾ ਵੀ ਹਾਂ ਵੀ ਹਨਾ ਸਿੱਧੀ ਗੋਲੀ ਵੀ ਮੈਨੂੰ ਗੋਲੀ ਖਾ ਲਾ। ਪਹਿਲਾਂ ਗੂਗਲ ਤੋਂ ਸਰਚ ਕਰਨੀ, ਉਹਦੀ ਐਕਸਪਾਇਰ ਡੇਟ ਚੈੱਕ ਕਰਨੀ ਆ, ਸਾਰਾ ਕੁਝ ਚੈੱਕ ਕਰਕੇ ਫਿਰ ਮੈਨੂੰ ਗੋਲੀ ਦੇਣੀ ਆ। ਕੀ ਬਾਤ ਹੈ ਬਈ। ਤੇ ਤੁਹਾਡੀ ਮਿਹਨਤ ਹੈ ਭੈਣੇ ਹਨਾ ਕਿ ਤੁਸੀਂ ਪਹਿਲਾਂ ਬਹੁਤ ਕੁਝ ਹੰਢਾਇਆ ਤੇ ਅੱਜ ਤੁਸੀਂ ਬਹੁਤ ਖੁਸ਼ ਹੋ ਆਪਣੀ ਇੱਕ ਨਵੀਂ ਜ਼ਿੰਦਗੀ ਦੀ ਜਿਹੜੀ ਸ਼ੁਰੂਆਤ ਕਰੀ ਹੈ ਹਨਾ। ਜਿਵੇਂ ਤੁਸੀਂ ਦੱਸਿਆ ਹਨਾ, ਅਸੀਂ ਵੀ ਦੇਖਿਆ ਕਿ ਤੁਸੀਂ ਇਸ ਵਕਤ ਸਟੋਰੀ ਰਾਈਟਰ ਹੋ ਹਨਾ, ਸ਼ਾਰਟ ਫਿਲਮਾਂ ਦੀਆਂ ਸਟੋਰੀਆਂ ਵੀ ਲਿਖਦੇ ਹੋ, ਇੱਕ ਚੰਗੇ ਲੈਵਲ ਤੇ ਚੰਗੇ ਚੈਨਲ ਨੂੰ ਦਿੰਦੇ ਹੋ ਹਨਾ। ਤੇ ਇਹ ਕੀ ਕਹਾਣੀ ਰਹਿੰਦੀ ਹੈ ਸਾਰੀ, ਇਹ ਕੀ ਕਿੱਸਾ ਹੁੰਦਾ? ਅਸਲ ਵਿੱਚ ਵੀਰ ਜੀ ਜਿਸ ਵਕਤ ਅਸੀਂ ਇਹ ਦੁੱਖ ਹੰਢਾਏ ਨੇ ਉਸ ਵਕਤ ਤੋਂ ਹੀ ਅਸੀਂ ਪਾਠ ਪੂਜਾ ਕਰਦੇ ਸੀ ਤੇ ਕੁਝ ਗ੍ਰੰਥ ਪੜ੍ਹੇ ਨੇ ਅਸੀਂ। ਉਸ ਤੋਂ ਬਾਅਦ ਸਾਡਾ ਇੱਧਰ ਮਤਲਬ ਕਿ ਵੀ ਇੰਟਰਸਟ ਕ੍ਰੀਏਟ ਹੁੰਦਾ ਗਿਆ ਤੇ ਮੈਂ ਗੀਤ ਲਿਖਣ ਲੱਗ ਗਈ। ਉਸ ਵਕਤ ਗੀਤ ਕੀ ਜਿਹੜੇ ਲਿਖਦੀ ਹੁੰਦੀ ਸੀ, ਮੈਂ ਗੀਤ ਲਿਖਦੀ ਹੁੰਦੀ ਸੀ ਜਿੱਦਾਂ ਕਿ ਸਾਡੇ ਤੇ ਬੀਤਦੀ ਸੀ। ਮੈਂ ਆਪਣੀ ਅਜੇ ਵੀ ਮੇਰੇ ਕੋਲੋਂ ਸਾਰੀਆਂ ਕਿਤਾਬਾਂ ਕਾਪੀਆਂ ਪਈਆਂ ਨੇ ਜਿਨ੍ਹਾਂ ਤੇ ਮੈਂ ਆਪਣੇ ਦੁੱਖ ਲਿਖੇ ਹੋਏ ਨੇ, ਉਹਨਾਂ ਨੂੰ ਗੀਤਾਂ ਰਾਹੀਂ ਬਿਆਨ ਕੀਤਾ ਹੋਏਗਾ। ਉਸ ਤੋਂ ਬਾਅਦ ਮੈਂ ਸੋਚਿਆ ਵੀ ਹਨਾ ਇਦਾਂ ਤਾਂ ਕੰਮ ਚੱਲਦਾ ਨਹੀਂ ਐਕਚੁਅਲ ਦੇ ਵਿੱਚ ਵੀਰੇ ਹਨਾ, ਜਿਵੇਂ ਸਾਨੂੰ ਸ਼ੌਂਕ ਸੀ ਜਿਹੜੀ ਚੀਜ਼ ਦਾ ਲਿਖਣ ਦਾ ਸਾਨੂੰ ਸ਼ੌਂਕ ਸੀਗਾ, ਅਸੀਂ ਹੁਣ ਉਹਨੂੰ ਆਪਦਾ ਪ੍ਰੋਫੈਸ਼ਨ ਬਣਾ ਲਿਆ ਤੇ ਹਨਾ ਹੁਣ ਅਸੀਂ ਆਪਦਾ ਰਾਈਟ ਕਰਦੇ ਹਾਂ ਸਟੋਰੀਆਂ, ਪੈਸੇ ਆਪਦੇ ਕਮਾਉਣੇ ਆ। ਤੇ ਅਸੀਂ ਕਦੇ ਵੀ ਇਹਨਾਂ ਨੂੰ ਤੰਗ ਨਹੀਂ ਕੀਤਾ ਵੀ ਹਾਂ ਸਾਨੂੰ ਸੁਰਖੀ ਬਿੰਦੀ ਲਿਆ ਕੇ ਦਿਓ। ਹਾਂਜੀ ਹਾਂ, ਪਰ ਹਨਾ ਜਿੱਦਾਂ ਵੀ ਇਨਸਾਨ, ਜਿੱਦਾਂ ਆਪਾਂ ਕਹਿ ਦਈਏ ਵੀ ਹਨਾ ਵੱਡੇ ਮਤਲਬ ਕਿ ਵੀ ਜਿੱਦਾਂ ਆਪਾਂ ਕਹਿ ਦਈਏ ਵੀ ਵੱਡੇ ਕੰਮ ਵੱਡੇ ਖਰਚੇ ਹੋ ਜਾਂਦੇ ਨੇਗੇ ਤੇ ਅੱਜ ਅਸੀਂ ਆਪਦੇ ਪੈਰਾਂ ਤੇ ਖੜੇ ਆ। ਜਿਵੇਂ ਵੀਰੇ ਅਸੀਂ ਆਪਦਾ ਸਟੋਰੀਆਂ ਰਾਈਟ ਕਰਦੇ ਆਂਗੇ ਹਨਾ ਤੇ ਅਸੀਂ ਹਨਾ ਆਪਦੇ ਕੰਮ ਨੂੰ ਮਤਲਬ ਟਾਈਮ ਦਿੰਦੇ ਆ। ਸਾਡੇ ਕੰਮ ਵਾਲੀਆਂ ਵੀ ਰੱਖੀਆਂ, ਉੱਥੇ ਅਸੀਂ ਆਪਦਾ ਕੰਮ ਵੀ ਕਰਦੇ ਸੀਗੀਆਂ ਤੇ ਮਤਲਬ ਕਿ ਇੱਥੇ ਸਾਡੇ ਕੰਮ ਵਾਲੀਆਂ ਲੱਗੀਆਂ ਹੋਈਆਂ ਨੇ, ਅਸੀਂ ਇੰਨੀਆਂ ਸੁਖੀ ਆ। ਤੇ ਉਸ ਤੋਂ ਬਾਅਦ 90% ਜਿਹੜੇ YouTube ਦੇ ਉੱਤੇ ਚੈਨਲ ਨੇ, ਵੈਬ ਸੀਰੀਜ਼ਾਂ ਆਉਂਦੀਆਂ ਨੇਗੀਆਂ, ਸਟੋਰੀਆਂ ਆਉਂਦੀਆਂ ਨੇ ਸ਼ਾਰਟ, ਉਹ ਸਾਰੀਆਂ ਅਸੀਂ ਲਿਖਦੇ ਹਾਂ। ਕੀ ਬਾਤ ਹੈ। ਹਾਂਜੀ, ਉਹਨਾਂ ਦੇ ਵਿੱਚ ਜਦੋਂ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਜਾਂਦੇ ਆ, ਸਾਡਾ ਇੰਸਟਾਗ੍ਰਾਮ ਦਾ ਲਿੰਕ ਹੁੰਦਾ, ਸਾਡਾ ਫੇਸਬੁੱਕ ਦਾ ਲਿੰਕ ਹੁੰਦਾ, ਸਾਡਾ ਨੇਮ ਲਿਖਿਆ ਹੁੰਦਾ ਉਹਦੇ ਵਿੱਚ ਵੀ ਇਹ ਸਟੋਰੀਆਂ। ਅਸਲ ਦੇ ਵਿੱਚ ਜਦੋਂ ਸਾਡੇ ਤੇ ਸਾਰੀਆਂ ਚੀਜ਼ਾਂ ਆਪ ਅਸੀਂ ਹੰਢਾਈਆਂ ਨੇ ਸਾਰੀਆਂ ਚੀਜ਼ਾਂ ਆਪ, ਪਤਾ ਨਹੀਂ ਕਿਉਂ ਵੀ ਸ਼ਾਇਦ ਕਲਮ ਆਪਣੇ ਆਪ ਹੀ ਤੁਰਦੀ ਉਸ ਰਾਹ ਵੱਲ। ਹਾਂ ਵੀਰੇ, ਕਈ ਲੋਕਾਂ ਨੇ ਮੇਰੇ ਕੋਲ ਐਂ ਗੱਲ ਕੀਤੀ ਵੀ ਸਾਡੇ ਘਰੇ ਵਿਆਹ, ਮੈਂ ਉਹਨਾਂ ਨੂੰ ਇਹ ਐਡਵਾਈਸ ਦੇਣੀ ਹੁੰਦੀ ਆ ਵੀ ਤੁਸੀਂ ਡਰੋ ਨਾ, ਵੀ ਹਨਾ ਡਰਨ ਨਾਲ ਹਨਾ ਕੁਛ ਨਹੀਂ ਹੋਣਾ। ਤੁਸੀਂ ਹਨਾ ਆਪਦਾ ਹੌਸਲਾ ਬਣਾ ਕੇ ਉਹ ਚੀਜ਼ ਨਾਲ ਲੜਨ ਦੀ ਕੋਸ਼ਿਸ਼ ਕਰੋ ਤੇ ਉੱਚੇ ਉੱਠੋ ਆਪਦੀ ਲਾਈਫ ਦੇ ਵਿੱਚ। ਹਾਂਜੀ, ਤੇ ਕੁਝ ਵੀ ਸਾਡੀਆਂ ਫਰੈਂਡਸ ਨੇ, ਕੋਈ ਸਾਡੀਆਂ ਸਹੇਲੀਆਂ ਨੇ, ਕਈਆਂ ਦੇ ਹਾਲਾਤ ਚੰਗੇ ਨੇ, ਕਈਆਂ ਦੇ ਮਾੜੇ ਨੇ, ਪਰ ਅਸੀਂ ਉਹਨਾਂ ਨੂੰ ਵੀ ਕਹਿੰਦੇ ਹੁੰਦੇ ਆ ਵੀ ਟਾਈਮ ਬਦਲਦਾ, ਦੇਰ ਜ਼ਰੂਰ ਲੱਗਦੀ ਹੈ। ਕਹਿੰਦੇ ਹੁੰਦੇ ਆ ਨਾ ਰੱਬ ਦੇ ਘਰ ਦੇਰ ਆ ਪਰ ਅੰਧੇਰ ਨਹੀਂ। ਵੀ ਸਾਨੂੰ ਅੱਜ ਲੱਗਦਾ ਵੀ ਉਸ ਵਕਤ ਸ਼ਾਇਦ ਸਾਡੀ ਰੱਬ ਨੇ ਨਹੀਂ ਸੁਣੀ ਜਾਂ ਫਿਰ ਰੱਬ ਲੇਟ ਹੋ ਗਿਆ ਸੁਣਨ ਦੇ ਵਿੱਚ, ਪਰ ਅੱਜ ਰੱਬ ਨੇ ਸਾਡੀ ਸੁਣੀ ਹੋਈ ਆ ਤੇ ਅਸੀਂ ਬਹੁਤ ਜ਼ਿਆਦਾ ਖੁਸ਼। ਜਿਵੇਂ ਵੀਰੇ ਅਸੀਂ ਆਪਦੀ ਮਤਲਬ ਹਨਾ ਪਰਮਾਤਮਾ ਤੋਂ ਸਾਡਾ ਯਕੀਨ ਉੱਠ ਗਿਆ ਸੀਗਾ ਤੇ ਅੱਜ ਸਾਡਾ ਪਰਮਾਤਮਾ ਦੇ ਉੱਤੇ ਦੁਬਾਰੇ ਯਕੀਨ ਬਣ ਗਿਆ ਇਸ ਘਰੇ ਆ ਕੇ। ਤੇ ਭੈਣੇ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਅਸੀਂ ਕਮਜ਼ੋਰ ਹੋਈਏ ਜਾਂ ਕੁੜੀਆਂ ਘਰੇ ਹੋਣ ਹਨਾ, ਤਾਂ ਬਹੁਤ ਸਾਰੇ ਲੋਕ ਇਹ ਚਾਹੁੰਦੇ ਹੁੰਦੇ ਆ ਕਿ ਇਹਨਾਂ ਦੀ ਜ਼ਮੀਨ ਵਾਲਾ ਪਾਸਾ ਕਿਉਂ ਨਾ ਸਾਡੇ ਵਾਲੇ ਪਾਸੇ ਆ ਜਾਏ, ਜਾਂ ਇਹਨੂੰ ਆਪਣੀ ਜ਼ਮੀਨ ਦੇ ਨਾਲ ਕਿਉਂ ਨਾ ਰਲਾ ਲਿਆ ਜਾਵੇ ਹਨਾ। ਤੇ ਫਿਰ ਇਹੋ ਜਿਹੀਆਂ ਗੱਲਾਂ ਵੀ ਹੋਈਆਂ, ਜਿਵੇਂ ਤੁਸੀਂ ਦੱਸਿਆ ਕਿ ਆਲੇ ਦੁਆਲੇ ਦੇ ਲੋਕਾਂ ਨੇ ਤਾਂ ਵੱਟਾਂ ਵੀ ਸਾਡੇ ਖੇਤ ਦੇ ਨਾਲ ਸਾਡੀਆਂ ਢਾਹ ਕੇ ਆਪਣੀਆਂ ਪਾਉਣੀਆਂ ਸ਼ੁਰੂ ਕਰਤੀਆਂ ਸੀ। ਹਾਂਜੀ ਵੀਰ ਜੀ, ਜਿਵੇਂ ਵੀ ਸਾਡੇ ਜਿਨ੍ਹਾਂ ਨਾਲ ਸਾਡਾ ਖੇਤ ਲੱਗਦਾ ਸੀ ਉਹਨਾਂ ਨੇ ਕੀ ਕਰਨਾ, ਆਪਦੇ ਵਾਲੇ ਪਾਸਿਓਂ ਵੱਟ ਵੱਢੀ ਜਾਣਾ, ਤਵੀਆਂ ਲਾ ਦੇਣੀਆਂ, ਹਲ ਲਾ ਦੇਣੇ, ਫਿਰ ਮਗਰੋਂ ਵੱਟ ਰਹਿ ਜਾਣੀ, ਫਿਰ ਸਾਨੂੰ ਕਹਿ ਦੇਣਾ ਵੀ ਦਹਾੜੀਆਂ ਲਾ ਦੇਣਾ ਆਪਦੇ ਸੀਰੀ ਵੀ ਇਹਨਾਂ ਵਾਲੇ ਪਾਸੇ ਮਿੱਟੀ ਚੜਾ ਦੇ। ਹੁਣ ਜਦੋਂ ਸਾਡੇ ਵਾਲੇ ਪਾਸੋਂ ਮਿੱਟੀ ਲੱਗੂਗੀ ਤਾਂ ਵੱਟ ਆਪਣੇ ਆਪ ਹੀ ਸਾਡੇ ਚ ਆਊ। ਹਰ ਸਾਲ ਵੱਟਾਂ ਢਾਹ ਦੇਣੀਆਂ ਜਦੋਂ ਤੁਹਾਡੀ ਵੱਟ ਆਪਣੇ ਵਾਲੇ ਪਾਸੇ ਨੂੰ ਕਰ ਲੈਣੀ ਸਾਡੇ ਜਿਹੜੀ ਸਾਂਝੀ ਵੱਟ ਆ ਉਹ ਸਾਡੇ ਹਿੱਸੇ ਚ ਆਈ ਜਾਣੀ, ਉਧਰ ਸਾਡਾ ਥਾਂ ਆਪਦੇ ਵੱਲ ਰਲਾਈ ਜਾਣਾ। ਫਿਰ ਇੱਕ ਦਿਨ ਅਸੀਂ ਕੀ ਕੀਤਾ, ਅਸੀਂ ਚੈੱਕ ਕੀਤਾ ਵੀ ਜਿਹੜਾ ਖੰਭਾ ਗਾ ਪੱਥਰ ਗੱਡਿਆ ਹੁੰਦਾ ਖੇਤ ਦੇ ਵਿੱਚ, ਅਸੀਂ ਉਹੀ ਵੀਰੇ ਵੱਟ ਘੜੀ ਜਾਂਦੇ ਸੀਗੇ ਤੇ ਅਸੀਂ ਦੇਖਿਆ ਵੀ ਖੰਭਾ ਜਿਹੜਾ ਉਹਦਾ ਖੰਭਾ ਤਾਂ ਪਰਲੇ ਪਾਸੇ ਰਹਿ ਗਿਆ, ਵੀ ਵੱਟ ਇੱਧਰਲੇ ਪਾਸੇ ਆ ਗਈ। ਫਿਰ ਅਸੀਂ ਕੀਤਾ, ਅਸੀਂ ਵੱਟ ਢਾਤੀ। ਮਤਲਬ ਜਦੋਂ ਉਹਨਾਂ ਦੇ ਬੰਦੇ ਆਏ ਉਹ ਕਈਆਂ ਮਤਲਬ ਕਹਿੰਦੇ ਵੀ ਤੁਸੀਂ ਸਾਡੀ ਵੱਟ ਢਾਈ, ਸਾਡੇ ਨਾਲ ਸਾਂਝੀ ਵੱਟ ਢਾਹੀ ਅਸੀਂ। ਤੇ ਫਿਰ ਅਸੀਂ ਕਿਹਾ ਵੀ ਅਸੀਂ ਵੀ ਆ ਗਏ, ਅਸੀਂ ਕਿਹਾ ਹਾਕੀਆਂ ਚੱਕ ਲਏ ਅਸੀਂ। ਤੇ ਫਿਰ ਅਸੀਂ ਕਿਹਾ ਵੱਟ ਸਹੀ ਥਾਂ ਤੇ ਪਊਗੀ, ਵੀ ਜਿੱਥੇ ਵੱਟ ਦਾ ਥਾਂ ਗਾ, ਜਿੱਥੇ ਸਰਕਾਰੀ ਆ
ਉੱਥੇ ਹੀ ਵੱਟ ਪਊਗੀ, ਸਾਡੇ ਥਾਂ 'ਚ ਵੱਟ ਨਹੀਂ ਪੈਂਦੀ, ਜਿੱਥੇ ਖੰਭਾ ਗਾ ਸਰਕਾਰੀ ਉੱਥੇ ਵੱਟ ਪਊਗੀ। ਤੁਹਾਡੀ ਜ਼ਮੀਨ ਨੂੰ ਵੀ ਆਪਦੇ ਚ ਲਾਉਣ ਨੂੰ ਹਾਂ ਕਰਦੇ ਵੀਰੇ, ਸੀ? ਹਾਂਜੀ, ਫਿਰ ਏਦਾਂ ਅਸੀਂ ਦੇ ਵੱਟ ਬਹੁਤ ਉੱਥੇ ਸੀ। ਪਾ ਕੇ ਛੱਡੀ। ਅੱਛਾ ਪਾਤੀ ਸੀ। ਅਸੀਂ ਫਿਰ ਜਿੱਥੇ ਵੱਟ ਜਮਾ ਸਿੱਧੀ ਸੀਗੀ ਅਸੀਂ ਤਾਂ ਸੂਤ ਲੈ ਲਿਆ, ਸੂਤ ਨਾਲ ਜਮਾ ਸਿੱਧੀ ਵੱਟ ਕਰਤੀ। ਜਿਸ ਵਾਰ ਜਦੋਂ ਨੂੰ ਉਹ ਸਾਡੇ ਤੇ ਪੰਚਾਇਤ ਚੜਾ ਕੇ ਲਿਆਏ, ਪੰਚਾਇਤ ਕਹਿੰਦੇ ਵੱਟ ਤਾਂ ਜਮਾ ਸਹੀ ਆ, ਕਹਿੰਦੇ ਬਈ ਤੁਸੀਂ ਆਪਦਾ ਵੀ ਮਾੜਾ ਜਿਹਾ ਵਿਚਾਰਿਆ ਕਰੋ ਵੀ ਜਵਾਕੜੀਆਂ ਨੂੰ ਕਾਹਤੋਂ ਤੰਗ ਕਰ ਦੋ। ਅਸੀਂ ਫਿਰ ਆਪਦਾ ਥਾਂ ਤਾਂ ਫਿਰ ਸਾਡਾ ਤਾਂ ਜਮੀ ਚੱਕਿਆ ਜਾਂਦਾ ਉੱਥੋਂ ਡੰਡਾ ਡੇਰਾ, ਜੇ ਅਸੀਂ ਨਾ ਥੋੜੀ ਜਿਹੀ ਹਿੰਮਤ ਤੋਂ ਕੰਮ ਲੈਂਦੇ। ਉਹ ਕਹਿੰਦੇ ਵੀ ਤੁਸੀਂ ਕੁੜੀਆਂ ਤੁਸੀਂ ਕਿਉਂ ਬੋਲਦੀ ਹੋ, ਅਸੀਂ ਇਸ ਕੁੜੀਆਂ ਘਰ ਦੇ ਬੋਲ ਵਿੱਚ ਨਹੀਂ ਕਹਿੰਦੇ ਸਕਦੀਆਂ ਬੋਲੋ ਨਾ ਹੈਗੀਆਂ ਤੁਸੀਂ। ਵੀ ਕੁੜੀਆਂ ਬੋਲ ਨਹੀਂ ਸਕਦੀਆਂ, ਇਕੱਲੇ ਮੁੰਡਿਆਂ ਦੇ ਅਧਿਕਾਰ ਆ ਬੋਲਣ ਦਾ। ਫਿਰ ਇਸ ਕਰਕੇ ਅਸੀਂ ਬੋਲਾਂਗੇ, ਕੋਈ ਸਾਡਾ ਭਰਾ ਹਜੇ ਨਿਆਣਾ ਗਾ, ਅਸੀਂ ਬੋਲਾਂਗੇ ਕਿਉਂਕਿ ਸਾਡੇ ਭਰਾ ਦੀ ਖਾਤਰ ਲੜਾਂਗੇ ਜਿੱਥੇ ਤੱਕ ਸਾਤੋਂ ਲੜਿਆ ਗਿਆ। ਤੇ ਬਹੁਤ ਸੋਹਣੀਆਂ ਭੈਣੇ ਤੁਹਾਡੀਆਂ ਜੋਸ਼ੀਲੀਆਂ ਗੱਲਾਂ ਨੇ। ਸਾਨੂੰ ਉਮੀਦ ਆ ਕਿ ਜਿਹੜੀਆਂ ਕੁੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ, ਮਾਯੂਸ ਹੋਈਆਂ ਜਾਂ ਟੁੱਟੀਆਂ ਬੈਠੀਆਂ ਨੇ, ਬਹੁਤ ਸਾਰੀਆਂ ਧੀਆਂ ਦੇ ਨਾਲ, ਬਹੁਤ ਸਾਰੀਆਂ ਭੈਣਾਂ ਦੇ ਨਾਲ ਇਹ ਅੱਜ ਵੀ ਜਿਹੜਾ ਤੁਸੀਂ ਹੰਢਾ ਲਿਆ, ਇਹ ਅੱਜ ਇਸ ਵਕਤ ਵੀ ਹੋ ਰਿਹਾ ਹੋਊਗਾ, ਹਨਾ। ਤੇ ਉਹਨਾਂ ਨੂੰ ਇਹ ਤੁਹਾਡੀਆਂ ਗੱਲਾਂ ਸੁਣ ਕੇ, ਤੁਹਾਡੀ ਕਹਾਣੀ ਸੁਣ ਕੇ ਜ਼ਿੰਦਗੀ ਦੀ ਹਨਾ ਹਿੰਮਤ